ਹਰਵਿੰਦਰ ਪੰਡਾਲ ਦਾ ਨੋਵਲ ਹੈ ਮੈਲੀ ਮਿੱਟੀ। ਦੂਸਰੇ ਭਾਗ ਦਾ ਦੂਸਰਾ ਅੰਗ। ਨਗਰ ਸੁਧਾਰ ਟਰਸਟ ਦੀ ਯੋਜਨਾਬੱਧ ਕਾਲੋਨੀ ਤੇ ਉਗੜ ਦੁਗੜਾ ਕਰੋਲ ਬਾਗ, ਇਹਨਾਂ ਦੋਹਾਂ ਦੇ ਵਿਚਕਾਰ ਸੜਕ ਹੈ ਜੋ ਸਿੱਧੀ ਬਾਹਰਲੀ ਚੁੰਗੀ ਤੱਕ ਜਾਂਦੀ ਹੈ। ਜੱਟਪੁਰੇ ਦੀ ਬਾਰ-ਬਾਰ ਬਣ ਕੇ ਉੱਚੀ ਹੋਈ ਸੜਕ ਤੋਂ ਉਲਟ ਇਹ ਸੜਕ ਕਦੀ ਬਣੀ ਹੀ ਨਹੀਂ। ਇਸ ਸੜਕ ਉੱਤੇ ਹਮੇਸ਼ਾ ਨੀਵੀਂ ਪਾ ਕੇ ਤੁਰਨਾ ਪੈਂਦਾ ਹੈ, ਫਿਰ ਹੀ ਤੁਸੀਂ ਆਪਣਾ ਅਗਲਾ ਕਦਮ ਕਿਸੇ ਸੁਰੱਖਿਅਤ ਥਾਂ ਟਿਕਾ ਸਕਦੇ ਹੋ। ਆਪਣੇ ਹਰੇਕ ਕਦਮ ਲਈ ਪੱਧਰੀ ਥਾਂ ਭਾਲਦਿਆਂ ਕਦਮਾਂ ਨੂੰ ਬੋਝ ਟਿਕਾਉਂਦਿਆਂ ਖੁਸ਼ਵੰਤ ਨੂੰ ਯਾਦ ਆਇਆ ਕਿ ਆਖਰੀ ਵਾਰ ਇਹ ਸੜਕ 7 ਵਰ੍ਹੇ ਪਹਿਲਾਂ ਬਣੀ ਸੀ, ਪਰ ਉਦੋਂ ਵੀ ਠੇਕੇਦਾਰ ਨੇ ਇਸ ਸੜਕ ਨੂੰ ਪੂਰਾ ਨਹੀਂ ਸੀ ਬਣਾਇਆ। ਸਿਰਫ ਅੱਧੀ ਸੜਕ ਉੱਤੇ ਹੀ ਤਾਜ਼ਾ ਬਜਰੀ ਲੁੱਕ ਪਾਇਆ ਸੀ, ਇਸ ਲਈ ਅੱਧੀ ਸੜਕ ਉੱਚੀ ਤੇ ਅੱਧੀ ਨੀਵੀਂ ਹੋ ਗਈ ਸੀ। ਖੁਸ਼ਵੰਤ ਨੂੰ ਇਸ ਤਰ੍ਹਾਂ ਅੱਧੀ ਸੜਕ ਬਣਾਉਣ ਦਾ ਭੇਤ ਅਜੇ ਤੱਕ ਪਤਾ ਨਹੀਂ ਲੱਗਾ। ਪ੍ਰੋਫੈਸਰ ਸਾਹਿਬ ਜ਼ਰਾ ਦੇਖੋ ਤਾਂ ਸਹੀ, ਕਿਸ ਪਾਸੇ ਦੀ ਅੱਧੀ ਸੜਕ ਬਣੀ ਹੈ ਤੇ ਕਿਸ ਪਾਸੇ ਦੀ ਨਹੀਂ ਬਣੀ। ਜਗਦੀਸ਼ ਨੇ ਉਹਦਾ ਧਿਆਨ ਦਵਾਇਆ ਹੀ ਸੀ। ਜਗਦੀਸ਼ ਦੀ ਸਿਆਣਪ ਬਾਰੇ ਉਹਦੀ ਰਾਏ ਕਦੀ ਬਹੁਤੀ ਵਧੀਆ ਨਹੀਂ ਸੀ, ਪਰ ਕਈ ਵਾਰ ਉਹੀ ਉਹਨਾਂ ਗੱਲਾਂ ਵੱਲ ਧਿਆਨ ਦਿਵਾਉਂਦਾ ਸੀ ਜਿਨ੍ਹਾਂ ਨੂੰ ਖੁਸ਼ਵੰਤ ਅਣਗੌਲਿਆਂ ਕਰ ਦਿੰਦਾ ਸੀ। ਨਗਰ ਸੁਧਾਰ ਟਰਸਟ ਦੀ ਯੋਜਨਾਬੱਧ ਕਾਲੋਨੀ ਵੱਲ ਦੇ ਪਾਸੇ ਦੀ ਅੱਧੀ ਸੜਕ ਨਵੀਂ ਬਣੀ ਸੀ ਤੇ ਕਰੋਲ ਬਾਗ ਵੱਲ ਦੀ ਅੱਧੀ ਨਹੀਂ ਸੀ ਬਣੀ। ਦੋਵੇਂ ਕਲੋਨੀਆਂ ਦੋ ਵੱਖ-ਵੱਖ ਜਮਾਤਾਂ ਸਨ। ਹੁਣ ਵੀ ਉਸ ਸੜਕ ਉੱਤੇ ਤੁਰੇ ਜਾਂਦਿਆਂ ਉਹਨੂੰ ਫਰਕ ਦਿਸ ਰਿਹਾ ਸੀ। ਪਰ ਕੀ ਕਿਸੇ ਸੜਕ ਨੂੰ ਅੱਧੀ ਬਣਾਉਣ ਦਾ ਫੈਸਲਾ ਇਸ ਲਈ ਲਿਆ ਜਾ ਸਕਦਾ ਹੈ ਕਿ ਇਹਦੇ ਇੱਕ ਪਾਸੇ ਮੁਕਾਬਲਤਨ ਗਰੀਬ ਲੋਕਾਂ ਦੇ ਘਰ ਹਨ? ਉਹਨੂੰ ਇਸ ਗੱਲ ਉੱਤੇ ਵਿਸ਼ਵਾਸ ਕਰਨਾ ਅਟਪਟਾ ਜਿਹਾ ਲੱਗਿਆ। ਉਂਝ ਵੀ ਜਗਦੀਸ਼ ਨੂੰ ਹਰ ਗੱਲ ਦੇ ਅਰਥ ਵਧਾ ਚੜਾ ਕੇ ਕੱਢਣ ਦੀ ਆਦਤ ਸੀ। ਜਿਵੇਂ ਉਹ ਕਿਹਾ ਕਰਦਾ ਕਿ ਸਰਕਾਰਾਂ ਨੇ ਪ੍ਰੋਫੈਸਰਾਂ ਨੂੰ ਵੱਧ ਤਨਖਾਹ ਸਿੱਖਿਆ ਦਾ ਭੱਠਾ ਬਿਠਾਉਣ ਨੂੰ ਦਿੱਤੀ ਆ, ਇਸ ਲਈ ਪ੍ਰੋਫੈਸਰ ਕਿਤਾਬਾਂ ਪੜ੍ਹਨ ਪੜ੍ਹਾਉਣ ਦਾ ਕੰਮ ਛੱਡ ਕੇ ਹਰ ਵੇਲੇ ਆਪਣੀ ਤਨਖਾਹ ਨੂੰ ਖਰਚਣ ਤੇ ਵਰਤਣ ਬਾਰੇ ਹੀ ਸੋਚਦੇ ਰਹਿਣ। ਤੈਨੂੰ ਜ਼ਿੰਦਗੀ 'ਚ ਕਦੇ ਫਾਕੇ ਨਹੀਂ ਕੱਟਣੇ ਪਏ ਮੇਰੇ ਵਾਂਗ, ਅਜਿਹੇ 'ਚ ਖੁਸ਼ਵੰਤ ਆਖਦਾ ਹੈ। ਤੈਨੂੰ ਪਹਿਲਾਂ ਨਾਲੋਂ ਵਧੀ ਤਨਖਾਹ ਲੈਣਾ ਬੁਰਾ ਨਹੀਂ ਲੱਗਦਾ। ਉਹਨੇ ਜ਼ਿੰਦਗੀ 'ਚ ਆਪਣੀ ਹਰ ਚੀਜ਼ ਆਪ ਬਣਾਈ ਸੀ, ਬਿਨਾਂ ਕਿਸੇ ਪਰਿਵਾਰਕ ਆਸਰੇ ਤੋਂ, ਪਰ ਉਹਨੂੰ ਇਸ ਦਾ ਕਦੇ ਮਲਾਲ ਵੀ ਨਹੀਂ ਸੀ ਹੋਇਆ। ਇੰਨਾ ਹੀ ਬਹੁਤ ਸੀ ਕਿ ਉਹਦੇ ਭਾਪੇ ਨੇ ਉਹਨੂੰ ਨਿੱਕੇ ਦੇ ਬਾਪੂ ਪਿੱਛੇ ਲੱਗ ਕੇ ਆਪਣੀ ਦੁਕਾਨ ਤੇ ਨਹੀਂ ਸੀ ਬਿਠਾਇਆ। ਰੁਲਦਿਆਂ ਖੁੱਲਦਿਆਂ ਪੜ੍ਹਨ ਲਈ ਪਿੰਡੋਂ ਕੱਢ ਦਿੱਤਾ ਸੀ ਤੇ ਇਸੇ ਲਈ ਹੁਣ ਉਹ ਇਸ ਤੋਂ ਅੱਗੇ ਜਾ ਕੇ ਸਰਗੀ ਨੂੰ ਉਹਦੀ ਇੱਛਾ ਅਨੁਸਾਰ ਪੜ੍ਹਾਉਣ ਦੇ ਕਾਬਿਲ ਹੋ ਸਕਿਆ ਸੀ। ਉਹਨਾਂ ਦਿਨਾਂ 'ਚ ਜਦੋਂ ਕਾਲਜ ਪੜ੍ਹਦਿਆਂ ਨਵੇਂ ਮਿਲੇ ਸਨ ਤੇ ਵਿਦਿਆਰਥੀ ਯੂਨੀਅਨ ਵਿੱਚ ਕੰਮ ਕਰਨ ਲੱਗੇ ਸਨ, ਉਦੋਂ ਵੀ ਜਗਦੀਸ਼ ਪਤਾ ਨਹੀਂ ਕਿੱਥੋਂ ਸੁਣ ਕੇ ਹਰ ਘਟਨਾ, ਵੈਸੇ ਉਦੋਂ ਘਟਨਾਵਾਂ ਘੱਟ ਤੇ ਵਾਰਦਾਤਾਂ ਬਹੁਤਾ ਹੋਇਆ ਕਰਦੀਆਂ ਸਨ, ਦਾ ਨਤੀਜਾ ਇਸੇ ਤਰ੍ਹਾਂ ਦਾ ਕੱਢਿਆ ਕਰਦਾ ਸੀ। ਇਹ ਜਿਹੜਾ ਕੱਲ੍ਹ ਅੱਤਵਾਦੀਆਂ ਨੇ ਪੂਰੇ ਟੱਬਰ ਨੂੰ ਮੌਤ ਦੇ ਘਾਟ ਉਤਾਰਿਆ, ਦਰਅਸਲ ਇਹ ਰੂਸ ਤੇ ਅਮਰੀਕਾ ਦੀ ਆਪਸੀ ਖਹਿ ਭੇੜ ਦਾ ਨਤੀਜਾ। ਆ ਪਰਸੋਂ 2 ਮੁੰਡੇ ਪੁਲਿਸ ਨੇ ਘਰੋਂ ਚੁੱਕ ਕੇ ਮੁਕਾਬਲਾ ਬਣਾ ਕੇ ਮਾਰੇ। ਇਹ ਵੀ ਸਾਮਰਾਜੀ ਅਮਰੀਕਾ ਤੇ ਸਾਮਰਾਜੀ ਰੂਸ ਦੇ ਆਪਸੀ ਭੇੜ ਕਰਕੇ ਹੀ ਮਰਿਆ। ਉਹਨਾਂ ਦਿਨਾਂ 'ਚ ਹਰਪਾਲ ਉਸ ਨਾਲ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕਰਦਾ ਹੁੰਦਾ ਸੀ। ਉਹਨਾਂ ਵਿੱਚੋਂ ਕਿਸੇ ਵਿੱਚ ਉਹਨੂੰ ਕਦੇ ਰੂਸ ਅਮਰੀਕਾ ਨਹੀਂ ਸਨ ਦਿਸੇ, ਪਰ 2 ਕਾਲੋਨੀਆਂ ਵਿੱਚ ਫਰਕ ਉਹ ਹੁਣ ਵੀ ਦੇਖ ਸਕਦਾ ਸੀ। ਨਗਰ ਸੁਧਾਰ ਟਰਸਟ ਦੀ ਯੋਜਨਾਬੱਧ ਕਾਲੋਨੀ ਵੱਲ ਚੁੱਪ-ਚਾਂ ਛਾਈ ਹੋਈ ਸੀ। ਵੱਡੀਆਂ ਸਭ ਕੋਠੀਆਂ ਤੇ ਗੇਟ ਬੰਦ ਸਨ। ਇੱਕ ਮੁਰਦੇ ਹਨ ਜਿਹੀ ਦਾ ਅਹਿਸਾਸ ਹੋ ਰਿਹਾ ਸੀ। ਕਰੋਲ ਬਾਗ ਵਾਲੇ ਪਾਸੇ ਵਧੇਰੇ ਦੁਕਾਨਾਂ ਸਨ, ਮੈਲੀਆਂ ਜਿਹੀਆਂ, ਪਰ ਉਹਨਾਂ 'ਚ ਹਰਕਤ ਦਿਸਦੀ ਸੀ। ਦੁਕਾਨਾਂ 'ਚ ਕਿਤੇ ਛੋਟੇ ਮਕਾਨਾਂ ਦੇ ਬੂਹੇ ਖੁੱਲ੍ਹਦੇ ਸਨ। ਇਹਨਾਂ ਮਕਾਨਾਂ 'ਚ ਸਧਾਰਨ ਜਿਹੇ ਲੋਕ ਰਹਿੰਦੇ ਸਨ, ਆਪਣੀ ਗੁਰਬਤ ਤੇ ਗੁਰਬਤ ਦੀਆਂ ਸਾਰੀਆਂ ਅਲਾਮਤਾਂ ਸਮੇਤ। ਇਹਨਾਂ ਮਕਾਨਾਂ ਦੇ ਪਿਛਲੇ ਪਾਸੇ ਕਰੋਲ ਬਾਗ ਨਾਂ ਦੀ ਕਾਲੋਨੀ ਹੈ, ਜਿਸ 'ਚ ਖੁਸ਼ਵੰਤ ਦਾ ਘਰ ਹੈ। ਖੁਸ਼ਵੰਤ ਦਾ ਨਹੀਂ, ਖੁਸ਼ਵੰਤ ਤੇ ਕਵਿਤਾ ਦਾ। ਜੇ ਕਵਿਤਾ ਹੁੰਦੀ ਤਾਂ ਉਹਨੇ ਆਖਣਾ ਸੀ। ਪਿਛਲੇ ਕੁਝ ਅਰਸੇ ਤੋਂ ਉਹ ਕਰੋਲ ਬਾਗ ਵਾਲੇ ਪਾਸੇ ਦੀਆਂ ਦੁਕਾਨਾਂ 'ਚ ਵੀ ਕੁਝ ਬਦਲਦਾ ਦੇਖ ਰਿਹਾ ਸੀ। ਕੁਝ ਦੁਕਾਨਾਂ ਦਾ ਰੰਗ ਰੂਪ ਪਹਿਲਾਂ ਨਾਲੋਂ ਨਿਖਰ ਗਿਆ ਸੀ, ਖਾਸ ਕਰ ਹੱਥ ਯੰਤਰ 'ਚ ਪੈਣ ਵਾਲੇ ਸਿਮ ਤੇ ਇਸ ਨਾਲ ਜੁੜਿਆ ਨਿੱਕ ਸੁੱਕ ਵੇਚਣ ਵਾਲੀਆਂ ਦੁਕਾਨਾਂ। ਇੱਕ ਗਰੋਸਰੀ ਦੀ ਦੁਕਾਨ ਖੁੱਲ੍ਹ ਗਈ ਸੀ, ਜਿਸ ਉੱਪਰ ਸੁਪਰ ਸਟੋਰ ਲਿਖਿਆ ਗਿਆ ਸੀ। ਇਸ ਦੁਕਾਨ 'ਚ ਗਾਹਕ ਨੂੰ ਆਪਣਾ ਸੌਦਾ ਆਪ ਹੀ ਲੱਭਣਾ ਪੈਂਦਾ ਸੀ। ਆ ਸਾਹਮਣੇ ਨਵੀਂ ਦੁਕਾਨ ਤਿਆਰ ਹੋ ਰਹੀ ਸੀ। ਦੁਕਾਨ ਨਹੀਂ, ਰੈਸਟੋਰੈਂਟ, ਦਾ ਜੇਲ ਫੂਡਸ। ਰੈਸਟੋਰੈਂਟ ਵਾਲਿਆਂ ਨੇ ਦੁਕਾਨ ਤਿਆਰ ਹੋਣ ਤੋਂ ਪਹਿਲਾਂ ਹੀ ਫਲੈਕਸ ਤਿਆਰ ਕਰਕੇ ਬੂਹੇ ਤੇ ਲਟਕਾ ਦਿੱਤਾ ਸੀ। ਫਲੈਕਸ ਵਿੱਚ ਜੇਲ੍ਹ ਦੀ ਕੋਠੜੀ ਦੀ ਮੂਰਤ ਸੀ। ਇਸ ਰੈਸਟੋਰੈਂਟ 'ਚ ਸਭ ਕੁਝ ਜੇਲ੍ਹ ਦੀ ਫੀਲਿੰਗ ਦੇਣ ਵਾਲਾ ਹੀ ਬਣਨਾ ਸੀ, ਜਿਵੇਂ ਤੁਸੀਂ ਜੇਲ੍ਹ ਅੰਦਰ ਬੈਠ ਕੇ ਪਾਰਟੀ ਕਰ ਰਹੇ ਹੋ। ਕਿਹੋ ਜਿਹੇ ਸ਼ੌਕ ਵਾਲੇ ਲੋਕ ਹੋਣਗੇ ਉਹ
ਜੋ ਇੱਥੇ ਖਾਣਾ ਖਾਣ ਆਉਣਗੇ। ਖੁਸ਼ਵੰਤ ਨੇ ਸੋਚਿਆ, ਉਹਨਾਂ ਲਈ ਜੇਲ੍ਹ ਉਹਨਾਂ ਦੇ ਸੁਪਨ ਸੰਸਾਰ ਦਾ ਹਿੱਸਾ ਹੋਏਗੀ। ਕੀ ਇਹ ਵੀ ਗੁਰਬਤ ਦੀ ਹੀ ਅਲਾਮਤ ਹੈ? ਉਹਦੇ ਮਨ 'ਚ ਪ੍ਰਸ਼ਨ ਜਾਗਿਆ, ਵੱਖਰੀ ਤਰ੍ਹਾਂ ਦੀ ਗੁਰਬਤ, ਐਸੀ ਗੁਰਬਤ ਜਿਹਦੇ ਡਰ ਵਿੱਚ ਉਹਨੂੰ ਤਾਪ ਚੜ੍ਹ ਗਿਆ ਸੀ। ਉਹ ਇਸ ਬਾਰੇ ਇਸ ਘੜੀ ਸੋਚਣਾ ਨਹੀਂ ਸੀ ਚਾਹੁੰਦਾ। ਇਹਦੀ ਸੋਚ ਨੇ ਉਹਨੂੰ ਹੋਰ ਢਹਿੰਦੀਆਂ ਕਲਾਂ 'ਚ ਕਰ ਦੇਣਾ ਸੀ। ਪਰ ਇਸ ਗੁਰਬਤ ਦੇ ਆਪ ਮੁਹਾਰੇ ਜ਼ੋਰ ਸਾਹਮਣੇ ਉਹ ਬੇਬਸ ਹੋ ਗਿਆ ਸੀ। ਧੁੰਦ ਜੇ ਵਾਂਗ ਇਹ ਉਹਦੇ ਹਰ ਪਾਸੇ ਫੈਲ ਰਹੀ ਸੀ, ਹਰ ਦਿਸ਼ਾ ਨੂੰ ਆਪਣੀ ਬੁੱਕਲ 'ਚ ਲੈ ਰਹੀ ਸੀ। ਇਸ ਧੁੰਦਲਕੇ ਨੂੰ ਮਹਿਸੂਸ ਕਰਨ ਤੇ ਪਲਾਂ ਵਿੱਚ ਹੀ ਇਲਹਾਮ ਜੇ ਵਾਂਗ ਉਹਨੂੰ ਜਾਪਿਆ ਕਿ ਹੁਣੇ ਇੱਕ ਮਕਾਨ ਅੰਦਰ ਬੰਦਾ ਆਪਣੀ ਘਰ ਵਾਲੀ ਉੱਤੇ ਚਿਣਕੇਗਾ, ਆ ਕੇ ਇੱਥੇ ਨਹੀਂ ਦੇਖ ਸਕਦੀ? ਲਹੂ ਵਗੀ ਜਾਂਦਾ ਇਹਦੇ, ਸਾਲੇ ਕਿੱਥੋਂ ਟੱਕਰ ਗਏ। ਸ਼ਾਇਦ ਉਹਦੇ ਨਿਆਣੇ ਨੇ ਡਿੱਗ ਕੇ ਸੱਟ ਲਵਾ ਲਈ ਹੋਏਗੀ। ਇੱਕ ਦੂਜੇ ਮਕਾਨ ਅੰਦਰ ਘਰ ਬੈਠੀ ਵਿਹਲੜ ਬੁੱਢੀ ਸੱਸ ਨੂੰ ਗਾਲਾਂ ਕੱਢਦੀ ਉਹਦੇ ਜਣਦਿਆਂ ਨੂੰ ਪੁਣ ਰਹੀ ਹੋਏਗੀ। ਨੂੰ ਅਜੇ ਤੱਕ ਨਗਰ ਸੁਧਾਰ ਟਰਸਟ ਦੀ ਯੋਜਨਾਬੱਧ ਕਾਲੋਨੀ ਦੇ ਘਰਾਂ ਨਹੀਂ ਕੋਠੀਆਂ 'ਚ ਕੰਮ ਕਰਕੇ ਵਾਪਸ ਨਹੀਂ ਪਰਤੀ ਹੋਏਗੀ। ਉਹਨੂੰ ਕੀ ਪਤਾ ਕਿ ਨਗਰ ਸੁਧਾਰ ਟਰਸਟ ਦੀ ਯੋਜਨਾਬੱਧ ਕਾਲੋਨੀ ਦੇ ਘਰਾਂ ਦੀਆਂ ਸੁਆਣੀਆਂ ਦਿੱਤੇ 1-1 ਰੁਪਈਏ ਦੀ ਕੀਮਤ ਕਿਵੇਂ ਵਸੂਲ ਕਰਦੀਆਂ, ਕਿਵੇਂ ਕੰਮ ਵਾਲੀਆਂ ਦਾ ਖੂਨ ਪਸੀਨਾ ਨਿਚੋੜਦੀਆਂ। ਉਹਨੇ ਇੱਕ ਪਲ ਲਈ ਆਪਣੇ ਕੰਨ ਨਾ ਸੁਣਦੀਆਂ ਆਵਾਜ਼ਾਂ ਸੁਣਨ ਲਈ ਲਾਏ, ਪਰ ਉਹਨੂੰ ਅਜੇ ਵੀ ਕੋਈ ਇਸ ਤਰ੍ਹਾਂ ਦੀ ਆਵਾਜ਼ ਨਾ ਸੁਣੀ, ਕੋਈ ਚਿਣਕਦੀ ਮਰਦਾਵੀ ਜਾਂ ਜਨਾਨਾ ਆਵਾਜ਼। ਜੇਕਰ ਉਹਨੂੰ ਸੁਣ ਵੀ ਪੈਂਦੀ ਤਾਂ ਵੀ ਉਹਦੇ ਕੰਨਾਂ ਉੱਤੇ ਦਿਲ ਉੱਤੇ ਬਹੁਤਾ ਅਸਰ ਨਹੀਂ ਸੀ ਹੋਣਾ। ਉਹਨੇ ਆਪ ਪਾਪੇ ਮੂੰਹੋਂ ਬਥੇਰੀਆਂ ਗਾਲਾਂ ਸੁਣੀਆਂ ਸੀ, ਸੁਣੀਆਂ ਹੀ ਨਹੀਂ, ਛੋਟੀ-ਛੋਟੀ ਗੱਲੋਂ ਖਾਧੀਆਂ ਵੀ ਸੀ। ਇਸੇ ਲਈ ਉਹਨੂੰ ਹੈਰਾਨੀ ਹੋਈ ਸੀ ਜਦੋਂ ਲਾਲੀ ਤੇ ਹਰਪਾਲ ਵਾਲੇ ਚੱਕਰਾਂ ਵਿੱਚ ਪਿੱਛੋਂ ਪਾਪੇ ਨੇ ਉਹਨੂੰ ਕੁਝ ਨਹੀਂ ਸੀ ਕਿਹਾ। ਜੋ ਪਾਪੇ ਨੇ ਕਿਹਾ ਸੀ ਉਹ ਇਸ ਲਈ ਕੁਝ ਨਹੀਂ ਹੀ ਸੀ, ਸਿਰਫ ਪਿੰਡ 'ਚ ਖਤਰਾ ਭਾਪਦਿਆਂ ਉਹਨੂੰ ਪਿੰਡੋਂ ਬਾਹਰ ਕੱਢ ਦਿੱਤਾ ਸੀ। ਇਹਨਾਂ ਚੱਕਰਾਂ ਵਿੱਚੋਂ ਵੀ ਉਹਨੂੰ ਸਾਮਰਾਜੀ ਅਮਰੀਕਾ ਤੇ ਸਮਾਜੀ ਸਾਮਰਾਜੀ ਰੂਸ ਦੀ ਆਪਸੀ ਖਹਿ ਭੇੜ ਨਹੀਂ ਸੀ ਲੱਭੀ। ਅੰਗ ਤੀਸਰਾ। ਉਹਨਾਂ ਦਿਨਾਂ 'ਚ ਜਦੋਂ ਅਜੇ ਇਸ ਧਰਤੀ ਉੱਤੇ ਚਿੜੀਆਂ ਜਿਉਂਦੀਆਂ ਸਨ, ਖੁਸ਼ਵੰਤ ਤੇ ਲਾਲੀ ਦਾ ਚੱਕਰ ਸ਼ੁਰੂ ਹੋਇਆ। ਲਾਲੀ ਵੀ ਚਿੜੀ ਜਿਹੀ ਸੀ ਜੋ ਹੁਣ ਭੋਲੀ ਖੁਸ਼ਵੰਤ ਦੀ ਹਥੇਲੀ ਉੱਤੇ ਆ ਬੈਠੀ ਸੀ। ਉਹਦੇ ਜਿਸਮ ਨੂੰ ਪਲੋਸਦਿਆਂ ਖੁਸ਼ਵੰਤ ਨੂੰ ਹਮੇਸ਼ਾ ਲੱਗਦਾ ਜਿਵੇਂ ਉਹ ਕਿਸੇ ਚਿੜੀ ਦੇ ਖੰਭ ਪਲੋਸ ਰਿਹਾ ਹੋਵੇ। ਦਰਅਸਲ ਨਿੱਕਾ ਖੁਸ਼ਵੰਤ ਤੇ ਸਤਪਾਲ ਦੀਆਂ ਸ਼ਹਿਰ ਬਾਰੇ ਸੁਣਾਈਆਂ ਗੱਲਾਂ ਇਸ ਲਈ ਨਹੀਂ ਸੀ ਸੁਣਨਾ ਚਾਹੁੰਦਾ ਕਿਉਂਕਿ ਲਾਲੀ ਬਾਰੇ ਗੱਲਾਂ ਕਰਨੀਆਂ ਚਾਹੁੰਦਾ ਸੀ। ਪਿਛਲੇ 1 ਵਰ੍ਹੇ ਤੋਂ ਲਾਲੀ ਉਹਦੇ ਸੁਪਨਿਆਂ 'ਚ ਉਸੇ ਤਰ੍ਹਾਂ ਆਉਣ ਲੱਗੀ ਸੀ ਜਿਵੇਂ ਪਹਿਲਾਂ ਬਿਨਾਂ ਨਾਗਾ ਜੰਝ ਘਰ ਅੰਦਰਲੇ ਬੋਹੜ ਉੱਤੇ ਰਹਿੰਦੀ ਚੁੜੇਲ ਆਉਂਦੀ ਸੀ। ਛੋਟੇ ਹੁੰਦਿਆਂ ਇਸ ਚੁੜੇਲ ਕਰਕੇ ਪਤਾ ਨਹੀਂ ਕਿੰਨੀ ਵਾਰ ਰਾਤ ਨੂੰ ਉਹਦਾ ਪਜਾਮਾ ਗਿੱਲਾ ਹੋਇਆ ਸੀ। ਇਸ ਚੁੜੇਲ ਦੀ ਦੇਹ ਜਨਾਨਾ ਹੁੰਦੀ ਸੀ ਪਰ ਉਹ ਬਿਲਕੁਲ ਉਹਦੇ ਪਿਓ ਪਿਆਰੇ ਹਲਵਾਈ ਦੀ ਆਵਾਜ਼ 'ਚ ਬੋਲਦੀ ਸੀ। ਲਾਲੀ ਉਹਨਾਂ ਦੀ ਜਮਾਤ ਵਿੱਚ ਹੀ ਤਾਂ ਪੜ੍ਹਦੀ ਸੀ, ਰਹਿੰਦੀ ਵੀ ਉੱਥੇ ਹੀ ਸੀ ਜਿੱਥੋਂ ਖੁਸ਼ਵੰਤ ਦੇ ਘਰ ਵਾਲੀ ਗਲੀ ਥੋੜ੍ਹਾ ਜਿਹਾ ਮੁੜ ਕੇ ਹੋੜਾ ਬਣਾਉਂਦੀ ਹੈ। ਪਰ ਉਹਨੇ ਲਾਲੀ ਨੂੰ ਕਦੇ ਚੰਗੀ ਤਰ੍ਹਾਂ ਗੌਲਿਆ ਨਹੀਂ ਸੀ, ਨਾ ਸਕੂਲ 'ਚ ਨਾ ਗਲੀ 'ਚ ਆਉਂਦਿਆਂ ਜਾਂਦਿਆਂ। ਹੁਣ ਉਹਨੂੰ ਯਾਦ ਆਉਂਦਾ ਕਿ ਡੇ ਕਾਲੀ ਨਿੰਦੋ ਕੇ ਘਰ ਖੇਡਦਿਆਂ ਕਦੇ-ਕਦੇ ਉਹਨੂੰ ਦੇਖਦਾ ਹੁੰਦਾ ਸੀ। ਹੁਣ ਵੀ ਉਹ ਕਦੇ-ਕਦੇ ਗਿਆਨੀ ਚਾਚੇ ਦੇ ਬਕਸੇ ਉੱਤੇ ਫਿਲਮ ਦੇਖਣ ਆਪਣੀ ਭੈਣ ਨਾਲ ਆਉਂਦੀ ਸੀ। ਕਿਸੇ ਹਾਸੇ ਭਰੇ ਦ੍ਰਿਸ਼ ਨੂੰ ਦੇਖ ਕੇ ਸਭ ਤੋਂ ਉੱਚੀ ਉਹੀ ਹੱਸਦੀ। ਬਸ ਖੁਸ਼ਵੰਤ ਨੇ ਕਦੇ ਧਿਆਨ ਨਹੀਂ ਸੀ ਦਿੱਤਾ। ਲਾਲੀ ਦੇ ਪਿਓ ਦੀ ਉਹਨਾਂ ਦੀ ਗਲੀ 'ਚ ਜੁੱਤੀਆਂ ਗੰਢਣ ਤੇ ਬਣਾਉਣ ਦੀ ਛੋਟੀ ਜਿਹੀ ਦੁਕਾਨ ਸੀ। ਲਾਲੀ ਹੋਰੀ 2 ਭੈਣਾਂ ਸਨ ਤੇ 1 ਭਰਾ। ਭੈਣ ਲਾਲੀ ਤੋਂ ਕਾਫੀ ਛੋਟੀ ਸੀ ਤੇ ਭਰਾ ਕਾਫੀ ਵੱਡਾ। ਹੁਣ ਲਾਲੀ ਬਾਰੇ ਸੋਚਦਿਆਂ ਇੱਕੋ ਖਾਸ ਗੱਲ ਖੁਸ਼ਵੰਤ ਨੂੰ ਯਾਦ ਆਈ। ਜਮਾਤ ਵਿੱਚੋਂ ਬਹੁਤਾ ਬੋਲਣ ਵਾਲੀਆਂ ਚੰਚਲ ਕੁੜੀਆਂ 'ਚੋਂ ਨਹੀਂ ਸੀ, ਪਰ ਉਹਦੇ ਬਾਰੇ ਇੱਕ ਘਟਨਾ ਉਹਨੂੰ ਯਾਦ ਹੈ। ਇੱਕ ਦਿਨ ਪੰਜਾਬੀ ਵਾਲੀ ਮੈਡਮ ਨਰਿੰਦਰਪਾਲ ਕੁਝ ਪੜ੍ਹਾ ਰਹੀ ਸੀ। ਸ਼ਾਇਦ ਇਸ ਤਰ੍ਹਾਂ ਦੀ ਕਵਿਤਾ ਉਦੋਂ ਕਾਹਨ ਦੀ ਗੱਲ ਸੁਣਾ ਮੈਨੂੰ ਕਾਹਨੂੰ ਚਿਣਗ ਚੁਆਤੀਆਂ ਲਾਈਆਂ ਨੇ। ਅਚਾਨਕ ਲਾਲੀ ਦਾ ਹਾਸਾ ਨਿਕਲ ਗਿਆ। ਉਹਦੇ ਨਾਲ ਬੈਠੀਆਂ 2 ਹੋਰ ਕੁੜੀਆਂ ਵੀ ਹੱਸ ਪਈਆਂ। ਪਤਾ ਨਹੀਂ ਉਹਨਾਂ ਦੀ ਆਪਸ 'ਚ ਕੀ ਗੱਲ ਹੋਈ ਸੀ। ਮੈਡਮ ਨੇ ਤਿੰਨਾਂ ਨੂੰ ਖੜਾ ਕਰ ਲਿਆ। ਮੈਨੂੰ ਇਹ ਦੱਸੋ, ਤੁਹਾਡੇ ਦੰਦ ਕਿਹੜੀ ਗੱਲੋਂ ਨਿਕਲਦੇ ਆ? ਆਉਂਦਾ ਜਾਂਦਾ ਕੁਝ ਹੈ ਨਹੀਂ ਤੁਹਾਨੂੰ? ਮੈਡਮ ਨੂੰ ਚੰਡੀ ਚੜ੍ਹ ਗਈ ਸੀ। ਉਹ ਆਮ ਤੌਰ 'ਤੇ ਨਿਆਣਿਆਂ ਨੂੰ ਕੁੱਟਦੀ ਨਹੀਂ ਸੀ, ਪਰ ਉਸ ਦਿਨ ਉਹਨੇ ਮੋਨੀਟਰ ਕੋਲੋਂ ਸੋਟੀ ਮੰਗਵਾ ਲਈ। ਸੋਟੀ ਦੇਖ ਕੇ 2 ਕੁੜੀਆਂ ਦਾ ਵੱਖੀਆਂ 'ਚੋਂ ਨਿਕਲਦਾ ਹਾਸਾ ਵੀ ਬੰਦ ਹੋ ਗਿਆ, ਪਰ ਲਾਲੀ ਕੋਲੋਂ ਫੇਰ ਵੀ ਹਾਸੇ ਉੱਤੇ ਕਾਬੂ ਨਾ ਪਿਆ। ਤਿੰਨਾਂ ਦੇ ਹੱਥਾਂ 'ਤੇ 5-5 ਸੋਟੀਆਂ ਵੱਜੀਆਂ। ਸੱਟ ਕਾਰਨ ਉਹਨਾਂ ਦੀਆਂ ਅੱਖਾਂ 'ਚ ਹੰਝੂ ਨਿਕਲ ਆਏ, ਪਰ ਖੁਸ਼ਵੰਤ ਨੂੰ ਲੱਗਾ ਜਿਵੇਂ ਲਾਲੀ ਦੇ ਹੰਝੂ ਅਜੇ ਵੀ ਹੱਸੀ ਜਾ ਰਹੇ ਹੋਣ। ਲਾਲੀ ਦਾ ਭਰਾ ਵੀਰਾ ਪਿਛਲੇ ਕੁਝ ਵਰ੍ਹਿਆਂ ਤੋਂ ਸਿੰਗਾਪੁਰ ਜਾਂ ਮਲੇਸ਼ੀਆ ਵੱਲ ਕਿਤੇ ਨੌਕਰੀ ਕਰਨ ਲੱਗਾ ਹੋਇਆ ਸੀ। ਉਹਦੇ
ਕਰਕੇ ਹੀ ਲਾਲੀ ਦਾ ਘਰ ਕੁਝ ਸੌਖਾ ਹੈ, ਨਹੀਂ ਤਾਂ ਖੁਸ਼ਵੰਤ ਨੇ ਲਾਲੀ ਨੂੰ ਹਮੇਸ਼ਾ ਰੁਲੀ ਖੁਲੀ ਜਿਹੀ ਦੇਖਿਆ ਸੀ। ਜੁੱਤੀਆਂ ਗੰਢ ਕੇ ਉਸ ਪਿੰਡ ਵਿੱਚੋਂ ਕਿੰਨੀ ਕੁ ਕਮਾਈ ਕੀਤੀ ਜਾ ਸਕਦੀ ਸੀ, ਜਿੱਥੇ ਅਜੇ ਸਾਰੇ ਲੋਕ ਜੁੱਤੀਆਂ ਪਾਉਣ ਵੀ ਨਹੀਂ ਸੀ ਲੱਗੇ। ਬਚਪਨ ਤੋਂ ਖੁਸ਼ਵੰਤ ਵੀਰੇ ਨੂੰ ਦੇਖਦਾ ਰਿਹਾ ਸੀ। ਸਾਂਵਲੇ ਜਿਹੇ ਰੰਗ ਦਾ ਮਿਹਨਤੀ ਮੁੰਡਾ ਸੀ ਉਹ। ਸਕੂਲੋਂ ਆਉਂਦਾ ਹੀ ਪੱਲੀ ਦਾਤੀ ਚੁੱਕ ਪਾਲੀਆਂ 2 ਮੱਝਾਂ ਲਈ ਬਾਹਰੋਂ ਘਾਹ ਪੱਠੇ ਲੈਣ ਤੁਰ ਪੈਂਦਾ। ਕਿਸੇ ਨਾਲ ਵੱਧ ਘੱਟ ਗੱਲ ਨਹੀਂ ਸੀ ਕਰਦਾ। ਕਿਸੇ ਰਿਸ਼ਤੇਦਾਰ ਨੇ ਉਹਦੇ ਲਈ ਨੌਕਰੀ ਦਾ ਪ੍ਰਬੰਧ ਕਰਕੇ ਦਿੱਤਾ ਤਾਂ ਉਹ ਵੀ ਇੱਕ ਜਹਾਜ਼ ਦਾ ਸੰਗਲ ਫੜ ਕੇ ਉਹਨਾਂ ਮੁਲਕਾਂ ਵੱਲ ਚਲਾ ਗਿਆ ਜਿੱਧਰ ਇਸ ਧਰਤੀ ਦੇ ਲੋਕ ਸਭ ਤੋਂ ਪਹਿਲਾਂ ਗਏ ਸਨ। ਇਸ ਧਰਤੀ ਦੇ ਲੋਕਾਂ ਦੇ ਪਹਿਲ ਪਲੱਕੜੇ ਵਲੈਤ। 2 ਕੁ ਵਰ੍ਹੇ ਪਹਿਲਾਂ ਉਹ ਇੱਧਰ ਦਾ ਇੱਕ ਗੇੜਾ ਵੀ ਲਾ ਕੇ ਗਿਆ ਸੀ। ਪਹਿਲਾਂ ਨਾਲੋਂ ਬਹੁਤ ਬਦਲਿਆ ਸੀ। ਉਸੇ ਤਰ੍ਹਾਂ ਦੀ ਜੈਕਟ ਉਹਨੇ ਵੀ ਪਾਈ ਹੋਈ ਸੀ ਜਿਸ ਤਰ੍ਹਾਂ ਦੀ ਉਹ ਲੋਕ ਪਾਉਂਦੇ ਸਨ ਜੋ ਜਹਾਜ਼ਾਂ ਦੇ ਸੰਗਲ ਫੜ ਗੋਰੇ ਵਲੈਤਾਂ 'ਚ ਜਾ ਢੁੱਕੇ ਸਨ ਤੇ ਹੁਣ ਕਦੇ ਵਤਨ ਫੇਰੀ ਪਾਉਂਦੇ ਸਨ। ਉਹਨਾਂ ਵਾਂਗ ਹੀ ਉਹ ਪੈਨਾਸੋਨਿਕ ਦੀ ਟੇਪ ਰਿਕਾਰਡ ਵੀ ਲੈ ਕੇ ਆਇਆ ਸੀ, ਜਿਨ੍ਹਾਂ ਦੇ ਘਰ ਦਾ ਕੋਈ ਜਵਾਕ ਜਾਂ ਵੱਡਾ ਜਹਾਜ਼ਾਂ ਦੇ ਸੰਗਲ ਫੜ ਵਲੈਤ ਗਿਆ ਸੀ। ਉਹਨਾਂ ਦੇ ਘਰੋਂ ਟਿੱਕੀ ਦੁਪਹਿਰੇ ਅਕਸਰ ਉੱਚੀ ਆਵਾਜ਼ 'ਚ ਲੱਗੇ ਨਵੇਂ ਚੱਲੇ ਚਮਕੀਲੇ ਦੇ ਗਾਣੇ ਨਹੀਂ 2 ਗਾਣੇ ਸੁਣਿਆ ਕਰਦੇ ਸੀ। ਕੀ ਹੋ ਗਿਆ ਵੇ ਜੱਟਾ, ਕੀ ਹੋ ਗਿਆ, ਲੱਭਦਾ ਫਿਰੇ ਤੂੰ, ਤੇਰਾ ਕੀ ਖੋ ਗਿਆ, ਤੇਰੀ ਮਾਂ ਦੀ ਤਲਾਸ਼ੀ ਲੈਣੀ, ਬਾਪੂ ਸਾਡਾ ਗੁੰਮ ਹੋ ਗਿਆ। ਲਾਲੀ ਦੇ ਘਰੋਂ ਇਹ ਗਾਣੇ ਵੱਜਣ ਦੀ ਆਵਾਜ਼ ਨਹੀਂ ਆਈ, ਪਰ ਵੀਰੇ ਦੀ ਲਿਆਂਦੀ ਮਾਈ ਮੋਹਣੋਂ ਦੀ ਕੈਸੇਟ ਅਕਸਰ ਵੱਜਦੀ ਸੀ। ਲਤੀਫਿਆਂ ਉੱਤੇ ਵੱਜਦੀ ਹਾਸੇ ਦੀ ਟੁਣਕਾਰ 'ਚੋਂ ਕਦੇ ਲਾਲੀ ਦੀ ਆਵਾਜ਼ ਵੀ ਪਛਾਣੀ ਜਾਂਦੀ ਸੀ। ਜਿੰਨੇ ਦਿਨ ਵੀਰਾ ਪਿੰਡ ਰਿਹਾ, ਘਰੋਂ ਬਾਹਰ ਮੁੰਡਿਆਂ ਦੀ ਢਾਣੀ ਵਿੱਚ ਵੀ ਬੈਠਦਾ ਰਿਹਾ। ਪਿਓ ਨੇ ਉਹਨੂੰ ਪੱਠਿਆਂ ਦੱਥਿਆਂ ਲਈ ਪੱਲੀ ਦਾਤੀ ਨਾ ਫੜਨ ਦਿੱਤੀ। ਉਹਨੂੰ ਆਪਣੇ ਮੁੰਡੇ ਦੀ ਹੈਸੀਅਤ ਬਦਲ ਗਈ ਜਾਪੀ ਸੀ ਤੇ ਉਹ ਇਸ ਗੱਲੋਂ ਖੁਸ਼ ਵੀ ਸੀ। ਅਕਸਰ ਉਹ ਆਪਣੀ ਵਿਦੇਸ਼ੀ ਧਰਤੀ ਬਾਰੇ ਮੁੰਡਿਆਂ ਨੂੰ ਕਈ ਗੱਲਾਂ ਦੱਸਦਾ, ਪਰ ਮੁੰਡਿਆਂ ਦਾ ਧਿਆਨ ਉਹਦੀ ਇੱਕੋ ਗੱਲ ਤੇ ਅਟਕ ਗਿਆ ਸੀ ਵੀ ਉੱਥੇ ਇੱਕ ਹਵਾ ਵਾਲੀ ਪਲਾਸਟਿਕ ਦੀ ਗੁੱਡੀ ਮਿਲਦੀ ਆ, ਉਹ ਖਰੀਦ ਲਓ, ਕਿਸੇ ਜਨਾਨੀ ਦੀ ਲੋੜ ਨਹੀਂ ਪੈਂਦੀ, ਪੂਰੀ ਜਨਾਨੀ ਬਣ ਜਾਂਦੀ ਆ। ਇਸ ਗੱਲ ਤੇ ਮੁੰਡੇ ਉਸੇ ਤਰ੍ਹਾਂ ਹੈਰਾਨ ਤੇ ਉਤੇਜਿਤ ਹੋਏ ਸਨ ਜਿਵੇਂ ਉਹ ਪਾਲੇ ਤੇ ਕਰਤਾਰੇ ਦੀਆਂ ਗੱਲਾਂ ਸੁਣ ਕੇ ਹੋਇਆ ਕਰਦੇ ਸਨ। ਉਹਨਾਂ ਦੇ ਤਰਸੇਵੇਂ ਨੂੰ ਇੱਕ ਹੋਰ ਦੇਖਿਆ ਜਾ ਸਕਣ ਵਾਲਾ ਸੁਪਨਾ ਮਿਲਿਆ ਸੀ। ਸੌਖਾ ਜਿਹਾ ਸੁਪਨਾ ਜਿਹਦੇ ਪੂਰਾ ਹੋਣ ਲਈ ਬੋਝੇ 'ਚ ਕੁਝ ਰੁਪਈਆਂ ਦੀ ਹੀ ਲੋੜ ਸੀ। ਵੀਰੇ ਦੇ ਖਾਸ ਯਾਰਾਂ ਨੇ ਤਾਂ ਉਹਦੇ ਨਾਲ ਸਾਈ ਵੀ ਲਾ ਲਈ ਸੀ। ਅਗਲੀ ਵਾਰ ਵੀਰੇ ਨੇ ਉਹਨਾਂ ਲਈ ਇੱਕ ਪਲਾਸਟਿਕ ਦੀ ਗੁੱਡੀ ਲੈ ਕੇ ਆਉਣੀ ਸੀ। ਵੀਰਾ ਕੁਝ ਹਫ਼ਤਿਆਂ ਮਗਰੋਂ ਵਾਪਸ ਮੁੜ ਗਿਆ, ਪਰ ਮੁੰਡਿਆਂ ਕੋਲ ਕਲਪਨਾ ਲਈ ਨਵਾਂ ਮਸਾਲਾ ਆ ਗਿਆ ਸੀ। ਬੇਸ਼ੱਕ ਨਿੱਕੇ ਦੀ ਕਲਪਨਾ ਅਜੇ ਇੱਥੋਂ ਤੱਕ ਨਹੀਂ ਸੀ ਪਹੁੰਚੀ। ਸਕੂਲ ਤੇ ਪਿਓ ਦੀ ਹੱਟੀ ਤੱਕ ਸੀਮਤ ਜ਼ਿੰਦਗੀ ਕੋਲ ਇੱਥੋਂ ਤੱਕ ਫੈਲਣ ਦਾ ਕੋਈ ਰਾਹ ਹੀ ਨਹੀਂ ਸੀ। ਜਿਸ ਨਿਸ਼ਚਿਤ ਰਾਹ ਉੱਤੇ ਉਹ ਰੋਜ਼ ਇੱਕੋ ਵੇਲੇ ਇੱਕੋ ਤਰ੍ਹਾਂ ਲੰਘਦਾ ਸੀ, ਉਸ ਰਾਹ ਉੱਤੇ ਉਹਨੂੰ ਆਪਣੀਆਂ ਕਲਪਨਾਵਾਂ ਲਈ ਲਾਲੀ ਦਿਸ ਗਈ ਸੀ। ਲਾਲੀ ਨੇ ਉਹਦੇ ਜ਼ਿਹਨ ਉੱਤੇ ਹਾਵੀ ਪਿਓ ਨੂੰ ਵੀ ਕੁਝ ਦੇਰ ਲੰਬੇ ਕਰ ਦਿੱਤਾ ਸੀ। ਨਿੱਕੇ ਨੇ ਹੁਣ ਖੁਸ਼ਵੰਤ ਨੂੰ ਦੱਸਿਆ ਸੀ ਕਿ 10ਵੀਂ ਜਮਾਤ ਦੇ ਅਖੀਰ ਵਿੱਚ ਅਚਾਨਕ ਉਹਦੇ ਵੱਧ ਨੰਬਰ ਆਉਣੇ ਸ਼ੁਰੂ ਹੋਏ ਸਨ ਤਾਂ ਉਹਦੀ ਵਜ੍ਹਾ ਲਾਲੀ ਸੀ। ਲਾਲੀ ਦੀਆਂ ਨਜ਼ਰਾਂ 'ਚ ਚੜ੍ਹਨ ਲਈ ਉਹਨੇ ਰੋਜ਼ ਘਰ ਦੇ ਤੇ ਦੁਕਾਨ ਉੱਤੇ ਪੜ੍ਹਨਾ ਸ਼ੁਰੂ ਕਰਤਾ ਸੀ। ਖਾਸ ਤੌਰ ਤੇ ਉਹ ਹਰ ਵੇਲੇ ਹਿਸਾਬ ਦੇ ਸਵਾਲ ਕੱਢਣ ਲੱਗ ਪਿਆ ਸੀ। ਅਲਜਬਰੇ ਦੇ ਫਾਰਮੂਲੇ ਜਿਹੜੇ ਵਿਦਿਆਰਥੀਆਂ ਨੂੰ ਉਲਝਲੂਲ ਕੀੜੇ ਮਕੌੜੇ ਜਾਪਦੇ ਹੁੰਦੇ ਸੀ, ਉਹਨੂੰ ਅਚਾਨਕ ਸਮਝ ਆਉਣੇ ਸ਼ੁਰੂ ਹੋ ਗਏ। ਉਹਨੇ ਤਾਂ ਪਾਇਥਾਗੋਰਸ ਦੀ ਥਿਓਰਮ ਨੂੰ ਵੀ ਘੋਟਾ ਲਾ ਲਿਆ ਸੀ। ਉਹਦੇ 'ਚ ਆਈ ਇਸ ਤਬਦੀਲੀ ਨੂੰ ਕਿਸੇ ਨੇ ਨਹੀਂ ਸੀ ਗੌਲਿਆ, ਨਾ ਲਾਲੀ ਨੇ, ਨਾ ਜਮਾਤ 'ਚ ਕਿਸੇ ਹੋਰ ਨੇ। 10ਵੀਂ ਜਮਾਤ 'ਚ ਇਸ ਤਰ੍ਹਾਂ ਪੜ੍ਹਨਾ ਸਭ ਨੂੰ ਸੁਭਾਵਕ ਹੀ ਲੱਗਦਾ ਸੀ। ਸਿਰਫ ਉਹਦੇ ਪਿਓ ਨੂੰ ਉਹਦੇ ਮੁੰਡੇ ਦਾ ਦੁਕਾਨ ਤੇ ਆਉਣ ਲੱਗ ਪਿਆ ਝੋਲਾ ਸੁਭਾਵਕ ਨਹੀਂ ਸੀ ਲੱਗਾ। ਜਦੋਂ ਵੀ ਉਹਦੀ ਨਜ਼ਰ ਇਸ ਝੋਲੇ ਤੇ ਪੈਂਦੀ, ਉਹ ਅੰਦਰੋਂ ਬੇਚੈਨ ਹੋਣ ਲੱਗਦਾ। ਝੋਲੇ ਉੱਤੇ ਕਿਤੇ ਲੱਗਾ ਥਿੰਦਾ ਉਹਨੂੰ ਆਪਣੇ ਹੱਥਾਂ ਉੱਤੇ ਲੱਗਾ ਮਹਿਸੂਸ ਹੁੰਦਾ। ਉਹ ਬਿਨਾਂ ਕਿਸੇ ਕਾਰਨ ਦੁਕਾਨ ਦਾ ਗੱਲਾ ਖੋਲ ਕੇ ਦੇਖਣ ਲੱਗਦਾ। ਵਿੱਚ ਪਏ ਕੁਝ ਪੈਸੇ ਉਹਨੂੰ ਧਰਵਾਸ ਦਿੰਦੇ ਜਾਪਦੇ ਤੇ ਨਿੱਕੇ ਦੇ ਝੋਲੇ ਬਾਰੇ ਸੋਚਣਾ ਛੱਡ ਦਿੰਦਾ। ਯਾਰ ਮੇਰੀ ਗੱਲ ਕਰਾ ਕਿਸੇ ਤਰ੍ਹਾਂ ਉਹਦੇ ਨਾਲ। ਮਿੰਨਤ ਜਿਹੀ ਨਾਲ ਨਿੱਕੇ ਨੇ ਖੁਸ਼ਵੰਤ ਨੂੰ ਕਿਹਾ ਸੀ, ਤੇਰੇ ਤਾਂ ਘਰ ਕੋਲ ਰਹਿੰਦੀ ਆ। ਖੁਸ਼ਵੰਤ ਨੂੰ ਅਚਾਨਕ ਫੇਰ ਯਾਦ ਆਇਆ ਕਿ ਸੱਚੀ ਲਾਲੀ ਉਹਦੇ ਘਰ ਕੋਲ ਹੀ ਰਹਿੰਦੀ ਸੀ। ਜਿਸ ਗੱਲ ਕਰਾਉਣ ਦੀ ਗੱਲ ਨਿੱਕਾ ਕਰ ਰਿਹਾ ਸੀ, ਉਹ ਗੱਲ ਉਹਨਾਂ ਦੇ ਵੇਲਿਆਂ ਦੀ ਸਭ ਤੋਂ ਰਹੱਸਮਈ ਗੱਲ ਸੀ। ਮੁੰਡੇ ਕੁੜੀਆਂ ਉਸ ਗੱਲ ਲਈ ਤਰਸਦੇ ਰਹਿੰਦੇ ਸੀ ਜਿਹੜੀ ਗੱਲ ਉਹਨਾਂ ਨੇ ਆਪ ਹੀ ਆਪੋ ਵਿੱਚ ਕਰਨੀ ਹੁੰਦੀ ਸੀ, ਪਰ ਨਿੱਕਾ ਇਸ ਗੱਲ ਲਈ ਖੁਸ਼ਵੰਤ ਨੂੰ ਆਪਣਾ ਵਿਚੋਲਾ ਬਣਾ ਰਿਹਾ ਸੀ। 2 ਟਾਪੂਆਂ ਨੂੰ ਆਪੋ 'ਚ ਮਿਲਾਉਣ ਵਾਲਾ ਪੁਲ, ਇਹੀ ਉਹਨਾਂ ਦਿਨਾਂ ਦੀ ਆਮ ਗੱਲ ਸੀ। ਅੱਗੇ ਵੀ ਉਹਨਾਂ ਉਹੀ ਕੀਤਾ ਜੋ ਉਹਨਾਂ ਦਿਨਾਂ ਦੀ ਆਮ ਗੱਲ ਸੀ। ਨਿੱਕੇ ਨੇ ਸੋਹਣੀ ਲਿਖਾਈ ਲਿਖਣ ਦੀ ਕੋਸ਼ਿਸ਼ ਕਰਦਿਆਂ ਇੱਕ ਪ੍ਰੇਮ ਪੱਤਰ ਲਿਖਿਆ।
ਉਸ 'ਚ ਉਹਨੇ ਖਾਸ ਤੌਰ 'ਤੇ 2 ਉਰਦੂ ਦੇ ਸ਼ੇਅਰ ਤੇ 2-3 ਅੰਗਰੇਜ਼ੀ ਦੇ ਵਾਕ ਲਿਖੇ। ਅੰਗਰੇਜ਼ੀ ਦਾ ਇੱਕ ਵਾਕ ਤਾਂ ਆਈ ਲਵ ਯੂ ਹੀ ਸੀ। ਆਈ ਲਵ ਯੂ ਦੀ ਆਈ ਉਹਨੇ ਖਾਸ ਧਿਆਨ ਨਾਲ ਉਸੇ ਤਰ੍ਹਾਂ ਦੀ ਇਟੈਲਿਕਸ ਵਿੱਚ ਲਿਖੀ ਜਿਸ ਤਰ੍ਹਾਂ ਦੀ ਉਹਨਾਂ ਨੂੰ ਅੰਗਰੇਜ਼ੀ ਪੜ੍ਹਾਉਂਦੀ ਸੁਮਨ ਮੈਡਮ ਨੇ ਸਿਖਾਈ ਸੀ। ਇਹ ਤੋਂ ਬਿਨਾਂ ਉਹਨੇ ਖੱਤ ਵਿੱਚ ਕੀ ਲਿਖਿਆ ਸੀ ਖੁਸ਼ਵੰਤ ਨੂੰ ਪਤਾ ਨਾ ਲੱਗ ਸਕਿਆ। ਨਿੱਕੇ ਨੇ ਉਹਨੂੰ ਗੂੰਦ ਲਾ ਕੇ ਚੰਗੀ ਤਰ੍ਹਾਂ ਬੰਦ ਕੀਤੇ ਲਿਫਾਫੇ ਵਿੱਚ ਖੱਤ ਫੜਾਇਆ ਸੀ ਤੇ ਮੁੜ ਕੇ ਲਾਲੀ ਨੇ ਇਹ ਉਹਦੇ ਸਾਹਮਣੇ ਪਾੜ ਕੇ ਸੁੱਟਿਆ ਸੀ। ਪਾੜ ਕੇ ਸੁੱਟੇ ਖੱਤ ਨੂੰ ਚੁੱਕਣ ਦੀ ਉਹਨੂੰ ਹਿੰਮਤ ਨਹੀਂ ਸੀ ਪਈ। ਲਾਲੀ ਤੱਕ ਖੱਤ ਪਹੁੰਚਾਉਣਾ ਖੁਸ਼ਵੰਤ ਲਈ ਖਾਸਾ ਮੁਸ਼ਕਲ ਕੰਮ ਸੀ। ਇਸ ਲਈ ਨਹੀਂ ਕਿ ਉਹਦੇ ਨਾਲ ਸੰਪਰਕ ਕਰਨਾ ਔਖਾ ਸੀ। ਉਹ ਤਾਂ ਤਕਰੀਬਨ ਰੋਜ਼ ਰਾਤ ਨੂੰ ਗਿਆਨੀ ਚਾਚੇ ਦੇ ਘਰ ਬਕਸੇ ਹੁਣ ਲੋਕ ਉਹਨੂੰ ਟੀਵੀ ਆਖਣ ਲੱਗ ਪਏ ਆ। ਹਾਲਾਂਕਿ ਆਖਦੇ ਉਹਨਾਂ ਨੂੰ ਨਾਮਰਾਦ ਟੀਬੀ ਯਾਦ ਆ ਜਾਂਦੀ ਹੈ ਤੇ ਉਹ ਡਰ ਜਾਂਦੇ। ਉੱਤੇ ਆਉਂਦੇ ਲੜੀਵਾਰ ਨਾਟਕ ਹਮ ਲੋਕ ਵੇਖਣ ਆਉਂਦੇ ਸੀ। ਇਸ ਵੇਲੇ ਉਹਨੂੰ ਕਦੇ ਵੀ ਖੱਤ ਫੜਾਇਆ ਜਾ ਸਕਦਾ ਸੀ। ਖੁਸ਼ਵੰਤ ਨੇ ਵੀ ਉਸੇ ਵੇਲੇ ਟੀਵੀ ਦੇਖਣ ਜਾਣਾ ਸ਼ੁਰੂ ਕਰ ਦਿੱਤਾ। ਨਿੱਕੇ ਦਾ ਪ੍ਰੇਮ ਪੱਤਰ ਉਹਦੀ ਜੇਬ 'ਚ ਹੁੰਦਾ। ਇਹ ਨਾਟਕ ਉਹਨੂੰ ਚੰਗਾ ਵੀ ਲੱਗਣਾ ਸ਼ੁਰੂ ਹੋ ਗਿਆ ਸੀ। ਪੀਰ ਸ਼ਾਹ ਇਨਾਇਤ ਦੀ ਮਿਹਰ ਵਾਲੇ ਉਹਨਾਂ ਦੇ ਪਿੰਡ 'ਚ ਵਸਦੇ ਕਈ ਘਰਾਂ ਦੀਆਂ ਗੱਲਾਂ ਹੀ ਉਹਦੇ ਵਿੱਚ ਆਉਂਦੀਆਂ ਸਨ। ਅਖੀਰ 'ਚ ਫਿਲਮਾਂ ਦਾ ਬੁੱਢਾ ਐਕਟਰ ਵੀ ਲੋਕਾਂ ਨਾਲ ਸੋਹਣੀਆਂ ਗੱਲਾਂ ਕਰਕੇ ਜਾਂਦਾ ਸੀ। ਕਹਿੰਦੇ ਨੇ ਕਿ ਉਹਨਾਂ ਦਿਨਾਂ 'ਚ ਹਜ਼ਾਰਾਂ ਮੁੰਡੇ ਕੁੜੀਆਂ ਉਹਨੂੰ ਖੱਤ ਲਿਖਿਆ ਕਰਦੇ ਸਨ। ਹਰ ਖੱਤ 'ਚ ਮਾਪਿਆਂ ਨੂੰ ਉਹਨਾਂ ਦੇ ਪ੍ਰੇਮ ਵਿਆਹ ਲਈ ਰਾਜੀ ਕਰਨ ਦੀ ਬੇਨਤੀ ਕੀਤੀ ਹੁੰਦੀ ਸੀ। ਉਹਨਾਂ ਦਿਨਾਂ ਦੀ ਇਹ ਆਮ ਗੱਲ ਖੁਸ਼ਵੰਤ ਲਈ ਖਾਸਾ ਮੁਸ਼ਕਲ ਕੰਮ ਸੀ। ਅਸਲ 'ਚ ਉਹ ਅੰਦਰੋਂ ਡਰਦਾ ਵੀ ਸੀ। ਅਜੇ ਤੱਕ ਉਹਨੇ ਇਹਨਾਂ ਮਾਮਲਿਆਂ 'ਚ ਉਹਦਾ ਵਾਹ ਕੁੜੀਆਂ ਨਾਲ ਨਹੀਂ ਸੀ ਪਿਆ। ਉਹਨੂੰ ਕੋਈ ਮੌਕਾ ਹੀ ਨਹੀਂ ਸੀ ਮਿਲਿਆ। ਜੇ ਲਾਲੀ ਨੇ ਉਹਦੇ ਥੱਪੜ ਮਾਰ ਦਿੱਤਾ ਤਾਂ ਉਹਨੇ ਸ਼ਰਮ ਨਾਲ ਮਰ ਜਾਣਾ ਸੀ ਤੇ ਜੇ ਉਹਨੇ ਬੀਬੀ ਭਾਪੇ ਨੂੰ ਸ਼ਿਕਾਇਤ ਲਾਤੀ ਤੇ ਭਾਪੇ ਦੀ ਕੁੱਟ ਨਾਲ ਤੇ ਇਹ ਵੀ ਹੋ ਸਕਦਾ ਸੀ ਕਿ ਉਹ ਅਜਿਹਾ ਕੁਝ ਨਾ ਕਰੇ, ਖੱਤ ਨੂੰ ਦੇਖ ਹੱਸਣਾ ਸ਼ੁਰੂ ਕਰ ਦੇ। ਉਸੇ ਤਰ੍ਹਾਂ ਦਾ ਬੇਕਾਬੂ ਹਾਸਾ ਜਿਵੇਂ ਉਸ ਦਿਨ ਜਮਾਤ 'ਚ ਹੱਸੀ ਸੀ। ਕਿਸੇ ਨੂੰ ਹਾਸੇ ਦਾ ਕਾਰਨ ਦੱਸਣ ਲਈ ਵੀ ਉਹਦਾ ਹਾਸਾ ਬੰਦ ਨਾ ਹੋਵੇ। ਪਰ ਜੋ ਵੀ ਹੋਵੇ ਆਖਿਰ ਇੱਕ ਦਿਨ ਉਹਨੇ ਹਿੰਮਤ ਕਰ ਹੀ ਲਈ। ਉਸ ਦਿਨ ਉਹ ਸਾਰਾ ਦਿਨ ਇਹੀ ਗਾਣਾ ਗੁਣਗੁਣਾਉਂਦਾ ਰਿਹਾ ਸੀ, ਯਾਰੀ ਜੱਟ ਦੀ ਤੂਤ ਦਾ ਮੋਛਾ ਕਦੇ ਨਾ ਵਿਚਾਲੋਂ ਟੁੱਟਦੀ। ਲੜੀਵਾਰ ਖਤਮ ਹੋਣ ਬਾਅਦ ਉਹ ਲਾਲੀ ਹੋਰਾਂ ਦੇ ਨਾਲ ਹੀ ਉੱਠ ਪਿਆ। ਗਿਆਨੀ ਚਾਚੇ ਦੇ ਘਰ ਦਾ ਬਾਹਰਲਾ ਦਰਵਾਜ਼ਾ ਡਿਉਢੀ 'ਚ ਖੁੱਲ੍ਹਦਾ ਸੀ। ਇਸ ਡਿਉਢੀ ਵਿਚਲਾ ਬਲਬ ਅਕਸਰ ਬੰਦ ਹੀ ਰਹਿੰਦਾ ਸੀ। ਇਹ ਤੋਂ ਪਹਿਲਾਂ ਕਿ ਲਾਲੀ ਕੁਝ ਸਮਝ ਸਕਦੀ ਉਹਨੇ ਡਿਉਢੀ ਦੇ ਹਨੇਰੇ 'ਚ ਉਹਦੇ ਹੱਥ ਨਿੱਕੇ ਦਾ ਖੱਤ ਦਿੱਤਾ ਤੇ ਦੁੜਕੀ ਹੋ ਗਿਆ ਆਪਣੇ ਘਰ ਜਾ ਵੜਿਆ। ਖੁਸ਼ਵੰਤ ਨੂੰ ਯਾਦ ਹੈ ਕਿ ਸੌਣ ਮਹੀਨੇ ਦੀ ਗੱਲ ਸੀ। 1-2 ਮੀਂਹਾਂ ਬਾਅਦ ਹੀ ਹਵਾ 'ਚੋਂ ਹੁਮਸ ਮਹਿਸੂਸ ਹੋਣ ਲੱਗਾ ਸੀ ਜੋ ਅਕਸਰ ਭਾਦੋਂ 'ਚ ਹੁੰਦਾ ਹੈ। ਲੜੀਵਾਰ ਵੇਖਦਿਆਂ ਹੀ ਉਹਨੂੰ ਹਲਕਾ ਮੁੜਕਾ ਆ ਰਿਹਾ ਸੀ। ਖੱਤ ਫੜਾ ਕੇ ਆਪਣੇ ਘਰ ਸੁਰੱਖਿਅਤ ਪਹੁੰਚਣ ਤੱਕ ਉਹ ਮੁੜਕੇ ਨਾਲ ਪੂਰੀ ਤਰ੍ਹਾਂ ਭਿੱਜ ਚੁੱਕਾ ਸੀ। ਪਰ ਉਹਦੀਆਂ ਉਂਗਲਾਂ ਦੇ ਪੋਟਿਆਂ ਉੱਤੇ ਮੁੜਕੇ ਦੀਆਂ ਬੂੰਦਾਂ ਤੋਂ ਇਲਾਵਾ ਲਾਲੀ ਦੇ ਹੱਥ ਦੀ ਛੋਹ ਵੀ ਲੱਗੀ ਰਹਿ ਗਈ ਸੀ। ਖੱਤ ਫੜਾਉਣ ਦੇ ਉਸ ਇੱਕ ਪਲ ਵਿੱਚ ਹੀ ਉਹਨੇ ਲਾਲੀ ਦੇ ਹੱਥ ਦਾ ਜੋ ਨਿੱਘ ਤੇ ਪੋਲਾਪਣ ਮਹਿਸੂਸ ਕੀਤਾ ਸੀ ਉਹਦੇ ਬਾਰੇ ਸੋਚ ਕੇ ਉਹਨੂੰ ਝੁੰਝੁਣੀ ਆ ਰਹੀ ਸੀ। ਅਗਲੇ ਦਿਨ ਨਿੱਕੇ ਤੇ ਉਹਦੇ ਲਈ ਉਡੀਕ ਕਰਨ ਦੇ ਸਨ। ਲਾਲੀ ਕਿਸ ਤਰ੍ਹਾਂ ਦਾ ਕੀ ਜਵਾਬ ਦਿੰਦੀ ਹੈ, ਸਭ ਲਾਲੀ ਉੱਤੇ ਨਿਰਭਰ ਸੀ। ਉਹਨਾਂ ਆਪਣਾ ਤੀਰ ਚਲਾ ਦਿੱਤਾ ਸੀ। ਖੁਸ਼ਵੰਤ ਬਿਨਾਂ ਨਾਗਾ ਟੀਵੀ ਵੇਖਣ ਜਾਂਦਾ। ਲਾਲੀ ਵੀ ਤਕਰੀਬਨ ਰੋਜ਼ ਆਉਂਦੀ। ਖੁਸ਼ਵੰਤ ਉਹਦਾ ਚਿਹਰਾ ਪੜ੍ਹਨ ਦੀ ਕੋਸ਼ਿਸ਼ ਕਰਦਾ ਪਰ ਉਸ ਚਿਹਰੇ ਉੱਤੇ ਬੇਲਾਗਤਾ ਜਿਹੀ ਦਿਸਦੀ। ਪਤਾ ਨਹੀਂ ਉਹਨੇ ਖੱਤ ਪੜ੍ਹਿਆ ਵੀ ਸੀ ਜਾਂ ਨਹੀਂ, ਜਾਂ ਸ਼ਾਇਦ ਉਹ ਜਵਾਬ ਲਈ ਢੁਕਵੇਂ ਸਮੇਂ ਦਾ ਇੰਤਜ਼ਾਰ ਕਰ ਰਹੀ ਸੀ। ਕਦੇ ਉਹਨੂੰ ਮਹਿਸੂਸ ਹੁੰਦਾ ਲਾਲੀ ਉਹਨੂੰ ਚੋਰ ਅੱਖੀਂ ਵੇਖ ਰਹੀ ਹੈ। ਉਸ ਦਿਨ ਟੀਵੀ ਵੇਖਦਿਆਂ ਬੱਤੀ ਚਲੀ ਗਈ। ਉਨੀ ਦਿਨੀ ਪਿੰਡਾਂ 'ਚ ਬੱਤੀ ਆਉਂਦੀ ਘੱਟ ਤੇ ਜਾਂਦੀ ਵੱਧ ਸੀ ਤੇ ਉਹ ਤਾਂ ਬਰਸਾਤਾਂ ਦੇ ਦਿਨ ਸਨ। ਅੱਜ ਵੀ ਸ਼ਾਮ ਨੂੰ ਮੀਂਹ ਪੈਣ ਤੋਂ ਬਾਅਦ ਹੁਣ ਅਸਮਾਨ ਸਾਫ਼ ਹੋ ਗਿਆ ਸੀ। ਟੀਵੀ ਵੇਖਣ ਆਏ ਸਾਰੇ ਮੁੰਡੇ ਕੁੜੀਆਂ ਇੱਕ ਕਰਕੇ ਉੱਠ ਕੇ ਚਲੇ ਗਏ। ਖੁਸ਼ਵੰਤ ਵੀ ਉੱਠ ਕੇ ਬਾਹਰ ਆ ਗਿਆ। ਅਜੇ ਉਹ ਡਿਉਢੀ 'ਚੋਂ ਬਾਹਰ ਨਿਕਲਿਆ ਹੀ ਸੀ ਕਿ ਉਹਨੂੰ ਆਪਣੇ ਪਿੱਛੇ ਇੱਕ ਆਵਾਜ਼ ਸੁਣਾਈ ਦਿੱਤੀ, ਇੱਧਰ ਆ। ਉਹਨੇ ਦੇਖਿਆ ਲਾਲੀ ਗਲੀ 'ਚ ਭਾਪੇ ਦੀ ਦੁਕਾਨ ਤੋਂ ਉਲਟੀ ਦਿਸ਼ਾ 'ਚ ਖੜੀ ਉਹਨੂੰ ਇਸ਼ਾਰਾ ਕਰਕੇ ਬੁਲਾ ਰਹੀ ਸੀ। ਉਹ ਗੰਭੀਰ ਸੀ, ਹੱਸ ਨਹੀਂ ਸੀ ਰਹੀ। ਇੱਥੋਂ ਇੱਕ ਗਲੀ ਸਿੱਧੀ ਨਿੰਮਾਂ ਵਾਲੀ ਪੱਤੀ ਨੂੰ ਨਿਕਲਦੀ ਸੀ ਪਰ ਲੋਕਾਂ ਦੀ ਇੱਧਰ ਆਵਾਜਾਈ ਘੱਟ ਹੋਣ ਕਾਰਨ ਅਕਸਰ ਇਹ ਗਲੀ ਸੁੰਨਸਾਨ ਹੀ ਹੁੰਦੀ ਸੀ। ਗਲੀ ਦੇ ਚੜ੍ਹਦੇ ਵਾਲੇ ਪਾਸੇ ਖੋਲੇ ਬਣੇ ਢੱਠੇ ਘਰ ਇਹਨੂੰ ਕੁਝ ਡਰਾਉਣਾ ਵੀ ਬਣਾਉਂਦੇ ਸਨ। ਖੁਸ਼ਵੰਤ ਦਾ ਦਿਲ ਧੜਕਿਆ। ਉਹਨੂੰ ਜਾਪਿਆ ਲਾਲੀ ਅੱਜ ਨਿੱਕੇ ਦੇ ਖੱਤ ਦਾ ਜਵਾਬ ਦੇਏਗੀ। ਉਹ ਚੁੱਪਚਾਪ ਲਾਲੀ ਦੇ ਪਿੱਛੇ ਉਸ ਗਲੀ 'ਚ ਚਲਾ ਗਿਆ। ਖੋਲਿਆਂ ਦੀ ਬਾਹਰਲੀ ਢੱਠੀ ਕੰਧ ਦੇ ਐਨ ਉੱਪਰ ਚੰਦ ਚੜਿਆ ਹੋਇਆ ਸੀ, ਜਿਵੇਂ ਮੀਂਹ 'ਚ ਨਹਾਉਣ ਤੋਂ ਬਾਅਦ ਨਿੱਖਰ ਗਿਆ ਹੋਵੇ। ਚੰਦ ਦੀ ਚਾਨਣੀ 'ਚ ਲਾਲੀ ਦਾ ਆਕਾਰ ਚਾਨਣੀ ਰੰਗਾ ਹੀ ਜਾਪਦਾ ਸੀ। ਆ ਕੀ ਆ? ਪਤਾ ਨਹੀਂ ਕਿੱਥੋਂ ਲਾਲੀ ਨੇ ਨਿੱਕੇ ਦਾ ਖੱਤ ਕੱਢ ਕੇ ਉਹਨੂੰ ਪੁੱਛਿਆ।
ਉਹ ਕੀ ਜਵਾਬ ਦਿੰਦਾ? ਉਹਦੀ ਜੀਭ ਤਾਂ ਤਾਲੂ ਨਾਲ ਜਾ ਲੱਗੀ। ਲਾਲੀ ਨੇ ਉਹਦੇ ਸਾਹਮਣੇ ਖੱਤ ਦੇ ਨਿੱਕੇ ਨਿੱਕੇ ਟੁਕੜੇ ਕੀਤੇ, ਗਲੀ ਦੇ ਦੋਹੀਂ ਪਾਸੇ ਵਗਦੀਆਂ ਨਾਲੀਆਂ 'ਚੋਂ ਇੱਕ 'ਚ ਸੁੱਟਤੇ। ਪਾੜ ਕੇ ਸੁੱਟੇ ਖੱਤ ਨੂੰ ਚੁੱਕਣ ਦੀ ਉਹਨੂੰ ਹਿੰਮਤ ਨਹੀਂ ਸੀ ਪਈ। ਜੇ ਹਿੰਮਤ ਪੈ ਵੀ ਜਾਂਦੀ ਤਾਂ ਵੀ ਉਹਨੇ ਨਾਲੀ 'ਚੋਂ ਖੱਤ ਕੱਢਣ ਲਈ ਹੱਥ ਗੰਦੇ ਕਰਨ ਦਾ ਜੋਖਮ ਨਹੀਂ ਸੀ ਉਠਾਉਣਾ। ਮਿਲੇ ਪ੍ਰੇਮ ਪੱਤਰਾਂ ਨੂੰ ਪਾੜ ਕੇ ਸੁੱਟਣਾ ਵੀ ਤਾਂ ਉਹਨਾਂ ਦਿਨਾਂ 'ਚ ਆਮ ਜੀ ਗੱਲ ਸੀ। ਲਾਲੀ ਉਹਦੇ ਵੱਲ ਘੂਰਦੀ ਰਹੀ। ਉਹ ਚੁੱਪਚਾਪ ਨੀਵੀਂ ਪਾ ਖੜਾ ਰਿਹਾ। ਓਏ, ਆਪਣੀ ਗੱਲ ਕਰ। ਲਾਲੀ ਨੂੰ ਜਿਵੇਂ ਉਹੀ ਚੁੜੇਲ ਚੰਬੜੀ ਹੋਈ ਸੀ ਜਿਹੜੀ ਨਿੱਕੇ ਦੇ ਸੁਪਨਿਆਂ 'ਚ ਆਉਂਦੀ ਸੀ। ਉਹਨੇ ਖੁਸ਼ਵੰਤ ਦਾ ਹੱਥ ਫੜ ਕੇ ਆਪਣੇ ਵੱਲ ਖਿੱਚਿਆ ਤੇ ਉਹਦੀ ਗੱਲ ਉੱਤੇ ਆਪਣੇ ਸਿੱਲੇ ਨਿੱਘੇ ਬੁੱਲ ਰੱਖ ਦਿੱਤੇ। ਨਮੀ ਤੇ ਸੇਕ ਖੁਸ਼ਵੰਤ ਨੇ ਇੱਕੋ ਵੇਲੇ ਮਹਿਸੂਸ ਕੀਤੇ, ਪਰ ਇਸ ਤੋਂ ਪਹਿਲਾਂ ਕਿ ਉਹ ਕਿਸੇ ਤਰ੍ਹਾਂ ਦਾ ਹੁੰਗਾਰਾ ਭਰ ਸਕਦਾ, ਲਾਲੀ ਉੱਥੋਂ ਗਾਇਬ ਹੋ ਗਈ ਸੀ। ਜਾਂਦਿਆਂ ਜਾਂਦਿਆਂ ਜਿਵੇਂ ਚੰਦ ਵਾਂਗ ਹੀ ਉਹਦੀਆਂ ਅੱਖਾਂ ਵਿੱਚੋਂ ਵੀ ਨਿਕਲ ਕੇ ਚਾਨਣੀ ਗਲੀ 'ਚ ਖਿਲਰ ਗਈ। ਇਸੇ ਚਾਨਣੀ 'ਚ ਉਹਦਾ ਉਹੀ ਜਾਣਿਆ ਪਛਾਣਿਆ ਹਾਸਾ ਉਹਦੇ ਜਾਣ ਤੋਂ ਕੁਝ ਪਲਾਂ ਬਾਅਦ ਤੱਕ ਵੀ ਗਲੀ 'ਚ ਖਣਕਦਾ ਰਿਹਾ। ਇਹ ਕੀ ਹੋਇਆ ਸੀ? ਖੁਸ਼ਵੰਤ ਦੀ ਸਮਝੋਂ ਬਾਹਰ ਸੀ। ਲਾਲੀ ਨੂੰ ਉਹ ਚੜੇਲ ਕਿਵੇਂ ਚੰਬੜ ਗਈ ਸੀ ਜਿਹੜੀ ਨਿੱਕੇ ਦੇ ਸੁਪਨਿਆਂ 'ਚ ਆਉਂਦੀ ਸੀ? ਸ਼ਾਇਦ ਨਿੱਕੇ ਦੇ ਖੱਤ 'ਚ ਉਹ ਚੜੇਲ ਚੰਬੜੀ ਹੋਵੇ। ਕੀ ਪਤਾ ਜਦੋਂ ਨਿੱਕਾ ਗੂੰਦ ਲਾ ਕੇ ਖੱਤ ਨੂੰ ਚੰਗੀ ਤਰ੍ਹਾਂ ਬੰਦ ਕਰ ਰਿਹਾ ਸੀ, ਉਹਦੀ ਅੱਖ ਬਚਾ ਕੇ ਚੜੇਲ ਲਿਫਾਫੇ 'ਚ ਆ ਵੜੀ ਹੋਵੇ। ਸ਼ਾਇਦ ਰਾਮਾ ਠੀਕ ਹੀ ਆਖਦਾ ਹੁੰਦਾ ਸੀ। ਹੁਣ ਖੁਸ਼ਵੰਤ ਨੂੰ ਪਤਾ ਲੱਗ ਰਿਹਾ ਸੀ। ਜੋ ਵੀ ਹੋਇਆ ਸੀ, ਇੱਕ ਵਾਰ ਤਾਂ ਖੁਸ਼ਵੰਤ ਅੰਦਰੋਂ ਹਿੱਲ ਗਿਆ। ਉਹਦੀ ਗੱਲ ਉੱਤੇ ਆਪਣੇ ਸਿੱਲੇ ਨਿੱਘੇ ਬੁੱਲ ਰੱਖ ਕੇ ਲਾਲੀ ਨੇ ਉਹਦਾ ਅੰਦਰ ਬਾਹਰ ਸਭ ਬਦਲ ਦਿੱਤਾ ਸੀ। ਮਹਿਸੂਸ ਕੀਤੀ ਨਮੀ ਤੇ ਸੇਕ ਤੋਂ ਬਿਨਾਂ ਉਹ ਹੋਰ ਸਭ ਕੁਝ ਭੁੱਲ ਗਿਆ। ਨਿੱਕੇ ਦਾ ਪ੍ਰੇਮ ਪੱਤਰ ਤੇ ਉਹ ਗਾਣਾ ਵੀ, ਯਾਰੀ ਜੱਟ ਦੀ ਤੂਤ ਦਾ ਮੋਛਾ ਕਦੇ ਨਾ ਵਿਚਾਲੋਂ ਟੁੱਟਦੀ, ਸਭ ਕੁਝ ਹਵਾ 'ਚ ਉੱਡ ਗਿਆ। 3-4 ਦਿਨਾਂ ਬਾਅਦ ਜਦੋਂ ਨਿੱਕੇ ਨੇ ਉਹਨੂੰ ਲਾਲੀ ਵੱਲੋਂ ਆਏ ਕਿਸੇ ਜਵਾਬ ਬਾਰੇ ਪੁੱਛਿਆ ਤਾਂ ਬਸ ਇੰਨਾ ਹੀ ਕਹਿ ਸਕਿਆ, ਛੱਡ ਯਾਰ, ਉੱਥੇ ਨਹੀਂ ਗੱਲ ਬਣਨੀ। ਇਸ ਪਿੱਛੋਂ ਨਿੱਕੇ ਨੇ ਕਦੇ ਲਾਲੀ ਬਾਰੇ ਗੱਲ ਨਾ ਛੇੜੀ। ਉਦੋਂ ਵੀ ਨਹੀਂ ਜਦੋਂ ਕਈ ਮਹੀਨਿਆਂ ਬਾਅਦ ਉਹਨੂੰ ਸਤਪਾਲ ਕੋਲੋਂ ਖੁਸ਼ਵੰਤ ਤੇ ਲਾਲੀ ਨਾਲ ਚੱਕਰ ਬਾਰੇ ਪਤਾ ਲੱਗਾ। ਉਹਦਾ ਖੁਰਪਾ ਕੜਾਹੀ ਵਿੱਚ ਨਿਰਵਿਘਨ ਚੱਲਦਾ ਰਿਹਾ। ਉਹਦੀ ਬਣਾਈ ਬਰਫੀ ਤੇ ਵੇਸਣ ਦਾ ਸਵਾਦ ਵੀ ਪਹਿਲਾਂ ਵਰਗਾ ਹੀ ਰਿਹਾ। ਪਰ ਖੁਸ਼ਵੰਤ ਦੇ ਦਿਨ ਪਹਿਲਾਂ ਵਰਗੇ ਨਾ ਰਹੇ। ਉਹਨੂੰ ਸ਼ਹਿਰ ਦੇ ਕਾਲਜ ਜਾਣ ਲੱਗਿਆ ਅਜੇ ਬਹੁਤੇ ਦਿਨ ਨਹੀਂ ਸੀ ਹੋਏ। ਸ਼ਹਿਰ ਦਾ ਮਾਹੌਲ ਉਹਨੂੰ ਅਜੇ ਉਪਰਾ ਲੱਗਦਾ ਸੀ। ਅਜੇ ਉਹ ਬਣੇ ਠਣੇ ਸ਼ਹਿਰੀ ਮੁੰਡਿਆਂ ਵਿਚਕਾਰ ਖੁਦ ਨੂੰ ਹੀਣ ਸਮਝਣ ਦੀ ਮੁੱਢਲੀ ਸਟੇਜ ਉੱਤੇ ਹੀ ਸੀ। ਇਸੇ ਲਈ ਕਾਲਜ ਦੇ ਪੀਰੀਅਡ ਲਾਉਣ ਪਿੱਛੋਂ ਸਿੱਧਾ ਬੱਸ ਅੱਡੇ ਉੱਤੇ ਹੀ ਆਉਂਦਾ। 2:30 ਵਾਲੀ ਬੱਸ ਫੜ ਕੇ ਪਿੰਡ ਆ ਜਾਂਦਾ ਤੇ ਸ਼ਹਿਰ ਦੇ ਬਾਜ਼ਾਰ 'ਚ ਗੇੜੀ ਲਾਉਣੀ ਤੇ ਕੁੜੀਆਂ ਦੀ ਝਾਕ 'ਚ ਬੱਸ ਦਾ ਟਾਈਮ ਮਿਸ ਕਰਨਾ ਉਹਨਾਂ ਨੇ ਬਾਅਦ ਵਿੱਚ ਹਰਪਾਲ ਹੋਰਾਂ ਨਾਲ ਸਾਥ ਬਣਨ ਪਿੱਛੋਂ ਸ਼ੁਰੂ ਕੀਤਾ। ਪਿੰਡ ਆਉਂਦਿਆਂ ਹੀ ਉਹਨੂੰ ਲਾਲੀ ਦੀ ਝਾਕ ਲੱਗ ਜਾਂਦੀ। ਉਹ ਘਰੋਂ ਬਾਹਰ ਨਿਕਲਦਾ। ਭਾਪੇ ਦੀ ਤਿਉੜੀ ਤੇ ਘੂਰ ਬਿਨਾਂ ਕਿਸੇ ਨਤੀਜੇ ਦੇ ਉਹਦੇ ਪਿੱਛੇ ਆਉਂਦੀ। ਉਹ ਇਸ ਤਿਉੜੀ ਤੇ ਘੂਰ ਨੂੰ ਝਕਾਨੀ ਦੇ ਲਾਲੀ ਦੇ ਘਰ ਮੂਹਰੇ ਗੇੜੇ ਦਿੰਦਾ। ਕਦੇ ਲਾਲੀ ਉਹਨੂੰ ਇਸ਼ਾਰਾ ਕਰਦੀ ਤਾਂ ਉਹਨਾਂ ਦੇ ਘਰ ਅੰਦਰ ਜਾ ਵੜਦਾ। ਉਦੋਂ ਲਾਲੀ ਦੇ ਘਰ ਦੇ ਦੁਕਾਨ ਉੱਤੇ ਕੋਈ ਨਹੀਂ ਸੀ ਹੁੰਦਾ। ਘਰ ਦੀ ਇਕਾਂਤ 'ਚੋਂ ਇੱਕ ਦੂਜੇ ਦੇ ਜਿਸਮ ਟੋਂਦੇ, ਜੱਫੀ ਪਾ ਕੇ ਇੱਕ ਦੂਜੇ ਦੀ ਜਿਸਮਾਨੀ ਹੋਂਦ ਨੂੰ ਮਹਿਸੂਸ ਕਰਦੇ, ਇੱਕ ਦੂਜੇ ਨੂੰ ਚੁੰਮਦੇ ਤੇ ਫਿਰ ਕਾਹਲੀ ਨਾਲ ਖੁਸ਼ਵੰਤ ਘਰੋਂ ਨਿਕਲ ਆਉਂਦਾ। ਲਾਲੀ ਦਾ ਨਾਂ ਲਾਲੀ ਸੀ, ਪਰ ਉਹਦਾ ਰੰਗ ਬਹੁਤਾ ਗੋਰਾ ਗੁਲਾਬੀ ਨਹੀਂ ਸੀ। ਛੋਟੇ ਕੱਦ ਦੀ ਉਹ ਇਸ ਧਰਤੀ ਦੀਆਂ ਬਹੁਤੀਆਂ ਕੁੜੀਆਂ ਦੇ ਰੰਗ ਵਾਲੀ ਹੀ ਸੀ, ਪਰ ਉਹਦੇ ਜਿਸਮ 'ਚ ਆਉਂਦੀ ਜਨਾਨਾ ਮਹਿਕ ਖੁਸ਼ਵੰਤ ਨੂੰ ਚੰਗੀ ਲੱਗਦੀ। ਇਸ ਮਹਿਕ ਨੂੰ ਸੁੰਘਣਾ ਉਹਨੂੰ ਉਹ ਉਲੰਘਣਾ ਲੱਗਦੀ ਜੋ ਬੰਦੇ ਦੀ ਹੋਂਦ ਨੂੰ ਹੁਲਾਰਾ ਦੇਣ ਵਾਲੀ ਹੁੰਦੀ ਹੈ। ਪੀਰ ਸ਼ਾਹ ਇਨਾਇਤ ਦੀ ਮਿਹਰ ਵਾਲੇ ਇਸ ਪਿੰਡ ਵਿੱਚ ਜੰਮਣ ਵਾਲੇ ਮੁੰਡੇ ਕੁੜੀਆਂ ਨੂੰ ਇੱਕ ਦੂਜੇ ਨੂੰ ਭੈਣ ਭਰਾ ਸਮਝਣ ਦਾ ਅਲਿਖਤ ਫਰਮਾਨ ਸੀ, ਪਰ ਲਾਲੀ ਦੇ ਜਿਸਮ ਦੀ ਮਹਿਕ ਸਾਹਮਣੇ ਇਸ ਫਰਮਾਨ ਦਾ ਉਹ ਲੀਰਾਂ ਹੋ ਜਾਂਦਾ ਸੀ ਜਿਸ ਉੱਪਰ ਇਹਨੂੰ ਲਿਖਣ ਦੀ ਕਦੇ ਲੋੜ ਨਹੀਂ ਸੀ ਪਈ। ਇਸੇ ਤਰ੍ਹਾਂ ਦਾ ਸਬੱਬ ਕਈ ਵਾਰ ਗਲੀ ਦੇ ਉਹਲੇ 'ਚ ਉਦੋਂ ਬਣਦਾ ਜਦੋਂ ਰਾਤ ਨੂੰ ਬੱਤੀ ਚਲੀ ਜਾਂਦੀ। ਗਿਆਨੀ ਚਾਚੀ ਦੇ ਘਰ ਟੀਵੀ ਦੇਖਣ ਵੇਲੇ ਉਹ ਨੇੜੇ ਬਹਿਣ ਦੀ ਕੋਸ਼ਿਸ਼ ਕਰਦੇ। ਬੱਤੀ ਜਾਣ ਤੇ ਉਹ ਇੱਕ ਦੂਜੇ ਦਾ ਹੱਥ ਫੜ ਲੈਂਦੇ। ਸਾਰੇ ਬੱਤੀ ਆਉਣ ਨੂੰ ਉਡੀਕਦੇ, ਪਰ ਉਹਨਾਂ ਦੀ ਅੰਦਰੋਂ ਦੁਆ ਹੁੰਦੀ, ਕਾਸ਼ ਬੱਤੀ ਕਦੇ ਨਾ ਆਵੇ। ਇਸ ਤਰ੍ਹਾਂ ਦੇ ਸਬੱਬਾਂ ਦੌਰਾਨ ਉਹਨਾਂ ਕੋਲ ਗੱਲਾਂ ਦਾ ਕੋਈ ਸਮਾਂ ਨਹੀਂ ਸੀ ਹੁੰਦਾ। ਸ਼ਾਇਦ ਉਹਨਾਂ ਕੋਲ ਇੱਕ ਦੂਜੇ ਨਾਲ ਕਰਨ ਲਈ ਬਹੁਤੀਆਂ ਗੱਲਾਂ ਹੈ ਵੀ ਨਹੀਂ ਸੀ। 10ਵੀਂ ਪਿੱਛੋਂ ਲਾਲੀ ਦੇ ਘਰ ਬੈਠ ਜਾਣ ਤੇ ਖੁਸ਼ਵੰਤ ਦੇ ਸ਼ਹਿਰ ਪੜ੍ਹਨ ਜਾਣ ਨਾਲ ਉਹਨਾਂ ਦੀ ਦੁਨੀਆ ਬਦਲ ਗਈ ਸੀ। ਖੁਸ਼ਵੰਤ ਵੀ ਉਸ ਨਵੀਂ ਦੁਨੀਆ 'ਚ ਲਾਲੀ ਦਾ ਕੋਈ ਅਰਥ ਨਹੀਂ ਸੀ, ਪਰ ਖੁਸ਼ਵੰਤ ਅਜੇ ਪਿਛਲੀ ਦੁਨੀਆ ਤੋਂ ਮੁਕਤ ਨਹੀਂ ਸੀ ਹੋਣਾ ਚਾਹੁੰਦਾ।
ਲਾਲੀ ਉਹਦੀ ਪੁਰਾਣੀ ਦੁਨੀਆ ਨਾਲ ਜੋੜ ਕੇ ਰੱਖਣ ਵਾਲੀ ਤੰਦ ਸੀ। ਇਸੇ ਲਈ ਉਹਨੇ ਇਸ ਤੰਦ ਨੂੰ ਘੁੱਟ ਕੇ ਫੜ ਲਿਆ ਸੀ। ਹਨੇਰੇ 'ਚ ਹੀ ਕਦੇ-ਕਦੇ ਲਾਲੀ ਉਹਦੀ ਮੁੱਠੀ 'ਚ ਕਾਗਜ਼ ਦਾ ਇੱਕ ਵਰਕਾ ਦੇ ਦਿੰਦੀ। ਇਹ ਸਕੂਲ ਦੀ ਪੁਰਾਣੀ ਕਾਪੀ 'ਚੋਂ ਵਰਕੇ ਪੁੱਟ ਕੇ ਲਿਖਿਆ ਲਾਲੀ ਦਾ ਪ੍ਰੇਮ ਪੱਤਰ ਹੁੰਦਾ। ਉਨੀ ਦਿਨੀ ਪਿੰਡ 'ਚ ਇਸ ਉਮਰ ਦੇ ਪ੍ਰੇਮ ਪੱਤਰ ਇਸੇ ਤਰ੍ਹਾਂ ਲਿਖੇ ਜਾਂਦੇ ਸਨ। ਚਾਨਣੇ 'ਚੋਂ ਆਪਣੇ ਕਾਲਜ ਦੀ ਕਿਤਾਬ 'ਚ ਰੱਖ ਕੇ ਇਹ ਪ੍ਰੇਮ ਪੱਤਰ ਪੜ੍ਹਦਾ। ਇਹੀ ਤਾਂ ਉਹਨਾਂ ਦੀਆਂ ਗੱਲਾਂ ਬਾਤਾਂ ਸਨ, ਜਿਨ੍ਹਾਂ ਨੂੰ ਆਮੋ ਸਾਹਮਣੇ ਬੈਠ ਕੇ ਕਰਨ ਦਾ ਉਹਨਾਂ ਨੂੰ ਸਮਾਂ ਨਹੀਂ ਸੀ ਮਿਲਦਾ। ਸਕੂਲੀ ਵਿਦਿਆਰਥਣ ਵਾਲੀ ਸਾਫ਼ ਸੁਥਰੀ ਲਿਖਾਈ 'ਚ ਲਾਲੀ ਨੇ ਲਿਖਿਆ ਹੁੰਦਾ ਕਿ ਉਹਨੂੰ ਹਰ ਵੇਲੇ ਯਾਦ ਕਰਦੀ ਰਹਿੰਦੀ ਹੈ। ਉਦੋਂ ਵੀ ਜਦੋਂ ਉਹ ਚੌਂਕੇ 'ਚ ਬੈਠੀ ਟੱਬਰ ਦੇ ਜੀਆਂ ਲਈ ਫੁਲਕੇ ਲਾ ਰਹੀ ਹੁੰਦੀ ਹੈ, ਉਦੋਂ ਵੀ ਜਦੋਂ ਵਿਹੜੇ 'ਚ ਬੌਕਰ ਫੇਰ ਰਹੀ ਹੁੰਦੀ ਹੈ, ਉਹ ਖੁਸ਼ਵੰਤ ਦੀ ਨਵੇਂ ਪਾੜਿਆਂ ਵਰਗੀ ਬੰਨੀ ਪੱਗ ਦੀ ਸਿਫਤ ਕਰਦੀ। ਕਦੇ-ਕਦੇ ਉਹ ਪਿੰਡ ਦੇ ਕਿਸੇ ਮੁੰਡੇ ਬਾਰੇ ਵੀ ਦੱਸਦੀ, ਜਿਹਨੇ ਗਲੀ 'ਚੋਂ ਲੰਘਦਿਆਂ ਉਹਨੂੰ ਛੇੜਿਆ ਹੁੰਦਾ। ਵੱਡੇ ਭਾਜੀ ਵੀਰੇ ਦੀ ਬਾਹਰੋਂ ਆਈ ਚਿੱਠੀ ਜਾਂ ਮਾਂ ਨਾਲ ਹੋਈ ਕਿਸੇ ਲੜਾਈ ਦਾ ਵੀ ਕਦੇ-ਕਦੇ ਜ਼ਿਕਰ ਹੁੰਦਾ। ਉਹਦੀ ਜ਼ਿੰਦਗੀ ਇੰਨੀ ਕੁ ਸੀ। ਪ੍ਰੇਮ ਪੱਤਰ ਵੀ ਲਿਖਣ ਵਾਲੇ ਦੀ ਜ਼ਿੰਦਗੀ ਵਰਗੇ ਹੀ ਹੁੰਦੇ ਆ। ਹੁਣ ਇਹ ਗੱਲ ਖੁਸ਼ਵੰਤ ਖੱਤ ਵਿੱਚ ਥਾਂ-ਥਾਂ ਬਣਾਏ ਮੁਸਕਰਾਉਂਦੇ ਚਿਹਰਿਆਂ ਵਾਲੇ ਕਾਰਟੂਨਾਂ ਨੂੰ, ਉਦੋਂ ਅਜੇ ਇਹਨਾਂ ਨੂੰ ਸਮਾਈਲੀ ਨਹੀਂ ਸੀ ਕਹਿੰਦੇ, ਦੇਖ ਕੇ ਵੀ ਸਮਝ ਸਕਦਾ ਸੀ। ਲਾਲੀ ਬਹੁਤ ਸਾਰੇ ਅੱਖਰ ਜੋੜ ਵੀ ਗਲਤ ਲਿਖਦੀ ਸੀ। ਸਿਆਰੀ ਬਿਹਾਰੀ ਦੇ ਫਰਕ ਨੂੰ ਅਕਸਰ ਰਲ ਗੱਡ ਕਰ ਦਿੰਦੀ। ਪੈਰ 'ਚ ਪੈਣ ਵਾਲੇ ਰਾਰੇ ਨੂੰ ਪੂਰਾ ਲਿਖ ਜਾਂਦੀ, ਪਰ ਖੁਸ਼ਵੰਤ ਗਲਤ ਸ਼ਬਦ ਜੋੜਾਂ ਦੇ ਬਾਵਜੂਦ ਸਹੀ ਸ਼ਬਦ ਸਮਝ ਜਾਂਦਾ। ਲਾਲੀ ਦੇ ਗਲਤ ਸ਼ਬਦ ਜੋੜ ਉਹਦੇ ਪ੍ਰੇਮ ਪੱਤਰ ਨੂੰ ਬੇਸੁਆਦਲਾ ਨਾ ਹੋਣ ਦਿੰਦੇ। ਉਹਨੂੰ ਇਹਨਾਂ ਪੁਰਾਣੇ ਵਰਕਿਆਂ ਵਿੱਚੋਂ ਵੀ ਲਾਲੀ ਦੇ ਜਿਸਮ ਦੀ ਮਹਿਕ ਆਉਂਦੀ। ਇਹਨਾਂ ਦੀ ਸਰਸਰਾਹਟ ਵਿੱਚੋਂ ਉਹਦੇ ਹਾਸੇ ਦੀ ਟੁਣਕਾਰ ਸੁਣਦੀ। ਉਹਦੀ ਪੈਂਟ ਦੀ ਜੇਬ 'ਚ ਹਰ ਵੇਲੇ ਲਾਲੀ ਦਾ ਖੱਤ ਹੁੰਦਾ। ਕਾਲਜ ਵਿੱਚ ਵੀ ਉਹ ਬਾਰ-ਬਾਰ ਜੇਬ 'ਚ ਹੱਥ ਪਾ ਇਸ ਖੱਤ ਨੂੰ ਟੋਹਦਾ। ਉਹਨੂੰ ਜਾਪਦਾ ਇਹ ਖੱਤ ਉਹਦੀ ਹੀਣ ਭਾਵਨਾ ਘਟਾ ਰਿਹਾ। ਉਹਦੀ ਆਪਣੀਆਂ ਸ਼ਹਿਰਨ ਜਮਾਤਾਂ ਵੱਲ ਦੇਖਣ ਦੀ ਇੱਛਾ ਦੱਬੀ ਜਾਂਦੀ। ਜਮਾਤ ਅੰਦਰ ਨੋਟਸ ਲੈਣ ਵਾਲੇ ਲਈ ਹੱਥ 'ਚ ਫੜੀਆਂ ਕਾਪੀਆਂ ਉੱਤੇ ਪਕੜ ਕੱਸੀ ਜਾਂਦੀ। ਪਹਿਲੇ ਵਰ੍ਹੇ ਦੇ ਅਖੀਰ ਤੱਕ ਉਹਨਾਂ ਆਪਣੇ ਪਿੰਡ ਦੇ ਮੁੰਡਿਆਂ ਨਾਲ ਗਰੁੱਪ 'ਚ ਘੁੰਮਣਾ ਸ਼ੁਰੂ ਕਰ ਦਿੱਤਾ ਸੀ। ਕਾਲਜ ਤੇ ਕਾਲਜ ਤੋਂ ਬਾਹਰ ਸ਼ਹਿਰ ਵਿੱਚ ਜਿਹੜਾ ਗਰੁੱਪ ਤਕੜਾ ਹੁੰਦਾ, ਉਹਦੇ ਤੋਂ ਹੀ ਸਾਰੇ ਡਰਦੇ। ਹੋਰ ਮੁੰਡੇ ਵੀ ਉਸ ਗਰੁੱਪ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰਦੇ। ਆਮ ਤੌਰ 'ਤੇ ਸ਼ਹਿਰ ਵਿੱਚ ਵੀ ਪਿੰਡਾਂ ਦੇ ਮੁੰਡਿਆਂ ਦਾ ਹੀ ਦਬਦਬਾ ਰਹਿੰਦਾ ਸੀ। ਉਹ ਲੜਨ ਭਿੜਨ ਨੂੰ ਦਲੇਰ ਜਿਹੇ ਹੁੰਦੇ ਸੀ। ਕਾਲਜ ਵਿੱਚ ਤੇ ਕਾਲਜ ਤੋਂ ਬਾਹਰ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਨਾਅਰੇ ਵੱਧ ਲੱਗਦੇ। ਨਾਅਰੇ ਲਾਉਣ ਵਾਲਿਆਂ ਨੇ ਖੁੱਲ੍ਹੇ ਦਾੜਿਆਂ ਨਾਲ ਕੇਸਰੀ ਪੱਗਾਂ ਬੰਨੀਆਂ ਹੁੰਦੀਆਂ। ਆਪਰੇਸ਼ਨ ਨੀਲਾ ਤਾਰਾ ਤੋਂ ਬਾਅਦ ਇਹ ਨਾਅਰੇ ਹਰ ਪਾਸੇ ਫੈਲ ਗਏ ਪ੍ਰਤੀਤ ਹੁੰਦੇ ਸਨ। ਕਦੇ-ਕਦੇ ਕੁਝ ਮੁੰਡੇ ਇਨਕਲਾਬ ਜ਼ਿੰਦਾਬਾਦ ਆਖਣ ਦਾ ਯਤਨ ਵੀ ਕਰਦੇ, ਪਰ ਉਹਨਾਂ ਨੂੰ ਬਹੁਤਾ ਹੁੰਗਾਰਾ ਨਾ ਮਿਲਦਾ। ਉਹਨਾਂ ਦੇ ਪਿੰਡ ਵਾਲੇ ਦਿਆਲੇ ਕਾਮਰੇਡ ਨੇ ਉਹਨਾਂ ਨੂੰ ਦੱਸਿਆ ਸੀ ਕਿ ਕਿਸੇ ਵੇਲੇ ਕਾਲਜ 'ਚ ਮੁੰਡੇ ਸਿਰਫ ਇਨਕਲਾਬ ਜ਼ਿੰਦਾਬਾਦ ਨੂੰ ਹੀ ਹੁੰਗਾਰਾ ਦਿੰਦੇ ਸੀ। ਪਰ ਇਨਕਲਾਬ ਨਾ ਆਉਂਦਿਆਂ ਵੇਖ ਕੇ ਉਹਨਾਂ ਨੇ ਵੀ ਕੇਸਰੀ ਦਸਤਾਰਾਂ ਸਜਾਉਣੀਆਂ ਸ਼ੁਰੂ ਕਰਤੀਆਂ ਸੀ। ਜਾਂ ਇਹਨਾਂ ਦਿਨਾਂ ਦੀ ਹਵਾ ਹੀ ਅਜਿਹੀ ਸੀ। ਇਹ ਸਾਰੇ ਜਦੋਂ ਵੀ ਇਕੱਠੇ ਹੋ ਕੇ ਕਾਲਜੋਂ ਬਾਹਰ ਨਿਕਲਦੇ, ਪੁਲਿਸ ਉਹਨਾਂ ਨੂੰ ਘੇਰ ਲੈਂਦੀ। ਸ਼ਾਇਦ ਪੁਲਿਸ ਉਹਨਾਂ ਵੱਲੋਂ ਕੀਤੀ ਜਾਣ ਵਾਲੀ ਕਿਸੇ ਗੜਬੜ ਨੂੰ ਰੋਕਣਾ ਚਾਹੁੰਦੀ ਹੋਏਗੀ, ਜਾਂ ਉਹਨਾਂ ਨੂੰ ਸੱਚਮੁੱਚ ਇਨਕਲਾਬ ਦੇ ਆਉਣ ਦਾ ਖਤਰਾ ਲੱਗਦਾ ਹੋਵੇਗਾ। ਕੁਝ ਵੀ ਸੀ, ਮੁੰਡਿਆਂ ਨੂੰ ਪੁਲਿਸੀਏ ਚੰਗੇ ਨਾ ਲੱਗਦੇ। ਇਨਕਲਾਬ ਤਾਂ ਨਾ ਆਉਂਦਾ, ਪਰ ਕਦੇ-ਕਦੇ ਜਦੋਂ ਗੜਬੜ ਹੁੰਦੀ ਉਦੋਂ ਕੋਈ ਵੀ ਨਾਅਰਾ ਨਾ ਲੱਗਦਾ। ਨਾ ਬੋਲੇ ਸੋ ਨਿਹਾਲ, ਨਾ ਇਨਕਲਾਬ ਜ਼ਿੰਦਾਬਾਦ। ਮੁੰਡੇ ਇੱਕ ਦੂਜੇ ਨੂੰ ਗੰਦੀਆਂ ਗਾਲਾਂ ਕੱਢਦੇ, ਕਿਰਚਾਂ ਕਿਰਪਾਨਾਂ ਹਾਕਿਆਂ ਨਾਲ ਆਪਸ 'ਚ ਭਿੜ ਜਾਂਦੇ। ਭਿੜਨ ਵਾਲਿਆਂ 'ਚੋਂ ਕਈ ਉਹਨਾਂ ਨੇ ਕਦੇ ਦੇਖੇ ਹੀ ਨਾ ਹੁੰਦੇ। ਸ਼ਾਇਦ ਉਹ ਬਾਹਰੋਂ ਮੰਗ ਉੱਤੇ ਆਏ ਹੁੰਦੇ ਸਨ। ਲੜਾਈ ਵੀ ਫਸਲ ਵੱਢਣ ਵਾਂਗ ਹੀ ਹੁੰਦੀ, ਜਿਸ ਲਈ ਮੰਗ ਪਵਾਈ ਜਾ ਸਕਦੀ ਸੀ। ਲੜਨ ਦਾ ਕਾਰਨ ਵੀ ਕੁਝ ਨੂੰ ਹੀ ਪਤਾ ਹੁੰਦਾ, ਜੋ ਹੌਲੀ-ਹੌਲੀ ਖੁੱਲ੍ਹਦਾ। ਤਕਰੀਬਨ ਸਾਰੀਆਂ ਲੜਾਈਆਂ ਪਿੱਛੇ ਕੋਈ ਨਾ ਕੋਈ ਕੁੜੀ ਨਿਕਲ ਆਉਂਦੀ। ਖੁਸ਼ਵੰਤ ਦੇ ਮਨ ਵਿੱਚ ਉਹ ਚਿੱਤਰ ਅਜੇ ਵੀ ਤਾਜ਼ਾ ਸਨ, ਜਿਹੜੇ ਉਹਨੇ ਜਦੋਂ ਧਿਰ ਉਪਾਵਾਂ ਦੀ ਹੈ ਹਾਰ ਦੀ ਤਾਂ ਜਾਇਜ਼ ਵਰਤੋਂ ਹੈ ਤਲਵਾਰ ਦੀ ਦੀਆਂ ਸਤਰਾਂ ਨਾਲ ਵਾਹੇ ਦੇਖੇ ਸਨ। ਬਚਪਨ ਤੋਂ ਹੁਣ ਤੱਕ ਉਹਨੂੰ ਪਿੰਡ ਵਿੱਚ ਤਲਵਾਰ ਦੀ ਵਰਤੋਂ ਹੁੰਦੀ ਦੇਖਣ ਦਾ ਮੌਕਾ ਨਹੀਂ ਸੀ ਮਿਲਿਆ। ਕਦੇ ਸਬਾਬੀ ਨਹੀਂ ਸੀ ਬਣਿਆ। ਹੁਣ ਸ਼ਹਿਰ 'ਚੋਂ ਲਹਿਰਾਉਂਦੀਆਂ ਤਲਵਾਰਾਂ ਦੇਖਦਾ ਸੀ, ਪਰ ਉਹਨੂੰ ਪਤਾ ਨਹੀਂ ਸੀ ਹੁੰਦਾ ਕਿ ਇੱਥੇ ਉਪਾਵਾਂ ਦੀ ਧਿਰ ਕਿਹੜੀ ਹੈ ਤੇ ਉਹ ਹਾਰੀ ਵੀ ਸੀ ਜਾਂ ਨਹੀਂ। ਉਹਨਾਂ ਦੇ ਪਿੰਡ ਵਾਲਾ ਹਰਪਾਲ, ਜੀਤਾ ਤੇ ਹੋਰ ਵੱਡੇ ਮੁੰਡੇ ਵੀ ਤਲਵਾਰਾਂ ਲਹਿਰਾਉਣ ਵਾਲਿਆਂ 'ਚ ਹੁੰਦੇ ਸਨ। ਦਰਿਆ ਦੇ ਕੰਢੇ ਵਾਲਾ ਉਹਨਾਂ ਦਾ ਇਲਾਕਾ ਲੜਾਕਿਆਂ ਦਾ ਮੰਨਿਆ ਜਾਂਦਾ ਸੀ। ਹਮੇਸ਼ਾ ਦਰਿਆ ਦੀ ਮਾਰ ਹੇਠ ਰਹਿਣ ਵਾਲਿਆਂ ਦਾ ਲੜਾਈ ਪੜ੍ਹਾਈ ਤੋਂ ਬਿਨਾਂ ਸਾਰੀ ਨਹੀਂ ਸੀ ਸਕਦਾ। ਇਸੇ ਲਈ ਇਹ ਹੈਰਾਨੀ ਦੀ ਗੱਲ ਸੀ ਕਿ ਪਾਲੇ ਕਰਤਾਰੇ ਵਰਗਿਆਂ ਦੇ ਪਿੰਡ ਵਿੱਚ ਰਹਿਣ ਦੇ ਬਾਵਜੂਦ ਪਿੰਡ 'ਚ ਪਿਛਲੇ ਕੁਝ ਸਮੇਂ ਤੋਂ ਤਲਵਾਰ ਨਹੀਂ ਸੀ ਚੱਲੀ।
ਖੁਸ਼ਵੰਤ ਨੂੰ ਅਹਿਸਾਸ ਨਹੀਂ ਸੀ ਕਿ ਪੀਰ ਸ਼ਾਹ ਇਨਾਇਤ ਦੀ ਮਿਹਰ ਵਾਲੇ ਉਹਦੇ ਪਿੰਡ ਵਿੱਚ ਕੁਝ ਅਰਸੇ ਬਾਅਦ ਤਲਵਾਰ ਚੱਲਣੀ ਵਾਲੀ ਸੀ। ਉਹ ਤਾਂ ਦਿਨ ਹੀ ਤਲਵਾਰਾਂ ਬੰਦੂਕਾਂ ਸਗੋਂ ਨਵੀਆਂ ਸੋਹਣੀਆਂ AK-47 ਦੇ ਸਨ। ਹਰਪਾਲ ਖੁਸ਼ਵੰਤ ਤੋਂ 3-4 ਵਰ੍ਹੇ ਵੱਡਾ ਸੀ। ਰੋਜ਼ ਸ਼ਹਿਰ ਜਾਣ ਦੇ ਇਹਨਾਂ 3-4 ਵਰ੍ਹਿਆਂ 'ਚੋਂ ਪੇਂਡੂ ਮੁੰਡਿਆਂ ਦੀ ਸ਼ਹਿਰ ਯਾਤਰਾ ਦੇ ਸਾਰੇ ਪੜਾਅ ਪਾਰ ਕਰ ਚੁੱਕਾ ਸੀ। ਹੁਣ ਉਸ ਪੜਾਅ ਉੱਤੇ ਸੀ ਜਦੋਂ ਸ਼ਹਿਰ ਉਹਦੀ ਆਪਣੀ ਜੇਬ ਵਿੱਚ ਸੀ। ਪਿੰਡ 'ਚ ਹਰਪਾਲ ਦਾ ਘਰ ਤਾਰੇ ਕੀ ਪੱਤੀ 'ਚ ਪੈਂਦੇ ਛੱਪੜ ਦੇ ਐਨ ਸਾਹਮਣੇ ਸੀ। ਪਿੰਡ ਤੇ ਮੰਡ ਦੋਹਾਂ ਥਾਵਾਂ ਉੱਤੇ ਉਹਨਾਂ ਕੋਲ 30 ਕਿੱਲੇ ਜ਼ਮੀਨ ਸੀ। ਪਿਓ ਤੇ 2 ਵੱਡੇ ਭਰਾ ਖੇਤੀ ਸਾਂਭ ਰਹੇ ਸਨ। ਤੀਜਾ ਅਮਰੀਕਾ ਵਿੱਚ ਸੀ। ਭਰਾਵਾਂ ਦੇ ਅਨਪੜ੍ਹ ਹੋਣ ਕਾਰਨ ਸਾਰਾ ਹਿਸਾਬ ਹਰਪਾਲ ਹੀ ਦੇਖਦਾ ਸੀ। ਆੜਤੀ ਵੀ ਆਖਰੀ ਗੱਲ ਉਹਦੇ ਨਾਲ ਹੀ ਕਰਦਾ ਸੀ। ਹਰਪਾਲ ਦਾ ਬਟੂਆ ਹਮੇਸ਼ਾ ਨੋਟਾਂ ਨਾਲ ਭਰਿਆ ਰਹਿੰਦਾ, ਪਰ ਉਹ ਯਾਰਾਂ ਦਾ ਯਾਰ ਵੀ ਸੀ। ਇਸੇ ਲਈ ਉਹਨੇ ਯਾਰਾਂ ਉੱਤੇ ਪੈਸੇ ਖਰਚਣ ਵਿੱਚ ਕਦੇ ਕੰਜੂਸੀ ਨਹੀਂ ਸੀ ਕੀਤੀ। ਯਾਰ ਵੀ ਉਹਦੀ ਇੱਕ ਆਵਾਜ਼ ਉੱਤੇ ਕਿਤੇ ਵੀ ਲੜਨ ਲਈ ਪਹੁੰਚ ਜਾਂਦੇ ਸਨ, ਬਿਨਾਂ ਕੋਈ ਕਾਰਨ ਪੁੱਛਿਆ। ਸ਼ਹਿਰ ਜਾਂਦੇ ਸਾਰੇ ਮੁੰਡਿਆਂ ਵਿੱਚੋਂ ਇੱਕ ਹਰਪਾਲ ਕੋਲ ਹੀ ਐਨਫੀਲਡ ਮੋਟਰਸਾਈਕਲ ਸੀ। ਬਹੁਤੀ ਵਾਰ ਉਹ ਇਸ ਮੋਟਰਸਾਈਕਲ ਉੱਤੇ ਹੀ ਸ਼ਹਿਰ ਜਾਂਦਾ ਸੀ, ਪਰ ਜਦੋਂ ਤੋਂ ਧਰਤੀ ਦੀ ਹਕੂਮਤ ਨੇ ਮੋਟਰਸਾਈਕਲ ਸਕੂਟਰ ਉੱਤੇ ਦੂਰੀ ਸਵਾਰੀ ਬੈਠਣ ਤੇ ਪਾਬੰਦੀ ਲਾਈ ਸੀ, ਉਹ ਬੱਸ ਵਿੱਚ ਹੀ ਆਉਣ ਜਾਣ ਲੱਗਾ ਸੀ। ਖੁਸ਼ਵੰਤ ਸਤਪਾਲ ਤਾਂ ਸਹਿਜ ਹੀ ਉਹਦੇ ਨਾਲ ਘੁਲ ਮਿਲ ਗਏ, ਪਰ ਵਿਹੜੇ ਦਾ ਦੇਬਾ ਉਹਦੇ ਕੋਲੋਂ ਖਿੱਚਦਾ ਸੀ। ਖੁਸ਼ਵੰਤ ਨੂੰ ਯਾਦ ਹੈ ਇੱਕ ਦਿਨ ਦੇਬੇ ਸਮੇਤ ਉਹ 4-5 ਮੁੰਡੇ 2:30 ਵਾਲੀ ਬੱਸ ਉਡੀਕ ਰਹੇ ਸੀ ਕਿ ਹਰਪਾਲ ਤੇ ਜੀਤਾ ਆ ਗਏ। ਆਓ ਜ਼ਰਾ ਕਿਤੇ ਜਾ ਕੇ ਆਈਏ, ਜੀਤਾ ਬੋਲਿਆ ਸੀ। ਕਿੱਥੇ? ਆਜੋ ਦੱਸਦੇ ਹਾਂ। ਹਰਪਾਲ ਨੇ ਇਸ਼ਾਰਾ ਕੀਤਾ ਤੇ ਉਹ ਜਿਵੇਂ ਪਹਿਲਾਂ ਵੀ ਕਰਦੇ ਸੀ ਬਿਨਾਂ ਕਿਸੇ ਹੋਰ ਸਵਾਲ ਤੇ ਉਹਨਾਂ ਪਿੱਛੇ ਤੁਰ ਪਏ। ਸਿਰਫ ਦੇਬਾ ਆਪਣੀ ਥਾਂ ਤੋਂ ਨਾ ਹਿੱਲਿਆ। ਗਏ ਸਿਰਫ ਉਹ ਬਾਣੀਆਂ ਬਾਜ਼ਾਰ ਤੱਕ, ਜਿੱਥੇ ਇੱਕ ਦੁਕਾਨ 'ਚ ਬੈਠੇ 2-3 ਮੁੰਡੇ ਹਰਪਾਲ ਹੋਰਾਂ ਨੂੰ ਉਡੀਕ ਰਹੇ ਸੀ। ਹਰਪਾਲ ਨੇ ਉਹਨਾਂ ਨਾਲ ਕੁਝ ਮਿੰਟ ਗੱਲਬਾਤ ਕੀਤੀ ਤੇ ਉਹ ਵਾਪਸ ਮੁੜ ਆਏ। ਦਰਅਸਲ ਹਰਪਾਲ ਨੂੰ ਟੋਲੇ ਵਿੱਚ ਵਿਚਰਨ ਦੀ ਹੀ ਆਦਤ ਸੀ। ਉਹਨੂੰ ਇਕੱਲਾ ਰਹਿਣ ਤੋਂ ਨਫ਼ਰਤ ਸੀ। ਉਹ ਕਿਤੇ ਵੀ ਜਾਂਦਾ ਮੁੰਡਿਆਂ ਦੇ ਟੋਲੇ 'ਚ ਹੀ ਜਾਂਦਾ। ਇਹ ਟੋਲਾ ਉਹਦੀ ਸੁਰੱਖਿਅਤਾ ਵੀ ਸੀ ਤੇ ਟੌਰ ਵੀ। ਇਹ ਵੱਖਰੀ ਗੱਲ ਹੈ ਕਿ ਜਦੋਂ ਉਹਨੂੰ ਘੇਰ ਕੇ ਮਾਰਿਆ ਗਿਆ ਉਦੋਂ ਇਕੱਲਾ ਸੀ, ਮਿਰਜ਼ੇ ਵਾਂਗ ਹੀ। ਉਹਦੀ ਮੌਤ ਉਹਨਾਂ ਦਿਨਾਂ ਵਿੱਚ ਹੋ ਰਹੀਆਂ ਮੌਤਾਂ ਦੀ ਬਹੁਤਾਤ ਵਿੱਚ ਵਧੇਰੇ ਗੌਲੀ ਨਾ ਗਈ। ਮੌਤ ਦੀ ਜਿਹੜੀ ਖੇਡ ਉਹਨੇ ਸ਼ੁਰੂ ਕੀਤੀ ਸੀ, ਉਸੇ ਦਾ ਉਹ ਆਪ ਵੀ ਸ਼ਿਕਾਰ ਹੋ ਗਿਆ ਸੀ। ਟੱਬਰ ਰਿਸ਼ਤੇਦਾਰਾਂ ਤੋਂ ਇਲਾਵਾ ਸਿਰਫ ਯਾਰਾਂ ਮਿੱਤਰਾਂ ਨੇ ਉਹਦਾ ਸੋਗ ਮਨਾਇਆ। ਆਪਣੇ ਮਾਮਿਆਂ ਘਰ ਬੈਠੀ ਪਾਸ਼ੀ ਵੀ ਜ਼ਰੂਰ ਰੋਈ ਹੋਏਗੀ। ਦੇਬੇ ਨੇ ਉਹਦੀ ਮੌਤ ਉੱਤੇ ਚੁੱਪ ਧਾਰਨ ਕਰ ਰੱਖੀ ਸੀ। ਉਸ ਦਿਨ ਵੀ ਉਹਨੇ ਖੁਸ਼ਵੰਤ ਅੱਗੇ ਛੇਤੀ ਜ਼ੁਬਾਨ ਨਹੀਂ ਸੀ ਖੋਲ੍ਹੀ, ਪਰ ਫਿਰ ਜਿਵੇਂ ਬੋਲ ਆਪਣੇ ਆਪ ਹੀ ਉਹਦੇ ਅੰਦਰੋਂ ਨਿਕਲ ਆਏ। ਕਾਕਾ, ਤੁਸੀਂ ਰਹਿੰਦੇ ਹੋ ਜੱਟਾਂ ਕੀ ਪੱਤੀ, ਤੁਹਾਨੂੰ ਕੀ ਪਤਾ ਆਸੇ ਪਾਸੇ ਕੀ ਹੁੰਦਾ? ਤੁਹਾਨੂੰ ਕੀ ਪਤਾ ਆਸੇ ਪਾਸੇ ਕੀ ਹੁੰਦਾ? ਹਰਪਾਲ ਕੀਆਂ ਮੋਟਰਾਂ ਤੇ ਕੀ ਹੁੰਦਾ? ਸਾਡੇ ਵਿਹੜੇ ਦੀਆਂ ਕੁੜੀਆਂ ਜਨਾਨੀਆਂ ਨਾਲ ਜ਼ਰਾ ਕਦੇ ਗਾਮੇ ਨੂੰ ਪੁੱਛ ਲਿਓ, ਉਹਨਾਂ ਦੇ ਕੰਮੀ ਨੂੰ। ਬਸ ਅਸੀਂ ਬੋਲਣ ਜੋਗੇ ਨਹੀਂ ਹੈਗੇ ਕੁਝ, ਕਿਉਂਕਿ ਸਾਡੇ ਪੱਲੇ ਕੱਖ ਨਹੀਂ। ਦੇਬੇ ਦੇ ਬੋਲ ਵੀ ਸ਼ਾਇਦ ਇਸੇ ਲਈ ਅੰਦਰੋਂ ਬਾਹਰ ਨਿਕਲ ਸਕੇ ਸਨ ਕਿਉਂਕਿ ਉਹ ਪਿਛਲੇ ਦਿਨਾਂ 'ਚ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਾਉਣ ਵਾਲੇ ਮੁੰਡਿਆਂ ਦੀਆਂ ਕੁਝ ਮੀਟਿੰਗਾਂ 'ਚ ਗਿਆ ਸੀ। ਪਰ ਯਾਰ, ਕਾਮਰੇਡ ਦਿਆਲ ਨਹੀਂ ਦੇਖਦਾ ਏ? ਉਹ ਕਿਉਂ ਨਹੀਂ ਬੋਲਦਾ? ਉਂਝ ਉਹਦੇ ਮਨ 'ਚ ਇਹ ਨਹੀਂ ਆਇਆ ਕਿ ਪੀਰ ਸ਼ਾਹ ਇਨਾਇਤ ਨਹੀਂ ਦੇਖਦਾ, ਜਿਹਦੀ ਮਿਹਰ ਪੂਰੇ ਪਿੰਡ ਉੱਤੇ ਆ। ਕਾਮਰੇਡ ਪਿੰਡ ਰਹਿੰਦਾ ਹੀ ਕਿੱਥੇ ਆ? ਉਹਨੂੰ ਪਿੰਡ ਖਤਰਾ, ਇਸੇ ਲਈ ਉਹ ਤਾਂ ਕਦੇ ਕਿਤੇ ਤੋਰਾ ਫੇਰਾ ਹੀ ਰੱਖਦਾ ਹੈ ਕਿ ਪੀਰ ਸ਼ਾਹ ਇਨਾਇਤ ਪਿੰਡ ਰਹਿੰਦਾ ਹੁਣ ਜਾਂ ਨਹੀਂ, ਜਿਹਦੀ ਮਿਹਰ ਪੂਰੇ ਪਿੰਡ ਉੱਤੇ ਹੈ। ਪਤਾ ਨਹੀਂ ਕਿਉਂ ਦੇਬੇ ਦੀਆਂ ਗੱਲਾਂ ਸੁਣ ਕੇ ਖੁਸ਼ਵੰਤ ਨੂੰ ਫੇਰ ਰਾਮੇ ਦੀ ਗੱਲ ਯਾਦ ਆਈ। ਕੋਈ ਨਹੀਂ ਪੁੱਤ, ਜਿੱਦਣ ਸਿਰ ਤੇ ਪਈ ਉਦੋਂ ਪਤਾ ਲੱਗੂ, ਦੇਖੀ ਕਿੱਦਾਂ ਸਿਰ ਘੁਮਾਉਂਦਾ ਤੂੰ ਵੀ। ਤੇ ਖੁਸ਼ਵੰਤ ਦਾ ਕੁਝ ਸਿਰ ਤੱਕ ਘੁੰਮਿਆ ਸੀ, ਪਰ ਅਗਲੇ ਹੀ ਦਿਨ ਜਦੋਂ ਹਰਪਾਲ ਨੇ ਉਹਨੂੰ ਮੋਢਿਆਂ ਤੋਂ ਵਲ ਕੇ ਜੱਫੀ ਪਾਉਂਦਿਆਂ ਆਪਣੇ ਵੱਲ ਖਿੱਚਿਆ ਤਾਂ ਫਿਰ ਉਹਦੇ ਨਾਲ ਤੁਰ ਪਿਆ। ਦੇਬੇ ਦੀਆਂ ਦੱਸੀਆਂ ਗੱਲਾਂ ਉੱਥੇ ਹੀ ਪੈਰ ਜਮਾਈ ਖੜੀਆਂ ਰਹੀਆਂ। ਉਹ ਵਰਾ, ਉਸ ਤੋਂ ਅਗਲਾ ਵਰਾ, ਹਰਪਾਲ ਨਾਲ ਉਹਨੇ ਨਵਾਂ ਹੀ ਸ਼ਹਿਰ ਦੇਖਿਆ। ਉਹ ਸ਼ਹਿਰ ਜਿੱਥੋਂ ਕੁਝ ਵੀ ਖਰੀਦਿਆ ਜਾ ਸਕਦਾ, ਬਸ ਤੁਹਾਡੀਆਂ ਜੇਬਾਂ ਹਰਪਾਲ ਵਾਂਗ ਭਰੀਆਂ ਹੋਣੀਆਂ ਚਾਹੀਦੀਆਂ। ਉਹਨੇ ਪਹਿਲੀ ਵਾਰ ਖੁਸ਼ਵੰਤ ਨੂੰ ਜਿੰਨ ਚਖਾਈ, ਡਰਾਈ ਜਿੰਨ। ਹਾਲਾਂਕਿ ਉਹ ਵੀ ਪਾਣੀ ਵਰਗੀ ਚਿੱਟੀ ਤੇ ਤਰਲ ਹੀ ਸੀ। ਹਾਂ, ਸਵਾਦ ਉਹਦਾ ਵਿਸਕੀ ਤੋਂ ਘੱਟ ਕੌੜਾ ਸੀ, ਜਿਹੜੀ ਬਾਅਦ 'ਚੋਂ ਪੀ ਲੈਂਦਾ ਸੀ। ਖੁਸ਼ਵੰਤ ਦੀ ਜੇਬ 'ਚ ਇੰਨੇ ਪੈਸੇ ਨਹੀਂ ਸੀ ਹੁੰਦੇ ਕਿ ਉਹ ਸ਼ਰਾਬ ਪੀਣ ਬਾਰੇ ਸੋਚ ਵੀ ਸਕੇ। ਇਹ ਐਸ਼ ਸਿਰਫ ਹਰਪਾਲ ਨਾਲ ਹੀ ਕੀਤੀ ਜਾ ਸਕਦੀ ਸੀ। 2 ਵਰ੍ਹਿਆਂ ਤੋਂ ਘੱਟ ਅਰਸੇ ਵਿੱਚ ਹੀ ਉਹ ਆਪਣੇ ਆਪ ਨੂੰ ਵੱਡਾ ਮਹਿਸੂਸ ਕਰਨ ਲੱਗਾ ਸੀ। ਇੱਕ ਵਾਰ ਹਰਪਾਲ ਖੁਸ਼ਵੰਤ ਤੇ ਸਤਪਾਲ ਨੂੰ ਲੈ ਕੇ ਰੇਲਵੇ ਰੋਡ ਤੇ ਇੱਕ ਢਾਬੇ 'ਚ ਜਾ ਵੜਿਆ।
ਪੁਰਾਣੇ ਜਿਹੇ ਇਸ ਢਾਬੇ 'ਚ ਮੈਲੀਆਂ ਜਿਹੀਆਂ ਕੁਰਸੀਆਂ ਤੇ ਮੇਜ਼ ਲੱਗੇ ਸਨ। ਢਾਬਾ ਸਾਰਾ ਖਾਲੀ ਸੀ। ਸਿਰਫ ਇੱਕ ਕੋਨੇ ਦੇ ਟੇਬਲ ਉੱਤੇ ਦੋ ਅਧਖੜ ਜਿਹੀਆਂ ਜਨਾਨੀਆਂ ਬੈਠੀਆਂ ਸੀ। ਉਹਨਾਂ ਸਾਹਮਣੇ ਖਾਣ ਨੂੰ ਕੁਝ ਨਹੀਂ ਸੀ। ਉਹ ਜਿਵੇਂ ਕਿਸੇ ਦੀ ਉਡੀਕ 'ਚ ਉੱਥੇ ਬੈਠੀਆਂ ਸੀ। ਆਰਡਰ ਦਿੱਤਾ ਹੋਣਾ ਹੈ, ਅਜੇ ਆਇਆ ਨਹੀਂ ਲੱਗਦਾ, ਖੁਸ਼ਵੰਤ ਨੇ ਸੋਚਿਆ। ਹਰਪਾਲ ਨੇ ਤੰਦੂਰੀ ਰੋਟੀਆਂ ਦੇ ਨਾਲ ਦਾਲ ਮੱਖਣੀ ਦਾ ਆਰਡਰ ਦੇਣ ਪਿੱਛੋਂ ਹੌਲੀ ਆਵਾਜ਼ 'ਚ ਉਹਨਾਂ ਨੂੰ ਦੱਸਿਆ, ਇਹ ਜਿਹੜੀਆਂ ਬੈਠੀਆਂ ਨਾ, ਰੋਟੀ ਖਾਣ ਨਹੀਂ ਆਈਆਂ। ਇਹ ਤਾਂ ਆਪਣੇ ਗਾਹਕ ਲੱਭਣ ਲਈ ਬੈਠੀਆਂ ਇੱਥੇ। ਇਹ ਢਾਬਾ ਇਸੇ ਕੰਮ ਆਸਰੇ ਚੱਲਦਾ। ਮੈਂ ਕਿਹਾ ਤੁਹਾਨੂੰ ਵੀ ਨਵੀਂ ਦੁਨੀਆ ਦੇ ਦਰਸ਼ਨ ਕਰਾ ਦਾਂ। ਇਹਨਾਂ ਸ਼ਬਦਾਂ ਨੇ ਖੁਸ਼ਵੰਤ ਤੇ ਸਤਪਾਲ ਨੂੰ ਚੌਕਸ ਕਰ ਦਿੱਤਾ। ਅਚਾਨਕ ਉਹਨਾਂ ਲਈ ਢਾਬੇ ਅੰਦਰ ਦੀ ਹਰ ਚੀਜ਼ ਸਮੇਤ ਉਹਨਾਂ ਦੋ ਅਧਖੜ ਜਨਾਨੀਆਂ ਦੇ ਬਦਲ ਗਈ। ਉਹ ਚੋਰ ਰੱਖੀ ਉਹਨਾਂ ਜਨਾਨੀਆਂ ਨੂੰ ਗੌਰ ਨਾਲ ਵੇਖਣ ਦੀ ਕੋਸ਼ਿਸ਼ ਕਰਨ ਲੱਗੇ। ਇੱਦਾਂ ਦੀਆਂ ਜਨਾਨੀਆਂ 'ਚ ਕੀ ਖਾਸ ਹੁੰਦਾ ਹੈ, ਉਹਨਾਂ ਨੂੰ ਨਹੀਂ ਸੀ ਪਤਾ। ਪਰ ਇਹ ਜਨਾਨੀਆਂ ਤਾਂ ਉਹਨਾਂ ਨੂੰ ਅਸਲੋਂ ਸਧਾਰਨ ਜਿਹੀਆਂ ਦਿਖ ਰਹੀਆਂ ਸੀ, ਜਿਸ ਤਰ੍ਹਾਂ ਦੀਆਂ ਰੋਜ਼ ਆਪਣੇ ਪਿੰਡੋਂ ਆਉਂਦੀ ਬੱਸ 'ਚ ਵੀ ਦੇਖਦੇ ਸੀ। ਸਸਤੇ ਕੱਪੜੇ ਅੰਦਰ ਵਕਤ ਨਾਲ ਬੇਟਬੇ ਜਿਹੇ ਹੋ ਗਏ ਜਿਸਮਾਂ ਵਾਲੀਆਂ। ਆਲੇ ਦੁਆਲੇ ਦੇ ਪਿੰਡਾਂ 'ਚੋਂ ਹੀ ਆਉਂਦੀਆਂ ਸਾਰੀਆਂ। ਘਰਦਿਆਂ ਤੋਂ ਚੋਰੀ 4 ਪੈਸੇ ਬਣ ਜਾਂਦੇ ਆ ਕਿ। ਹਰਪਾਲ ਉਹਨਾਂ ਨੂੰ ਗਿਆਨ ਦੇ ਰਿਹਾ ਸੀ। ਫਿਰ ਉਹ ਆਪ ਹੀ ਚੁਟਕੀ ਮਾਰਦਿਆਂ ਬੋਲਿਆ, ਇੱਕ ਭੇਤ ਦੀ ਗੱਲ ਦੱਸਾਂ। ਆਪਣੇ ਪਿੰਡ ਦੌਲਕੀ ਕਹਿੰਦੀ ਹੈ ਨਾ ਵੱਡੀ ਕੁੜੀ, ਉਹ ਵੀ ਇੱਥੇ ਆਉਂਦੀ ਆ। ਦੇਖੀ ਨਹੀਂ, ਚੌਥੇ ਕੁ ਦਿਨ ਬੱਸ 'ਚ ਬੈਠੀ ਹੁੰਦੀ ਆ। ਉਹਦਾ ਕਿਹੜਾ ਕਾਲਜ ਹੈ ਇੱਥੇ, ਰੰਗ ਗੋਰਾ ਨਾ ਉਹਦਾ, ਇਸੇ ਲਈ ਚੰਗੇ ਪੈਸੇ ਲੈਂਦੀ ਆ। ਉਹਨਾਂ ਲਈ ਇਹ ਬਿਲਕੁਲ ਨਵਾਂ ਖੇਤਰ ਸੀ, ਇਸ ਲਈ ਬਿਨਾਂ ਕੁਝ ਬੋਲਿਆਂ ਚੁੱਪਚਾਪ ਸੁਣਦੇ ਰਹੇ। ਇੱਕ ਅੱਖ ਦੱਬ ਕੇ ਹਰਪਾਲ ਫੇਰ ਬੋਲਿਆ, ਉਹਦਾ ਵੱਡਾ ਭਰਾ ਨਾ ਜੈਬਾ, ਇੱਕ ਦਿਨ ਉਹ ਵੀ ਇੱਥੇ ਇਸੇ ਕੰਮ ਆ ਗਿਆ। ਸਾਹਮਣੇ ਭੈਣ ਬੈਠੀ ਸੀ। ਲਓ ਜੀ, ਭੈਣ ਭਰਾ ਹੋ ਗਏ ਆਮੋ ਸਾਹਮਣੇ। ਨਾ ਉਹ ਉਹਦੇ ਨਾਲ ਅੱਖ ਮਿਲਾਵੇ, ਨਾ ਉਹ। ਕਹਿ ਕੇ ਹਰਪਾਲ ਹੱਸ ਪਿਆ। ਖੁਸ਼ਵੰਤ ਨੂੰ ਹਾਸਾ ਨਾ ਆਇਆ। ਉਹਨੂੰ ਇਹ ਵੀ ਪਤਾ ਨਹੀਂ ਸੀ ਕਿ ਹਰਪਾਲ ਦੀ ਸੁਣਾਈ ਗੱਲ ਸੱਚੀ ਸੀ ਜਾਂ ਝੂਠੀ, ਪਰ ਉਸ ਲਈ ਇਹ ਨਵੀਂ ਬਾਲਗਾਂ ਦੀ ਦੁਨੀਆ ਸੀ। ਪਿਛਲੇ 2 ਵਰ੍ਹਿਆਂ 'ਚ ਉਹ ਤੇ ਲਾਲੀ ਇੱਕ ਦੂਜੇ ਨਾਲ ਜੋ ਕਰ ਰਹੇ ਸਨ, ਉਹ ਵੀ ਬਾਲਕਾਂ ਦੀ ਦੁਨੀਆ ਨਾਲ ਸੰਬੰਧ ਨਹੀਂ ਸੀ ਰੱਖਦਾ। ਪਰ ਆਪਣੇ ਲਾਲੀ ਨਾਲ ਚੱਕਰ ਤੋਂ ਆਪ ਕਦੇ ਬੇਚੈਨ ਨਹੀਂ ਸੀ ਹੋਇਆ। ਉਹਨੂੰ ਸਭ ਕੁਝ ਬੜਾ ਸੁਭਾਵਕ ਜਿਹਾ, ਕੁਦਰਤੀ ਜਿਹਾ ਲੱਗਦਾ ਸੀ। ਲਾਲੀ ਦੇ ਸਾਥ ਬਾਰੇ ਉਹਨੂੰ ਕਦੇ ਗੁਨਾਹਗਾਰ ਹੋਣ ਦਾ ਅਹਿਸਾਸ ਨਹੀਂ ਸੀ ਹੋਇਆ। ਇਹਦੇ ਉਲਟ ਹਰਪਾਲ ਦੀਆਂ ਅੱਜ ਦੀਆਂ ਗੱਲਾਂ ਨੇ ਉਹਨੂੰ ਬੇਚੈਨ ਕਰ ਦਿੱਤਾ ਸੀ। ਜਿਵੇਂ ਦੇਬੇ ਦੀਆਂ ਗੱਲਾਂ ਸੁਣ ਕੇ ਵੀ ਹਰਪਾਲ ਨਾਲ ਤੁਰ ਪਿਆ ਸੀ, ਉਸੇ ਤਰ੍ਹਾਂ ਉਹ ਅੱਜ ਦੀ ਬੇਚੈਨੀ ਦੇ ਬਾਵਜੂਦ ਹਰਪਾਲ ਦੇ ਪਿੱਛੇ ਪਿੱਛੇ ਬਾਲਗਾਂ ਦੀ ਦੁਨੀਆ ਗਾਉਂਦਾ ਰਿਹਾ। ਅੱਜ ਸ਼ਾਮੀ ਆਈ ਘਰ, ਪਰ ਰਾਤ ਦਾ ਕਹਿ ਕੇ ਆਈ, ਉੱਥੇ ਰਹਿਣਾ। ਆਦਤ ਅਨੁਸਾਰ ਹਰਪਾਲ ਨੇ ਬਿਨਾਂ ਕਿਸੇ ਭੂਮਿਕਾ ਦੇ ਸਿੱਧਾ ਸੱਦਾ ਦਿੱਤਾ ਸੀ। ਕੀ ਹੋ ਗਿਆ, ਇੰਨਾ ਕੁ ਪੁੱਛਣਾ ਖੁਸ਼ਵੰਤ ਨੂੰ ਵਾਜਬ ਲੱਗਾ। ਰਾਤ ਨੂੰ ਫਿਲਮਾਂ ਲਾਉਂਦੇ ਆ VCR ਤੇ। ਸ਼ਾਮ ਨੂੰ ਹਰਪਾਲ ਕਾ ਵਿਹੜਾ ਲੋਕਾਂ ਨਾਲ ਭਰਿਆ ਹੋਇਆ ਸੀ। ਆਂਢੀ ਗੁਆਂਢੀ ਤੇ ਹਰਪਾਲ ਦੇ ਖੇਤਾਂ 'ਚ ਕੰਮ ਕਰਨ ਵਾਲੇ ਕਿੰਨੇ ਬੰਦੇ ਸੀ। ਬੰਦੇ ਹੀ ਨਹੀਂ, ਔਰਤਾਂ ਵੀ। ਪਿੰਡ 'ਚ ਕਦੇ ਕਦੇ ਨਵਾਂ ਟਸ਼ਨ ਹੋਣ ਲੱਗਾ ਸੀ। ਮਿਸਤਰੀਆਂ ਕਿ ਪੱਪੂ ਨੇ ਦੁਬਈ ਤੋਂ ਇਹ VCR ਖਰੀਦ ਕੇ ਲਿਆਂਦਾ ਸੀ ਤੇ ਜਦੋਂ ਉੱਥੇ ਕਿਸੇ ਕੰਪਨੀ 'ਚ ਕੰਮ ਕਰਦਾ ਸੀ। ਖਰੀਦਿਆ ਉਹਨੇ ਘਰ ਲਈ ਸੀ, ਪਰ ਹੁਣ ਉਹ ਇਹਨੂੰ ਕਿਰਾਏ ਤੇ ਦੇਣ ਲੱਗ ਪਿਆ ਸੀ। ਉਹ ਇਸ ਨਵੇਂ ਯੰਤਰ ਨੂੰ TV ਨਾਲ ਜੋੜਦਾ ਤੇ ਇਸ 'ਚ ਦੇਖਣ ਵਾਲੀ ਟੇਪ ਲਾ ਦਿੰਦਾ। TV ਉੱਤੇ ਫਿਲਮਾਂ ਚੱਲਣ ਲੱਗ ਪੈਂਦੀਆਂ। ਹੁਣ ਜ਼ਰੂਰੀ ਨਹੀਂ ਸੀ ਕਿ TV ਉੱਤੇ ਉਹ ਹੀ ਫਿਲਮ ਦੇਖੀ ਜਾਏ ਜੋ ਦੂਰ ਸ਼ਹਿਰੋਂ ਕੋਈ ਹਵਾ 'ਚ ਪਾਉਂਦਾ ਸੀ। ਪੱਪੂ ਲੋਕਾਂ ਨੂੰ ਆਪਣੇ ਘਰ ਲਿਜਾਣ ਲਈ VCR ਕਿਰਾਏ ਉੱਤੇ ਦਿੰਦਾ। ਨਾਲ ਨਵੀਆਂ ਪੁਰਾਣੀਆਂ ਫਿਲਮਾਂ ਦੀਆਂ ਟੇਪਾਂ ਵੀ ਹੁੰਦੀਆਂ। ਉਹਦੀ ਸ਼ਹਿਰ ਦੀ ਇੱਕ ਹੱਟੀ ਨਾਲ ਗੱਲ ਸੀ, ਉੱਥੋਂ ਉਹਨੂੰ ਹਰ ਨਵੀਂ ਆਈ ਫਿਲਮ ਮਿਲ ਜਾਂਦੀ ਸੀ। ਕਈ ਵਾਰ ਉਹ ਆਪਣੇ ਘਰ ਹੀ ਮੁੰਡਿਆਂ ਨੂੰ ਨਵੀਂ ਫਿਲਮ ਲਾ ਕੇ ਵੀ ਦਿਖਾ ਦਿੰਦਾ ਸੀ ਤੇ ਸਿਨੇਮੇ ਵਾਂਗ ਉਹਨਾਂ ਤੋਂ ਟਿਕਟ ਦੇ ਪੈਸੇ ਲੈ ਲੈਂਦਾ। ਪਿੰਡ ਨੂੰ ਸ਼ਹਿਰ ਜਾਣ ਦੀ ਲੋੜ ਨਾ ਪੈਂਦੀ, ਮੁੰਡਿਆਂ ਲਈ ਸ਼ਹਿਰ ਪਿੰਡ 'ਚ ਹੀ ਆ ਜਾਂਦਾ। ਪੱਪੂ ਦੇ ਵਿਆਹ ਉੱਤੇ ਹੀ ਲੋਕਾਂ ਨੇ ਆਪਣੇ ਆਪ ਨੂੰ ਵੀ ਤੁਰਦੀਆਂ ਫਿਰਦੀਆਂ ਮੂਰਤਾਂ 'ਚ ਵੱਟਦੇ ਦੇਖਿਆ ਸੀ। ਉਹਨੇ ਆਪਣੇ ਵਿਆਹ ਦੀ ਵੀਡੀਓ ਫਿਲਮ ਬਣਵਾਈ ਸੀ। ਸ਼ਗਨ ਤੇ ਬਰਾਤ ਵਿੱਚ ਬੰਦੇ ਟੇਪ 'ਚ ਬੰਦ ਹੁੰਦੇ ਗਏ। ਜਨਾਨੀਆਂ ਵੱਲ ਕੈਮਰਾ ਘੁੰਮਦਾ ਤਾਂ ਆਪਣੇ ਮੂੰਹ ਲੁਕੋ ਲੈਂਦੀਆਂ। ਕੈਮਰਾ ਸਗੋਂ ਬਾਰ-ਬਾਰ ਉਹਨਾਂ ਵੱਲ ਨੂੰ ਹੀ ਜਾਂਦਾ ਲੱਗਦਾ। ਸਕੂਲ ਕਾਲਜ 'ਚ ਪੜ੍ਹਦੀਆਂ ਕੁੜੀਆਂ ਨੇ ਵੀ ਸੰਗਦਿਆਂ ਕੈਮਰੇ ਵੱਲ ਨਹੀਂ ਸੀ ਵੇਖਿਆ। ਜਿੱਧਰ ਵੀ ਕੈਮਰੇ ਵਾਲਾ ਜਾਂਦਾ ਨਿਆਣੇ ਅੱਗੇ ਆ ਕੇ ਭੰਗੜਾ ਪਾਉਣ ਲੱਗਦੇ। ਕੁਝ ਦਿਨਾਂ ਬਾਅਦ ਪੱਪੂ ਨੇ ਆਪਣੇ ਘਰ ਦੇ ਵਿਹੜੇ ਵਿੱਚ VCR ਲਾ ਕੇ ਪਿੰਡ ਵਾਲਿਆਂ ਨੂੰ ਫਿਲਮ ਦਿਖਾਈ। ਲੋਕਾਂ ਭਾਣੇ ਬਕਸੇ 'ਚ ਪੱਪੂ ਦਾ ਮੁੜ ਕੇ ਵਿਆਹ ਹੋ ਰਿਹਾ ਸੀ। ਪੱਪੂ ਆਪਣੀ ਨਵਵਿਆਹੀ ਵਹੁਟੀ ਨਾਲ ਪਿੱਛੇ ਡਾਹੇ ਮੰਜੇ ਉੱਤੇ ਬੈਠਾ ਸੀ। ਕੋਲ ਹੀ ਟੱਬਰ ਦੇ ਬਾਕੀ ਜੀਅ ਸਨ। ਲੋਕ ਆਉਂਦੇ ਗਏ, ਡਾਹੇ ਮੰਜਿਆਂ ਤੇ ਬਹਿੰਦੇ ਗਏ। ਨਿਆਣੇ ਅੱਗੇ ਵਿਛਾਈਆਂ ਪੱਲੀਆਂ ਉੱਤੇ ਬਹਿ ਗਏ। ਉਹਨਾਂ ਦਾ ਧਿਆਨ TV ਤੇ ਪਰਦੇ ਉੱਤੇ ਤੇ ਅੱਧਾ ਨਵੀਂ ਵਹੁਟੀ ਵੱਲ ਸੀ, ਪਰ ਜਦੋਂ ਪਰਦੇ ਉੱਤੇ ਉਹਨਾਂ ਨੂੰ ਜਾਣੇ ਪਛਾਣੇ ਚਿਹਰੇ ਦਿਸਣ ਲੱਗੇ ਤਾਂ ਵਹੁਟੀ ਦੇਖਣਾ ਭੁੱਲ ਗਏ। ਆਪਣੇ ਆਪ ਨੂੰ ਤੇ ਆਪਣੇ ਜਾਣੇ ਪਛਾਣੇ ਲੋਕਾਂ ਨੂੰ ਵੀ ਬਕਸੇ 'ਚ ਦੇਖਣਾ ਪਿੰਡ ਲਈ ਇੱਕ ਹੋਰ ਨਵਾਂ ਤਜਰਬਾ ਸੀ।
ਆਪਣਾ ਚਿਹਰਾ ਟੀਵੀ ਉੱਤੇ ਦਿਸਦਿਆਂ ਹੀ ਉਹ ਆਪਣੀ ਸੀਟ ਉੱਤੇ ਬੁੜਕ ਪੈਂਦੇ। ਉਹਨਾਂ ਨੂੰ ਲੱਗਦਾ ਉਹ ਆਪਣੇ ਪ੍ਰੇਤ ਨੂੰ ਵੇਖ ਰਹੇ ਆ। ਸ਼ੀਸ਼ੇ 'ਚ ਆਪਣਾ ਮੂੰਹ ਵੇਖ ਕੇ ਇਦਾਂ ਮਹਿਸੂਸ ਨਹੀਂ ਸੀ ਹੁੰਦਾ। ਉਹ ਤਾਂ ਉਹਨਾਂ ਦਾ ਹੁਣ ਦਾ ਮੂੰਹ ਹੁੰਦਾ ਸੀ ਤੇ ਇੱਥੇ ਉਹ ਜਿਹਨੂੰ ਦੇਖ ਰਹੇ ਸੀ ਉਹ ਤਾਂ ਕੁਝ ਦਿਨ ਪਹਿਲਾਂ ਬੀਤ ਚੁੱਕਾ ਸੀ। ਕੈਮਰਾ ਉਹਨਾਂ ਤੋਂ ਘੁੰਮ ਕੇ ਕਿਤੇ ਹੋਰ ਚਲਾ ਗਿਆ ਹੁੰਦਾ ਤਾਂ ਆਪਣੇ ਆਪ ਨੂੰ ਫਿਰ ਦੇਖਣ ਲਈ ਕਾਹਲੇ ਪੈਣ ਲੱਗਦੇ। ਪਹਿਲੀ ਵਾਰ ਉਹਨਾਂ ਨੂੰ ਆਪਣੇ ਆਪ ਨੂੰ ਵੇਖਣਾ ਜ਼ਰੂਰੀ ਜਾਪਣ ਲੱਗਾ ਸੀ। ਜਿਹੜੇ ਵੀ ਬੰਦੇ ਨੇ ਆਪਣੇ ਆਪ ਨੂੰ ਫਿਲਮ 'ਚ ਘੱਟ ਵੇਖਿਆ ਉਹਨੂੰ ਜਾਪਿਆ ਜਿਵੇਂ ਉਹਨੂੰ ਕੋਈ ਘਾਟਾ ਪੈ ਗਿਆ ਹੋਵੇ। ਉਸੇ ਤਰ੍ਹਾਂ ਜਿਵੇਂ ਵਿਆਹ 'ਚ ਪੈਸੇ ਲੁੱਟਣ ਸਮੇਂ ਘੱਟ ਪੈਸੇ ਹੱਥ ਆਉਣ ਵਾਲੇ ਨੂੰ ਮਹਿਸੂਸ ਹੁੰਦਾ ਸੀ। ਹਰਪਾਲ ਕੇ ਘਰ VCR ਲੱਗਣ ਵਾਲੇ ਦਿਨ ਉਹਨਾਂ ਪਹਿਲੀ ਫਿਲਮ ਦੇਖੀ ਯਾਰੀ ਜੱਟ ਦੀ। ਫਿਲਮ 'ਚੋਂ ਜੱਟਾਂ ਨਾਲੋਂ ਵੱਧ ਸੋਹਣੀ ਜੀ ਗੋਰੀ ਚਿੱਟੀ ਹੀਰੋਇਨ ਨੂੰ ਵੇਖਦੇ ਰਹੇ। ਉਹਨਾਂ ਉਹ ਧਰਤੀ ਵੀ ਦੇਖੀ ਜਿਸ ਉੱਤੇ ਉਹਨਾਂ ਦੀ ਧਰਤੀ ਦੇ ਕਈ ਬੰਦੇ ਜਹਾਜ਼ਾਂ ਦੇ ਸੰਗਲ ਫੜ ਪਹੁੰਚੇ ਸਨ। ਉਹਨਾਂ ਨੂੰ ਹੈਰਾਨੀ ਸੀ ਕਿ ਉੱਥੇ ਉਹਨਾਂ ਦੇ ਪਿੰਡ ਵਾਲੇ ਗੁਰਦੁਆਰਿਆਂ ਵਰਗਾ ਗੁਰਦੁਆਰਾ ਵੀ ਸੀ। ਦੂਜੀ ਫਿਲਮ ਦੂਜੀ ਜ਼ਬਾਨ ਦੀ ਸੀ। ਨਗੀਨਾ ਸੱਪਣੀ ਦੀ ਕਹਾਣੀ ਸੀ ਜੋ ਕਿੰਨੀ ਸੋਹਣੀ ਨਾਰ ਬਣ ਜਾਂਦੀ ਸੀ। ਸਪੇਰੇ ਦੀ ਬੀਨ ਤੇ ਮੈਂ ਤੇਰੀ ਦੁਸ਼ਮਣ ਦੁਸ਼ਮਣ ਤੂੰ ਮੇਰਾ, ਮੈਂ ਨਾਗਨ ਤੂੰ ਸਪੇਰਾ ਗੀਤ ਉੱਤੇ ਜਦੋਂ ਨਾਰ ਥਿਰਕੀ ਤਾਂ ਖੇਤਾਂ 'ਚ ਕੰਮ ਕਰਨ ਵਾਲਿਆਂ ਦੀਆਂ ਨਜ਼ਰਾਂ 'ਚ ਉਹ ਸੱਪ ਮੇਲਣ ਲੱਗੇ ਜਿਨ੍ਹਾਂ ਦੀਆਂ ਸਿਰੀਆਂ ਉਹਨਾਂ ਨੂੰ ਨਿੱਤ ਮਿੱਧਣੀਆਂ ਪੈਂਦੀਆਂ ਸੀ। ਕਿ ਉਹਨਾਂ ਦੀ ਧਰਤੀ ਦੇ ਸੱਪਾਂ 'ਚੋਂ ਵੀ ਕੋਈ ਕਿਸੇ ਦਿਨ ਨਾਰ ਦਾ ਰੂਪ ਵਟਾਊ। ਅਗਲੇ ਕਈ ਦਿਨ ਉਹਨਾਂ ਇਹੀ ਸੁਪਨੇ ਵੇਖਣੇ ਸਨ। ਦੂਜੀ ਫਿਲਮ ਖਤਮ ਹੋਈ ਉਹ ਜਿਵੇਂ ਕਿਸੇ ਸੁਪਨਿਆਂ ਦੀ ਦੁਨੀਆ 'ਚੋਂ ਬਾਹਰ ਆਏ। ਹਰਪਾਲ ਨੇ ਸਾਰਿਆਂ ਨੂੰ ਜਾਣ ਦਾ ਇਸ਼ਾਰਾ ਕੀਤਾ। ਤਕਰੀਬਨ 6 ਘੰਟੇ ਉਹਨਾਂ 2 ਫਿਲਮਾਂ ਦੇਖੀਆਂ। ਤਸੱਲੀ ਜਿਹੀ ਨਾਲ ਸਭ ਘਰੋਂ ਬਾਹਰ ਹੋ ਗਏ। ਸਿਰਫ ਕੁਝ ਮੁੰਡੇ ਬੈਠੇ ਰਹੇ। ਖੁਸ਼ਵੰਤ ਵੀ ਉਹਨਾਂ 'ਚੋਂ ਹੀ ਸੀ। ਹੁਣ ਤੱਕ ਰਾਤ ਅੱਧੀ ਤੋਂ ਵੱਧ ਟੱਪ ਚੁੱਕੀ ਸੀ। ਚੰਗਾ ਮਾਤਾ, ਅਸੀਂ VCR ਦੇ ਆਈਏ, ਹਰਪਾਲ ਨੇ ਕਿਹਾ ਤੇ ਘਰੋਂ ਬਾਹਰ ਹੋ ਗਿਆ। ਉਹਦੇ ਇਸ਼ਾਰੇ ਉੱਤੇ ਉਹਨਾਂ ਦੇ ਕਾਮੇ ਨੇ VCR ਚੁੱਕ ਲਿਆ ਤੇ ਉਹਦੇ ਨਾਲ ਹੀ ਗੇਟੋਂ ਬਾਹਰ ਹੋ ਗਿਆ। ਸਾਰੇ ਮੁੰਡੇ ਉਹਨਾਂ ਦੇ ਪਿੱਛੇ ਪਿੱਛੇ ਤੁਰ ਪਏ। ਹਰਪਾਲ ਸਿੱਧਾ ਰੁਲਦਾ ਸਿੰਘ ਡਾਕਟਰ ਦੇ ਘਰ ਵੱਲ ਗਿਆ ਤੇ ਬੈਠਕ ਦਾ ਬਾਹਰ ਗਲੀ ਵਿੱਚ ਖੁੱਲ੍ਹਦਾ ਦਰਵਾਜ਼ਾ ਹੌਲੀ ਜਿਹੀ ਖੜਕਾਇਆ। ਅੰਦਰ ਜਿਵੇਂ ਜਿੰਦਰ ਇਸ ਖੜਕੇ ਦੀ ਉਡੀਕ ਹੀ ਕਰ ਰਿਹਾ ਸੀ। ਰੁਲਦਾ ਸਿੰਘ ਡਾਕਟਰ ਦੇ ਘਰ TV ਵਾਲਾ ਬਕਸਾ ਇਸ ਬੈਠਕ ਵਿੱਚ ਹੀ ਰੱਖਿਆ ਹੋਇਆ ਸੀ। ਇਹ ਕਮਰਾ ਉਹਨਾਂ ਪ੍ਰਾਹੁਣਿਆਂ ਲਈ ਰਾਖਵਾਂ ਰੱਖਿਆ ਹੋਇਆ ਸੀ, ਪਰ ਅੱਜ ਇੱਥੇ ਜਿੰਦਰ ਇਕੱਲਾ ਸੁੱਤਾ ਹੋਇਆ ਸੀ। ਇਸੇ ਲਈ ਬਿਨਾਂ ਘਰਦਿਆਂ ਨੂੰ ਕੋਈ ਖਬਰ ਹੋਇਆ ਇਹ ਬੈਠਕ ਅਗਲੇ ਫਿਲਮੀ ਸ਼ੋਅ ਲਈ ਸਿਨੇਮਾ ਬਣ ਗਈ। ਹਰਪਾਲ ਨੇ ਇੱਕ ਹੋਰ ਟੇਪ ਕੱਢੀ ਤੇ VCR ਤੇ ਚਲਾ ਦਿੱਤੀ। ਇਸ ਪਿੱਛੋਂ ਸਕਰੀਨ ਤੇ ਜੋ ਦ੍ਰਿਸ਼ ਦੇਖੇ ਗਏ ਉਹਨਾਂ ਦਾ ਵਰਣਨ ਆਪਸ 'ਚ ਕਰਨ ਲੱਗਿਆ ਮੁੰਡਿਆਂ ਨੂੰ ਕਈ ਸ਼ਬਦ ਸੋਚ ਕੇ ਬੋਲਣੇ ਪਏ। ਇਹੋ ਜਿਹੀ ਕੋਈ ਫਿਲਮ ਉਹਨਾਂ ਅਜੇ ਤੱਕ ਨਹੀਂ ਸੀ ਵੇਖੀ। ਉਹਨਾਂ ਨੇ ਕਲਪਨਾ ਵੀ ਨਹੀਂ ਸੀ ਕੀਤੀ ਕਿ ਇੱਦਾਂ ਦੀ ਫਿਲਮ ਬਣ ਵੀ ਸਕਦੀ ਹੈ। ਇਸ ਤੋਂ ਪਹਿਲਾਂ ਬਕਸੇ 'ਚ ਉਹਨਾਂ ਰੁੱਖਾਂ ਓਲੇ ਫੁੱਲ ਹੀ ਆਪੋ 'ਚ ਖਹਿੰਦੇ ਵੇਖੇ ਸਨ, ਪਰ ਇੱਥੇ ਤਾਂ ਬਿਨਾਂ ਕਿਸੇ ਪਰਦੇ ਤੋਂ ਸਭ ਕੁਝ ਨਜ਼ਰਾਂ ਸਾਹਮਣੇ ਸੀ। ਅਲਫਨੰਗਾ ਇਹ ਅਲਫਨੰਗੀਆਂ ਹਰਕਤਾਂ ਵੀ ਉਹਨਾਂ ਦੀ ਕਲਪਨਾ ਤੋਂ ਗਾਂਹਦੀਆਂ ਸਨ। ਫਿਲਮ ਚੱਲਦੀ ਰਹੀ। ਜਦੋਂ ਵੀ ਫਿਲਮ 'ਚ ਗੋਰੇ ਗੋਰੀਆਂ ਕਿਸੇ ਹੋਰ ਹੀ ਜ਼ੁਬਾਨ 'ਚ ਗੱਲਾਂ ਕਰਦੇ ਹਰਪਾਲ ਫਿਲਮ ਅੱਗੇ ਕਰ ਦਿੰਦਾ। ਫਿਰ ਨਵਾਂ ਦ੍ਰਿਸ਼ ਸ਼ੁਰੂ ਹੋ ਜਾਂਦਾ। ਉਤੇਜਨਾ ਦਾ ਨਵਾਂ ਦੌਰ ਚੱਲ ਪੈਂਦਾ। ਉਤੇਜਨਾ ਦੀ ਸਿਖਰ ਉੱਤੇ ਹੌਲੀ ਹੌਲੀ ਮੁੰਡਿਆਂ ਲਈ ਫਿਲਮ ਦੇਖਣੀ ਮੁਹਾਲ ਹੁੰਦੀ ਗਈ। ਉਹ ਇੱਕ ਇੱਕ ਕਰ ਉੱਠ ਕੇ ਬੈਠਕ ਤੋਂ ਬਾਹਰ ਹੁੰਦੇ ਗਏ। ਫਿਲਮ ਮੁੱਕਣ ਤੱਕ ਕਮਰੇ 'ਚ 2-3 ਮੁੰਡੇ ਹੀ ਬਚੇ ਸੀ। ਇਹਨੂੰ ਕਹਿੰਦੇ ਆ ਬਲੂ ਮੂਵੀ। ਦਰਅਸਲ ਇਹ ਹਰਪਾਲ ਵੱਲੋਂ ਸ਼ੋਅ ਖਤਮ ਹੋਣ ਦਾ ਐਲਾਨ ਸੀ। ਕੁਝ ਦਿਨਾਂ ਤੱਕ ਖੁਸ਼ਵੰਤ ਦੇ ਜ਼ਿਹਨ 'ਚ ਉਸ ਫਿਲਮ ਦੇ ਦ੍ਰਿਸ਼ ਹੀ ਘੁੰਮਦੇ ਰਹੇ। ਹੋ ਸਕਦਾ ਸਾਰੇ ਮੁੰਡਿਆਂ ਦੇ ਜ਼ਿਹਨ 'ਚ ਹੀ ਘੁੰਮਦੇ ਰਹੇ ਹੋਣ। ਸਗੋਂ ਇਹ ਸੰਭਾਵਨਾ ਵੱਧ ਹੈ ਕਿ ਕਾਲਜ ਨਾ ਪੜ੍ਹਨ ਵਾਲੇ ਮੁੰਡਿਆਂ ਦੇ ਦਿਮਾਗ ਨੂੰ ਵਧੇਰੇ ਧੱਕਾ ਲੱਗਾ ਹੋਵੇਗਾ। ਪੀਰ ਸ਼ਾਹ ਇਨਾਇਤ ਦੀ ਮਿਹਰ ਵਾਲਾ ਕਿਲੇ ਜਿਹਾ ਇਹ ਪਿੰਡ ਹੁਣ ਵੀਰਵਾਰ ਨੂੰ ਤਕੀਏ ਵੱਜਣ ਵਾਲੇ ਢੋਲ ਵਾਲਾ ਹੀ ਨਹੀਂ ਸੀ ਰਿਹਾ। ਅਦਿੱਖ ਕਿਲੇ ਦੀਆਂ ਬਾਹਰਲੀਆਂ ਕੰਧਾਂ ਤਿੜਕ ਰਹੀਆਂ ਸਨ। ਅੰਦਰਲੇ ਰਾਹ ਗਲੀਆਂ ਵੀ ਪਹਿਲਾਂ ਵਰਗੇ ਰਵਾਂ ਪੱਧਰੇ ਨਹੀਂ ਸਨ ਰਹੇ। ਪਿੰਡ ਵਿੱਚ ਨਾਨਕਸ਼ਾਹੀ ਇੱਟਾਂ ਵਾਲਾ ਕੋਈ ਘਰ ਨਹੀਂ ਸੀ ਬਚਿਆ। ਹੁਣ ਸਭ ਥਾਵਾਂ ਤੇ ਨਵੇਂ ਭੱਠਿਆਂ ਦੀਆਂ ਨਵੀਆਂ ਵੱਡੀਆਂ ਚੌੜੀਆਂ ਇੱਟਾਂ ਵਾਲੇ ਘਰ ਬਣ ਗਏ ਸੀ। ਇਹਨਾਂ ਨਵੇਂ ਬਣ ਰਹੇ ਘਰਾਂ ਦੀਆਂ ਪਲਸਤਰ ਹੋਈਆਂ ਕੰਧਾਂ, ਪੱਕੀਆਂ ਫਰਸ਼ਾਂ ਤੇ ਲੋਹੇ ਦੇ ਗੇਟਾਂ ਦਾ ਸਰਾਪ ਪਿੰਡ ਨੂੰ ਲੱਗਣ ਵਾਲਾ ਸੀ ਜਾਂ ਡਾਕਟਰ ਰੁਲਦਾ ਸਿੰਘ ਦੇ ਘਰ ਮੁੰਡਿਆਂ ਲਈ ਫਿਲਮ ਦੇ ਹੋਏ ਸਪੈਸ਼ਲ ਸ਼ੋਅ ਦਾ। ਇਹ ਗੱਲ ਤਾਂ ਕੋਈ ਜਾਣੀ ਦੱਸ ਸਕਦਾ। ਇਸ ਤਰ੍ਹਾਂ ਦੀ ਬਾਤ ਪਾਉਣ ਵਾਲਾ ਨਹੀਂ। ਇਸ ਬਾਤ ਪਾਉਣ ਵਾਲੇ ਨੂੰ ਤਾਂ ਇਹ ਪਤਾ ਹੈ ਕਿ ਡਾਕਟਰ ਰੁਲਦਾ ਸਿੰਘ ਦੇ ਘਰ ਮੁੰਡਿਆਂ ਲਈ ਫਿਲਮ ਦੇ ਹੋਏ ਸਪੈਸ਼ਲ ਸ਼ੋਅ ਦੇ ਕੁਝ ਦਿਨਾਂ ਬਾਅਦ ਹੀ ਪਿੰਡ ਵਿੱਚ ਕਤਲ ਹੋ ਗਿਆ। ਇਹ ਕਤਲ ਹਰਪਾਲ ਦਾ ਨਹੀਂ ਸੀ। ਹਰਪਾਲ ਦੇ ਕਤਲ ਤੱਕ ਜਾਂਦੀ ਲੜੀ ਦਾ ਸ਼ੁਰੂਆਤੀ ਕਤਲ ਸੀ।
ਅੰਗ ਚੌਥਾ। ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ, ਸਭ ਦਾ ਭਲਾ, ਤੇਰਿਆਂ ਬੱਚਿਆਂ ਦਾ ਭਲਾ, ਧਰਮ ਦੀ ਜੈ ਜੈਕਾਰ, ਚਲਦੇ ਰਹਿਣ ਤੇਰੇ ਕੰਮਕਾਰ। ਗਣੇਸ਼ ਮਹਾਦੇਵ 10ਵੀਂ ਪਾਤਸ਼ਾਹੀ, ਉਸ ਖੁਦਾ ਦੀ ਰਹਿਮਤ, ਦੁੱਧੀ ਨਹਾ ਪੁੱਤੀ ਫਲਾ, ਬੱਚਿਆਂ ਵਾਲਿਆ ਧਰਮਾਂ ਸੱਚਿਆਂ ਵਾਲਿਆ, ਦੇ ਮਾਈ ਅੰਨ ਬਾਬੇ ਨੂੰ, ਅਫਸਰ ਪੁੱਤ ਜੀਂਦੇ ਵਸਦੇ ਰਹਿਣ। ਖੁਸ਼ਵੰਤ ਖਾਸ ਰਿਦਮ 'ਚ ਉਚਾਰੀਆਂ ਜਾ ਰਹੀਆਂ ਅਸੀਸਾਂ ਵਾਲੀ ਇਸ ਬਰੀਕ ਆਵਾਜ਼ ਨੂੰ ਪਛਾਣਦਾ ਸੀ। ਇਹ ਬੁੱਢਾ ਭਿਖਾਰੀ ਉਹਨਾਂ ਦੀ ਗਲੀ ਵਿੱਚ ਵੀ ਆਉਂਦਾ ਹੈ। ਉਹ ਸ਼ਨੀ ਦੇ ਨਾਂ ਉੱਤੇ ਭੀਖ ਨਹੀਂ ਮੰਗਦਾ, ਪਰ ਅਕਸਰ ਆਉਂਦਾ ਸ਼ਨਿਚਰਵਾਰ ਹੀ ਹੈ। ਪਰ ਅੱਜ ਸ਼ਨੀਵਾਰ ਨਹੀਂ, ਸ਼ੁੱਕਰਵਾਰ ਹੈ। ਉਹ ਸੋਚਦਾ ਹੈ, ਹੋ ਸਕਦਾ ਹੈ ਇਹ ਭਿਖਾਰੀ ਹੋਰ ਦਿਨਾਂ 'ਚ ਵੀ ਆਉਂਦਾ ਹੋਵੇ, ਉਹਨੇ ਹੀ ਇਹਨੂੰ ਸਿਰਫ ਸ਼ਨਿਚਰਵਾਰ ਦੇਖਿਆ ਹੋਵੇ। ਕਵਿਤਾ ਹਮੇਸ਼ਾ ਸ਼ਨਿਚਰਵਾਰ ਨੂੰ ਸ਼ਨੀਵਾਰ ਰੱਖਦੀ ਹੈ, ਪਰ ਉਹਦੀ ਜੀਭ ਉੱਤੇ ਸ਼ਨਿਚਰਵਾਰ ਹੀ ਚਿੰਬੜਿਆ ਹੋਇਆ ਹੈ। ਜਿਵੇਂ ਉਹ ਪਿੰਡ ਆਖਿਆ ਕਰਦੇ ਸਨ, ਸ਼ਬਦ ਉਦੋਂ ਬਦਲਦੇ ਹਨ ਜਦੋਂ ਤੁਹਾਡੀਆਂ ਸਥਿਤੀਆਂ ਤੇ ਤੁਹਾਡਾ ਸੋਚਣ ਦਾ ਤਰੀਕਾ ਬਦਲਦਾ ਹੈ। ਖੁਸ਼ਵੰਤ ਨੂੰ ਪਤਾ ਹੈ ਕਿ ਹੁਣ ਉਹ ਖੁਸ਼ਵੰਤ ਨਹੀਂ ਜੋ ਪੀਰ ਸ਼ਾਹ ਇਨਾਇਤ ਦੀ ਮਿਹਰ ਵਾਲੇ ਪਿੰਡ ਰਹਿੰਦਿਆਂ ਹੁੰਦਾ ਸੀ, ਪਰ ਪਿੰਡ ਦਾ ਇੱਕ ਹਿੱਸਾ ਤਾਂ ਅਜੇ ਵੀ ਉਹਦੀ ਜੀਭ ਉੱਤੇ ਉਵੇਂ ਹੀ ਪਿਆ। ਕਈ ਵਾਰ ਇਹਦੇ ਵਿੱਚੋਂ ਪਿੰਡ ਵਾਲਾ ਸਵਾਦ ਵੀ ਆਉਣਾ ਸ਼ੁਰੂ ਹੋ ਜਾਂਦਾ ਹੈ। ਬਰੀਕ ਆਵਾਜ਼ ਵਾਲਾ ਬੁੱਢਾ ਭਿਖਾਰੀ ਅਸੀਸਾਂ ਉਸੇ ਤਰ੍ਹਾਂ ਲੁਟਾ ਰਿਹਾ ਸੀ ਜਿਵੇਂ ਵਿਆਹ 'ਚ ਮੁੰਡੇ ਦਾ ਪਿਓ ਭਾਨ ਲੁਟਾਉਂਦਾ ਹੈ। ਲੁੱਟਦਾ ਆਪਣਾ ਸਮਾਨ ਲੈ ਕੇ ਉਹ ਕਰੋਲ ਬਾਗ ਤੋਂ ਨਗਰ ਸੁਧਾਰ ਟਰਸਟ ਦੀ ਯੋਜਨਾਬੱਧ ਕਾਲੋਨੀ ਵੱਲ ਚਲਾ ਗਿਆ। ਖੁਸ਼ਵੰਤ ਦੇ ਦਿਲ ਨੇ ਵੀ ਫਿਲਹਾਲ ਉਗੜ ਦੁਗੜੇ ਕਰੋਲ ਬਾਗ ਵਿਚਲੇ ਆਪਣੇ ਘਰ ਵੱਲ ਜਾਣ ਤੋਂ ਇਨਕਾਰ ਕਰ ਦਿੱਤਾ। ਸ਼ਹਿਰ ਦੇ ਇਸ ਮੁਕਾਬਲਤਨ ਸ਼ਾਂਤ ਹਿੱਸੇ ਤੇ ਲੁੱਟ ਦੀਆਂ ਅਸੀਸਾਂ ਨੇ ਉਹਦੇ ਦਿਲ ਨੂੰ ਕੁਝ ਢਾਰਸ ਬਣਾ ਦਿੱਤੀ ਸੀ। ਠੰਡੇ ਦਿਲ ਨੇ ਉਹਨੂੰ ਦਰਿਆਈ ਘੋੜੇ ਵਰਗੇ ਪ੍ਰਿੰਸੀਪਲ ਭਾਰਦਵਾਜ ਦੀ ਯਾਦ ਕਰਵਾ ਦਿੱਤੀ। ਬੇਸ਼ੱਕ ਉਹਨੇ ਆਪ ਖੁਸ਼ਵੰਤ ਨੂੰ ਫੋਨ ਨਹੀਂ ਸੀ ਕੀਤਾ, ਪਰ ਹੁਣ ਜਦੋਂ ਖੁਸ਼ਵੰਤ ਦਾ ਤਾਪ ਲਗਭਗ ਲੱਥ ਚੁੱਕਾ ਸੀ, ਉਹਦੇ ਮੂਡ ਬਾਰੇ ਜਾਣਨਾ ਜ਼ਰੂਰੀ ਸੀ। ਉਹਦਾ ਮੂਡ ਜਾਣ ਕੇ ਹੀ ਬਿਨਾਂ ਸੂਚਨਾ ਦਿੱਤਿਆਂ ਛੁੱਟੀ ਜਾਂ ਗੈਰ ਹਾਜ਼ਰੀ ਬਾਰੇ ਜਵਾਬ ਸੋਚਿਆ ਜਾ ਸਕਦਾ ਸੀ। ਉਹ ਘਰ ਵੱਲ ਜਾਂਦੇ ਮੋੜ ਤੋਂ ਉਲਟੀ ਦਿਸ਼ਾ ਵੱਲ ਮੁੜ ਗਿਆ। ਇਸੇ ਪਾਸੇ ਤਕਰੀਬਨ ਅੱਧਾ ਕਿਲੋਮੀਟਰ ਗਾਂਹ ਜਾ ਕੇ ਪ੍ਰੋਫੈਸਰ ਕਾਲੋਨੀ ਸ਼ੁਰੂ ਹੁੰਦੀ ਹੈ। ਇਸ ਵੇਲੇ ਜਗਦੀਸ਼ ਘਰੇ ਹੋਏਗਾ। ਉਹਨੂੰ ਆਸ ਤਾਂ ਇਹੀ ਸੀ। ਉਹ ਕਿਹੜਾ ਨਾਲ ਹੱਥ ਯੰਤਰ ਲੈ ਕੇ ਆਇਆ ਸੀ, ਇਸ ਲਈ ਹੋਣ ਜਾਂ ਨਾ ਹੋਣ ਦੀ ਅਗਾਊਂ ਜਾਣਕਾਰੀ ਨਹੀਂ ਸੀ ਮਿਲ ਸਕਦੀ। ਇੱਕ ਵਾਰ ਘਰ ਜਾਣ ਪਿੱਛੋਂ ਪਤਾ ਨਹੀਂ ਕਵਿਤਾ ਨੇ ਉਹਨੂੰ ਜਾਣ ਦੇਣਾ ਸੀ ਜਾਂ ਨਹੀਂ, ਤੇ ਕੁਝ ਸਮੇਂ ਤੋਂ ਕਵਿਤਾ ਦੇ ਕਿਸੇ ਵੀ ਮੂਡ ਬਾਰੇ ਅਗਾਊਂ ਅੰਦਾਜ਼ਾ ਲਾਉਣਾ ਔਖਾ ਹੁੰਦਾ ਜਾ ਰਿਹਾ ਸੀ। ਸ਼ਾਇਦ ਉਹ ਵੀ ਉਮਰ ਦੇ ਉਸ ਪੜਾਅ ਉੱਤੇ ਪਹੁੰਚ ਗਈ ਸੀ ਜਦੋਂ ਬੰਦੇ ਦੀ ਅੰਦਰਲੀ ਤੇ ਬਾਹਰਲੀ ਲਚਕ ਘਟ ਜਾਂਦੀ ਹੈ। ਬੰਦਾ ਛੇਤੀ ਬੇਸਬਰਾ ਹੋਣ ਲੱਗਦਾ ਹੈ। ਇਸ ਲਈ ਉਹਨੂੰ ਇਤਲਾਹ ਦਿੱਤੇ ਬਿਨਾਂ ਹੀ ਜਗਦੀਸ਼ ਦੇ ਘਰ ਜਾਣਾ ਠੀਕ ਸੀ। ਵੈਸੇ ਵੀ ਉਸ ਵੇਲੇ ਸਰਗੀ ਦੀ ਮਨਪਸੰਦ ਕੋਈ ਸਬਜ਼ੀ ਭਾਜੀ ਬਣਾਉਣ ਦੀ ਤਿਆਰੀ 'ਚ ਰੁੱਝੀ ਹੋਏਗੀ। ਦੇਰ ਹੋਣ ਦੀ ਸੂਰਤ ਵਿੱਚ ਜਗਦੀਸ਼ ਦੇ ਘਰੋਂ ਹੱਥ ਯੰਤਰ ਰਾਹੀਂ ਦੱਸਿਆ ਜਾ ਸਕਦਾ ਸੀ। ਉਹ ਪਹਿਲਾਂ ਵਾਲੀ ਚਾਲ ਹੀ ਪ੍ਰੋਫੈਸਰ ਕਾਲੋਨੀ ਵੱਲ ਜਾਂਦੀ ਸੜਕ ਉੱਤੇ ਤੁਰ ਪਿਆ। ਇਹ ਸੜਕ ਪਰ ਸ਼ਹਿਰ ਦੇ ਬਾਈਪਾਸ ਵਜੋਂ ਬਣਾਈ ਗਈ ਸੀ, ਪਰ ਹੁਣ ਸੜਕ ਦੇ ਦੂਜੇ ਪਾਸੇ ਵੀ ਦੂਰ ਤੱਕ ਸ਼ਹਿਰ ਫੈਲ ਗਿਆ। ਇਸ ਲਈ ਹੁਣ ਇਹ ਬਾਈਪਾਸ ਦੀ ਬਜਾਏ ਇਨ ਪਾਸ ਹੀ ਬਣ ਚੁੱਕੀ ਹੈ। ਸੜਕ ਦੇ ਇਸ ਪਾਸੇ ਵਾਲੀ ਨਗਰ ਸੁਧਾਰ ਟਰਸਟ ਦੀ ਯੋਜਨਾਬੱਧ ਕਾਲੋਨੀ ਨੂੰ ਉਹਨੇ ਆਪਣੀਆਂ ਅੱਖਾਂ ਨਾਲ ਬਣਦੇ ਉਸਰਦੇ ਦੇਖਿਆ। ਜਦੋਂ ਕਾਲਜ ਪੜ੍ਹਨ ਸ਼ਹਿਰ ਆਇਆ ਤੇ ਬਣਨੀ ਸ਼ੁਰੂ ਹੋਈ ਸੀ। ਇਹਦੀਆਂ ਖੁੱਲੀਆਂ ਸਾਫ਼ ਸੜਕਾਂ ਤੇ ਖਾਲੀ ਪਲਾਟ ਉਹਨਾਂ ਨੂੰ ਆਪਣੇ ਵੱਲ ਖਿੱਚਦੇ ਲੱਗਦੇ ਸਨ। ਇਸੇ ਲਈ ਉਹ ਅਕਸਰ ਬਿਨਾਂ ਕੰਮ ਤੋਂ ਇੱਧਰ ਗੇੜੀ ਮਾਰਨ ਆ ਜਾਂਦੇ, ਖਾਸ ਕਰ ਸਿਆਲਾਂ 'ਚ ਜਦੋਂ ਖੁੱਲੀ ਧੁੱਪ ਵਿੱਚ ਟਹਿਲਣਾ ਚੰਗਾ ਲੱਗਦਾ। ਮੁੰਡਿਆਂ ਦੇ ਦੋ ਗਰੁੱਪ ਆਪਸ ਵਿੱਚ ਕਿਸੇ ਗੱਲੋਂ, ਜਿਵੇਂ ਮੈਂ ਪਹਿਲਾਂ ਵੀ ਦੱਸਿਆ, ਅਕਸਰ ਇਹ ਗੱਲ ਕਿਸੇ ਨਾ ਕਿਸੇ ਕੁੜੀ ਨਾਲ ਹੀ ਜੁੜੀ ਹੁੰਦੀ ਸੀ। ਖੈਬੜ ਪੈਂਦੇ ਤਾਂ ਇੱਕ ਦੂਜੇ ਨੂੰ ਦੇਖ ਲੈਣ ਦਾ ਟਾਈਮ ਇਸੇ ਕਾਲੋਨੀ ਦੇ ਖਾਲੀ ਮੈਦਾਨਾਂ 'ਚ ਦਿੰਦੇ। ਖੁਸ਼ਵੰਤ ਉੱਤੇ ਜਵਾਨੀ ਤੇ ਇਸ ਧਰਤੀ ਉੱਤੇ ਮਰਨ ਮਿੱਟੀ ਇੱਕੋ ਵੇਲੇ ਹੀ ਚੜ੍ਹੀ ਸੀ। ਉਦੋਂ ਹੀ ਕੁਝ ਕੁ ਵਰ੍ਹਿਆਂ ਦੇ ਅੰਤਰਾਲ ਝੱਗੜ ਪਿਛੜ ਤੇ ਕੁਝ ਜ਼ਰਾ ਹਟ ਕੇ ਕਈ ਘਟਨਾਵਾਂ ਇਸ ਸ਼ਹਿਰ ਦੇ ਆਸ-ਪਾਸ ਪਿੰਡਾਂ 'ਚ ਵਾਪਰ ਗਈਆਂ ਸਨ। ਅਚਾਨਕ ਇਹਨਾਂ ਵਰ੍ਹਿਆਂ 'ਚ ਘਟਨਾਵਾਂ ਵਾਪਰਨ ਦੀ ਗਤੀ ਤੇਜ਼ ਹੋ ਗਈ ਸੀ, ਜਿਵੇਂ ਟਰੈਕਟਰਾਂ ਨੇ ਖੇਤ ਵਾਹੁਣ ਦੀ ਗਤੀ ਤੇਜ਼ ਕਰ ਦਿੱਤੀ ਸੀ। ਪਹਿਲਾਂ ਘਟਨਾਵਾਂ ਉਸੇ ਗਤੀ ਨਾਲ ਵਾਪਰਦੀਆਂ ਸਨ ਜਿਸ ਨਾਲ ਬਲਦਾਂ ਦੀ ਜੋਗ ਹਲ ਵਾਹੁੰਦੀ ਸੀ। ਖੁਸ਼ਵੰਤ ਨੂੰ ਕੁਝ ਯਾਦ ਹਨ, ਜਿਵੇਂ ਜੀਟੀ ਰੋਡ ਤੋਂ ਪੀਰ ਸ਼ਾਹ ਇਨਾਇਤ ਦੀ ਮਿਹਰ ਵਾਲੇ ਪਿੰਡ ਆਉਂਦੀ ਸੜਕ ਉੱਤੇ ਬੱਸ ਵਿੱਚੋਂ ਇੱਕ ਫਿਰਕੇ ਦੇ ਲੋਕਾਂ ਨੂੰ ਕੱਢ ਕੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ, ਜਿਸ ਬਾਰੇ ਉਹਨਾਂ ਕੰਨੋ ਕੰਨੀ ਸੁਣਿਆ ਸੀ ਕਿ ਭੁੰਨਣ ਵਾਲਿਆਂ 'ਚ ਕਰਤਾਰਾ ਵੀ ਸ਼ਾਮਲ ਸੀ। ਇੱਕ ਹੋਰ ਪਿੰਡ 'ਚ ਇੱਕੋ ਫਿਰਕੇ ਦੇ ਲੋਕਾਂ ਨੂੰ ਇੱਕ ਥਾਂ ਇਕੱਠਾ ਕਰ ਲਿਆ ਗਿਆ ਤਾਂ ਫਿਰ ਬਿਨਾਂ ਕਿਸੇ ਵਿਤਕਰੇ ਦੇ ਗੋਲੀਆਂ ਮਾਰਤੀਆਂ ਗਈਆਂ।
ਕੁਝ ਪਿੰਡਾਂ 'ਚ ਇੱਕ ਫਿਰਕੇ ਦੇ ਲੋਕਾਂ ਨੂੰ ਇੱਕ ਹਫ਼ਤੇ ਦੇ ਅੰਦਰ ਪਿੰਡ ਛੱਡ ਕੇ ਦੌੜ ਜਾਣ ਦੀ ਧਮਕੀ ਮਿਲੀ ਸੀ। ਪਿੰਡ ਛੱਡ ਕੇ ਜਾਣ ਤੱਕ ਪਿੰਡ ਛੱਡਣ ਵਾਲਿਆਂ ਨੇ ਕਿਸੇ ਨੂੰ ਇਸ ਧਮਕੀ ਦੀ ਭਿਣਕ ਨਹੀਂ ਸੀ ਪੈਣ ਦਿੱਤੀ। ਪੀਰ ਸ਼ਾਹ ਇਨਾਇਤ ਦੀ ਮਿਹਰ ਵਾਲੇ ਪਿੰਡ ਦੇ ਗੁਆਂਢੀ ਪਿੰਡ ਵਿੱਚ ਇੱਕ ਪੁਰਾਣੇ ਬਦਮਾਸ਼ ਨੇ 2 ਬੇਹੱਦ ਸਾਊ ਮੁੰਡਿਆਂ ਨੂੰ ਉਹਨਾਂ ਦੇ ਭਈਏ ਸਮੇਤ ਮਾਰ ਦਿੱਤਾ ਸੀ। ਇਹ ਘਟਨਾਵਾਂ ਤਾਂ ਪਤਾ ਨਹੀਂ ਯੋਜਨਾਬੱਧ ਸਨ ਜਾਂ ਨਹੀਂ, ਪਰ ਇਹਨਾਂ ਦਾ ਨਤੀਜਾ ਇਹ ਨਿਕਲਿਆ ਕਿ ਨਗਰ ਸੁਧਾਰ ਟਰੱਸਟ ਦੀ ਯੋਜਨਾਬੱਧ ਕਾਲੋਨੀ ਤੇਜ਼ੀ ਨਾਲ ਵਸਣ ਲੱਗੀ। ਜਿਹੜੇ ਲੋਕ ਵੀ ਪਿੰਡ ਛੱਡ ਕੇ ਸ਼ਹਿਰ ਆ ਸਕਦੇ ਸਨ ਉਹ ਆ ਗਏ। ਬਾਕੀ ਪਿੰਡ 'ਚ ਰਹਿ ਕੇ ਮਿੱਟੀ ਲਾਲ ਹੋਣ ਦਾ ਇੰਤਜ਼ਾਰ ਕਰਦੇ ਰਹੇ। ਸ਼ਹਿਰ ਦੇ ਭੀੜੇ ਮਹੱਲਿਆਂ 'ਚ ਜੰਮੇ ਉਹ ਨੌਕਰੀ ਪੇਸ਼ਾ ਵੀ ਇਸ ਵਿੱਚ ਸ਼ਾਮਲ ਹੋਏ, ਜਿਨ੍ਹਾਂ ਦੇ ਘਰਦਿਆਂ ਨੇ ਉਹਨਾਂ ਲਈ ਲਾਜ਼ਮੀ ਨੌਕਰੀ ਪੇਸ਼ਾ ਕੁੜੀ ਦੇਖੀ ਸੀ। ਪੱਕੀ ਸਰਕਾਰੀ ਨੌਕਰੀ ਕਰਦੀ ਕੁੜੀ ਭਾਵੇਂ ਆਕਾਸ਼ 'ਚ ਲਟਕੀ ਹੋਈ ਸੀ ਜਾਂ ਪਤਾਲ 'ਚ ਲੁਕੀ ਸੀ, ਉਹਨਾਂ ਲੱਭ ਹੀ ਲਈ ਸੀ। ਵਿਆਹ ਪਿੱਛੋਂ ਵੱਡੀ ਕੋਠੀ ਦੀ ਮਾਲਕਣ ਬਣੀ ਉਹ ਕੁੜੀ ਹੁਣ ਦੋਹਰਾ ਕੰਮ ਕਰ ਰਹੀ ਸੀ। ਟੱਬਰ ਨੂੰ ਰੋਟੀ ਪਕਾ ਕੇ ਖਵਾਉਣ ਦੇ ਨਾਲ ਨਾਲ ਉਹ ਪਲਾਟ ਦੀ ਕਿਸ਼ਤ ਵੀ ਅਦਾ ਕਰਦੀ ਸੀ। ਕੁੜੀ ਦੇ ਖੋਜੀ ਸੱਸ ਸਹੁਰਿਆਂ ਨੂੰ ਆਪ ਹੀ ਦਿਨ ਰਾਤ ਆਪਣੇ ਆਪ ਨੂੰ ਥਾਪੜਾ ਦੇਣ ਦੀ ਆਦਤ ਹੋ ਗਈ ਸੀ। ਇੰਨੀ ਲਾਭਦਾਇਕ ਨੂੰਹ ਲੱਭਣ ਵਾਲੇ ਉਹ ਇੰਨੇ ਸਿਆਣੇ ਮਾਂ-ਬਾਪ ਸਿੱਧ ਹੋਏ ਸਨ। ਜਿਸ ਸੜਕ ਉੱਤੇ ਖੁਸ਼ਵੰਤ ਤੁਰਿਆ ਜਾ ਰਿਹਾ ਸੀ, ਇਸ ਉੱਪਰ ਵੀ ਨਿਰੰਤਰ ਕਾਰਾਂ, ਸਕੂਟਰਾਂ, ਮੋਟਰਸਾਈਕਲਾਂ ਦੀ ਆਵਾਜਾਈ ਸੀ। ਕੋਈ ਵਿਰਲਾ ਟਾਵਾਂ ਟਰੱਕ ਜਾਂ ਬੱਸ ਵੀ ਦਿਸ ਜਾਂਦੀ ਸੀ। ਬੱਸ ਟਰੱਕ ਕਰਕੇ ਹੀ ਵਿਸ਼ਵਾਸ ਹੁੰਦਾ ਸੀ ਕਿ ਇਹ ਬਾਈਪਾਸ ਹੈ। ਇਸ ਸੜਕ ਉੱਤੇ ਤੁਰਦਿਆਂ ਖੁਸ਼ਵੰਤ ਨੂੰ ਡਰ ਨਹੀਂ ਸੀ ਲੱਗਦਾ, ਕਿਉਂਕਿ ਸੜਕ ਦੇ ਦੋਵੇਂ ਪਾਸੇ ਪੈਦਲ ਚੱਲਣ ਵਾਲਿਆਂ ਲਈ ਕਾਫੀ ਕੱਚੀ ਜਗ੍ਹਾ ਸੀ। ਜੇ ਤੁਹਾਨੂੰ ਜੁੱਤੀ ਗੰਦੀ ਹੋਣ ਦਾ ਫਿਕਰ ਨਾ ਹੋਵੇ ਤਾਂ ਤੁਸੀਂ ਆਪਣੀ ਸੁਪਨ ਦੁਨੀਆ ਦੇ ਨਾਲ ਨਾਲ ਇਸ ਰਾਹ ਉੱਤੇ ਵੀ ਕਿਸੇ ਹੱਦ ਤੱਕ ਸੁਰੱਖਿਅਤ ਮਹਿਸੂਸ ਕਰਦੇ ਟਹਿਲ ਸਕਦੇ ਹੋ। ਇੱਥੇ ਚੁੰਗੀ ਉੱਤੇ ਲੋਕਾਂ ਦੀਆਂ ਰੋਜ਼ਮर्रा ਦੀਆਂ ਜ਼ਰੂਰਤਾਂ ਪੂਰੀਆਂ ਕਰਦੀਆਂ ਦੁਕਾਨਾਂ ਸਨ। ਸ਼ਾਮ ਨੂੰ ਖਾਸ ਤੌਰ 'ਤੇ ਇੱਥੇ ਚਹਿਲ ਪਹਿਲ ਹੋ ਜਾਂਦੀ ਹੈ। ਕੁਝ ਆਂਡਿਆਂ ਦੀਆਂ ਰੇਹੜੀਆਂ ਲੱਗ ਜਾਂਦੀਆਂ। ਸ਼ਰਾਬ ਪੀਣ ਤੇ ਨਾ ਪੀਣ ਵਾਲੇ ਦੋਵੇਂ ਤਰ੍ਹਾਂ ਦੇ ਲੋਕ ਰੇਹੜੀਆਂ ਦੁਆਲੇ ਝੁਰਮਟ ਪਾ ਲੈਂਦੇ ਆ। ਇੱਕ ਰੇਹੜੀ ਆਈਸਕ੍ਰੀਮ ਵੇਚਦੀ ਹੈ ਤੇ ਇੱਕ ਉੱਤੇ ਗੋਲ ਗੱਪੇ ਮਿਲਦੇ ਆ। ਨਵੀਂ ਪੀੜ੍ਹੀ ਦੇ ਆਂਡੇ, ਭਾਵ ਬਰਗਰ, ਚੀਨੀ ਸੇਵੀਆਂ ਆਦਿ ਦੀਆਂ ਰੇਹੜੀਆਂ ਵੀ ਹਨ। ਹੁਣ ਇੱਕ ਹੋਰ ਰੇਹੜੀ ਵੀ ਲੱਗਦੀ ਹੈ ਜਿਹਨੂੰ ਸੋਇਆ ਚਾਂਪ ਕਹਿੰਦੇ ਆ। ਕੁਝ ਦੇਰ ਪਹਿਲਾਂ ਤੱਕ ਖੁਸ਼ਵੰਤ ਨੂੰ ਪਤਾ ਨਹੀਂ ਸੀ ਕਿ ਇਸ ਦੁਨੀਆ 'ਚ ਸੋਇਆ ਚਾਂਪ ਨਾਂ ਦੀ ਚੀਜ਼ ਵੀ ਖਾਣ ਲਈ ਬਣ ਚੁੱਕੀ ਹੈ। ਉਹਨੂੰ 1-2 ਵਾਰ ਸਰਗੀ ਨੇ ਬਾਜ਼ਾਰੋਂ ਲਿਆ ਕੇ ਖਵਾਈ ਵੀ ਹੈ ਕਿ ਕੋਈ ਵੀ ਹੋਰ ਸ਼ਬਦ ਸੁਣ ਕੇ ਉਹਨੂੰ ਸੋਇਆ ਚਾਂਪ ਦਾ ਉਸੇ ਤਰ੍ਹਾਂ ਭੁਲੇਖਾ ਪੈ ਸਕਦਾ ਹੈ ਜਿਵੇਂ ਬਚਪਨ 'ਚ ਬਰਫੀ ਦਾ ਪਿਆ ਸੀ ਜਾਂ ਮੁਰੱਬੇ ਦਾ। ਖੁਸ਼ਵੰਤ ਦਾ ਸਿਰ ਆਪ ਹੀ ਨਾ ਝੇਲ ਜਾਂਦਾ ਹੈ। ਇਹਨਾਂ ਚੀਜ਼ਾਂ ਦਾ ਉਹ ਸਵਾਦ ਕਿੱਥੇ। ਪਹਿਲੀ ਵਾਰ ਖਾ ਕੇ ਉਹਨੇ ਕਿਹਾ ਸੀ, ਤੁਸੀਂ ਰਹਿਣ ਦਿਓ ਪਾਪਾ। ਸਰਗੀ ਉਹਨੂੰ ਟੋਕਦੀ ਹੈ, ਤੁਹਾਨੂੰ ਤਾਂ ਢੋਕਲੇ ਦਾ ਵੀ ਪਤਾ ਨਹੀਂ ਸੀ ਹੁੰਦਾ। ਸਰਗੀ ਨੇ ਉਹਦੀ ਦੱਸੀ ਗੱਲ ਨਾਲ ਹੀ ਉਹਨੂੰ ਜਵਾਬ ਦਿੱਤਾ ਸੀ। MA ਕਰਦਿਆਂ ਇੱਕ ਵਾਰ ਜਮਾਤ 'ਚ ਪਾਰਟੀ ਹੋ ਰਹੀ ਸੀ। ਖਾਣ ਵਾਲੀਆਂ ਲਿਆਂਦੀਆਂ ਜਾਣ ਵਾਲੀਆਂ ਚੀਜ਼ਾਂ 'ਚ ਸ਼ਹਿਰੀ ਕੁੜੀਆਂ ਨੇ ਢੋਕਲੇ ਦਾ ਨਾਂ ਵੀ ਲਿਖ ਦਿੱਤਾ ਸੀ। ਇਹ ਕੀ ਹੁੰਦਾ? ਉਹ ਤੇ ਉਹਦੇ ਵਰਗੇ ਹੀ ਪੇਂਡੂ ਮੁੰਡੇ ਉਲਝ ਗਏ ਸੀ। ਇਹ ਕੀ ਹੁੰਦਾ? ਇਹਦੇ ਬਾਰੇ ਚਿੰਤਾ ਨਾ ਕਰੋ, ਤੁਸੀਂ ਬਸ ਇਹ ਕਰਨਾ ਹੈ ਕਿ ਬਾਜ਼ਾਰ ਵਾਲੀ ਬੀਕਾਨੇਰੀ ਮਠਿਆਈ ਦੀ ਦੁਕਾਨ 'ਤੇ ਜਾਣਾ ਤੇ ਕਹਿਣਾ ਹੈ ਕਿ 1 ਕਿਲੋ ਢੋਕਲਾ ਦੇ ਦਿਓ। ਫਿਰ ਉਹ ਜੋ ਵੀ ਦੇਣ ਲੈ ਕੇ ਆ ਜਾਣਾ। ਬਸ ਟੈਨਸ਼ਨ ਵਾਲੀ ਕੋਈ ਗੱਲ ਨਹੀਂ। ਇੱਕ ਸ਼ਹਿਰਨ ਕੁੜੀ ਨੇ ਉਹਨਾਂ ਦੀ ਅਗਿਆਨਤਾ ਦਾ ਮਜ਼ਾ ਲੈਂਦਿਆਂ ਸਮਝਾਇਆ ਸੀ। ਉਦੋਂ ਵੀ ਬਾਜ਼ਾਰ ਵਾਲੀ ਬੀਕਾਨੇਰੀ ਮਠਿਆਈਆਂ ਦੀ ਦੁਕਾਨ 'ਤੇ ਜਾ ਕੇ ਉਹਨਾਂ ਨੂੰ ਪਤਾ ਲੱਗਾ ਕਿ ਇਸ ਦੁਨੀਆ 'ਚ ਢੋਕਲਾ ਨਾਂ ਦੀ ਚੀਜ਼ ਵੀ ਖਾਣ ਲਈ ਹੈ, ਜਿਵੇਂ ਬਾਅਦ 'ਚ ਪਤਾ ਲੱਗਾ ਕਿ ਇਸ ਦੁਨੀਆ 'ਚ ਸੋਇਆ ਚਾਂਪ ਨਾਂ ਦੀ ਚੀਜ਼ ਵੀ ਖਾਣ ਲਈ ਬਣ ਚੁੱਕੀ ਹੈ। ਖੁਸ਼ਵੰਤ ਨੇ ਆਲੇ ਦੁਆਲੇ ਝਾਤੀ ਮਾਰੀ। ਰੇਹੜੀਆਂ ਵਾਲੇ ਅਜੇ ਆਪਣੀਆਂ ਅੰਗੀਠੀਆਂ ਮਘਾਰੇ ਜਾਪਦੇ ਸੀ। ਉਹ ਵੇਲਾ ਹੋਣ ਹੀ ਵਾਲਾ ਸੀ ਜਦੋਂ ਲੋਕ ਆਪੋ ਆਪਣੀ ਦੁਨੀਆ ਨੂੰ ਕੁਝ ਸਹਿਣਯੋਗ ਬਣਾਉਣ ਲਈ ਇਹਨਾਂ ਰੇਹੜੀਆਂ ਦੁਆਲੇ ਝੁਰਮਟ ਪਾਉਂਦੇ ਹਨ। ਗਿਆਨੀ ਦੀ ਦੁਕਾਨ ਅਜੇ ਖਾਲੀ ਸੀ, ਜਿੱਥੇ ਬੈਠ ਕੇ ਲੋਕਾਂ ਨੂੰ ਦਾਰੂ ਹਲਕ ਤੋਂ ਥੱਲੇ ਉਤਾਰਨ ਲਈ ਤਲੀ ਮੱਛੀ ਮਿਲ ਜਾਂਦੀ ਹੈ। ਦਵਾਈਆਂ, ਕਰਿਆਣਾ ਤੇ ਫਲ ਵੇਚਦੀਆਂ ਦੁਕਾਨਾਂ ਉੱਤੇ ਕੁਦਰਤੀ ਇਸ ਵੇਲੇ ਕੋਈ ਗਾਹਕ ਨਹੀਂ ਸੀ। ਇਸ ਤੋਂ ਵੱਧ ਉਹਨੂੰ ਇਸ ਗੱਲ 'ਚ ਹੋਰ ਕੋਈ ਅਰਥ ਨਹੀਂ ਸੀ ਲੱਗਾ। ਇਸ ਵੇਲੇ ਤਾਂ ਚੁੰਗੀ ਵਾਲੇ ਠੇਕੇ ਸਾਹਮਣੇ ਵੀ ਕੋਈ ਗਾਹਕ ਨਹੀਂ ਸੀ ਖੜਾ, ਪਰ ਇਹਦਾ ਮਤਲਬ ਇਹ ਨਹੀਂ ਸੀ ਕਿ ਇਸ ਸ਼ਹਿਰ 'ਚ ਕੋਈ ਸ਼ਰਾਬ ਪੀਣ ਵਾਲਾ ਹੀ ਨਹੀਂ ਵਸਦਾ। ਸ਼ਰਾਬ ਤੋਂ ਬਿਨਾਂ ਇਸ ਸ਼ਹਿਰ ਦੀ ਕਲਪਨਾ ਕਰਨੀ ਓਨੀ ਮੁਸ਼ਕਲ ਸੀ ਜਿੰਨੀ ਗੋਲਗੱਪਿਆਂ ਤੋਂ ਬਿਨਾਂ ਸ਼ਹਿਰ ਦੀਆਂ ਔਰਤਾਂ ਦੀ। ਹੁਣੇ ਹੀ ਦੇਖਦੇ ਦੇਖਦੇ ਇਹਨਾਂ ਸਾਰੀਆਂ ਦੁਕਾਨਾਂ 'ਤੇ ਰੌਣਕ ਹੋ ਜਾਣੀ ਸੀ। ਕੁਝ ਵਰ੍ਹਿਆਂ ਤੋਂ ਇਸ ਸੜਕ ਉੱਤੇ ਘੁੰਮਣ ਫਿਰਨ ਵਾਲਿਆਂ ਵਿੱਚ ਇੱਕ ਤਬਦੀਲੀ ਉਹਨੇ ਦੇਖੀ ਸੀ। ਸ਼ਾਮ ਨੂੰ ਇਸ ਚੁੰਗੀ ਕੋਲ ਬਹੁਤ ਸਾਰੀਆਂ ਔਰਤਾਂ ਘੁੰਮਣ ਲੱਗੀਆਂ ਹਨ। ਉਹਨਾਂ ਨੂੰ ਖੁਸ਼ਵੰਤ ਨੇ ਕਦੇ ਗੋਲਗੱਪੇ ਖਾਂਦਿਆਂ ਨਹੀਂ ਵੇਖਿਆ। ਉਹਨਾਂ ਨੇ ਬਹੁਤ ਵਾਰੀ ਸਾੜੀ ਬੰਨੀ ਹੁੰਦੀ ਤੇ ਬੁੱਲਾਂ ਨੂੰ ਲਿਪਸਟਿਕ ਜ਼ਰੂਰ ਹੁੰਦੀ
ਤੇ ਕਈ ਵਾਰ ਖੁਸ਼ਵੰਤ ਉਹਨਾਂ ਨੂੰ ਗੌਰ ਨਾਲ ਦੇਖ ਕੇ ਅੰਦਾਜ਼ੇ ਲਾਉਣ ਦੀ ਕੋਸ਼ਿਸ਼ ਕਰਦਾ। ਉਹ ਪ੍ਰਵਾਸੀ ਮਜ਼ਦੂਰਾਂ ਦੀਆਂ ਔਰਤਾਂ ਜਾਪਦੀਆਂ ਸਨ। ਕੁਝ ਦੇਰ ਘੁੰਮਣ ਪਿੱਛੋਂ ਕਿਸੇ ਸਕੂਟਰ ਮੋਟਰਸਾਈਕਲ ਵਾਲੇ ਨਾਲ ਜਾਂ ਕਦੇ-ਕਦੇ ਕਾਰ ਵਾਲੇ ਨਾਲ ਚਲੀਆਂ ਜਾਂਦੀਆਂ। ਇੱਕ ਵਾਰ ਜਗਦੀਸ਼ ਨਾਲ ਗੱਲ ਹੋਣ ਤੇ ਉਹਦੀ ਟਿੱਪਣੀ ਸੀ, ਭਾਈ ਜਾਨ, ਇਹ ਸਾਡੇ ਸ਼ਹਿਰ ਦੀਆਂ ਆਮਰਪਾਲੀਆਂ ਆਈਆਂ ਵੀ ਉਧਰੋਂ ਹੀ ਆ, ਵਿਸ਼ਾਲੀ ਵੱਲੋਂ। ਤੇ ਖੁਸ਼ਵੰਤ ਨੂੰ ਇਹ ਤੁਲਨਾ ਕੁਝ ਦੂਰ ਦੀ ਲੱਗੀ, ਪਰ ਜਗਦੀਸ਼ ਨੂੰ ਇਹਦਾ ਕੋਈ ਫਰਕ ਨਹੀਂ ਸੀ ਪੈਂਦਾ। ਉਹ ਬਹੁਤੀਆਂ ਗੱਲਾਂ ਇਸੇ ਤਰ੍ਹਾਂ ਕਰਦਾ ਸੀ। ਸਿਆਵਨ ਜੋ ਉਹਦੇ ਮੂੰਹੋਂ ਨਿਕਲ ਜਾਂਦਾ ਉਹੀ ਉਹਦਾ ਵਿਚਾਰ ਹੁੰਦਾ। ਖੁਸ਼ਵੰਤ ਵਾਂਗ ਉਹ ਲੰਬੇ ਚੌੜੇ ਵਿਸ਼ਲੇਸ਼ਣਾਂ 'ਚ ਨਹੀਂ ਸੀ ਪੈਂਦਾ। ਖੁਸ਼ਵੰਤ ਉਹਨਾਂ ਦੀ ਤੁਲਨਾ ਰੇਲਵੇ ਰੋਡ ਤੇ ਢਾਬੇ ਵਾਲੀਆਂ ਜਨਾਨੀਆਂ ਨਾਲ ਕਰਨ ਲੱਗਾ। ਉਹਨੂੰ ਲੱਗਾ ਉੱਥੇ ਬੈਠਦੀਆਂ ਨੇੜੇ ਤੇੜੇ ਦੇ ਪਿੰਡਾਂ ਵਿੱਚੋਂ ਆਉਂਦੀਆਂ ਜਨਾਨੀਆਂ ਇਹਨਾਂ ਸਾੜੀ ਲਿਪਸਟਿਕ ਵਾਲੀਆਂ ਔਰਤਾਂ ਵਰਗੀਆਂ ਹੀ ਹੁੰਦੀਆਂ ਹਨ। ਹੁਣ ਉਹ ਧਰਤੀ ਵੀ, ਜਿਹਨੂੰ ਜਗਦੀਸ਼ ਨੇ ਸ਼ਾਇਦ ਮਜ਼ਾਕ 'ਚ ਹੀ ਵਿਸ਼ਾਲੀ ਕਿਹਾ ਸੀ, ਇਸ ਸ਼ਹਿਰ ਦੇ ਉਨਾ ਹੀ ਨੇੜੇ ਹੈ। ਪਿਛਲੇ ਵਰ੍ਹਿਆਂ ਨੇ ਧਰਤੀ ਉੱਤੇ ਫਾਸਲੇ ਘੱਟ ਕੀਤੇ ਹੈ। ਧਰਤੀ ਇੱਕ ਦੂਜੇ ਦੇ ਨੇੜੇ ਆਈਆਂ, ਇੰਨੇ ਨੇੜੇ ਕਿ ਵਿਸ਼ਾਲੀ ਦੀ ਧਰਤੀ ਤੋਂ ਵੀ ਅਮਰਪਾਲੀਆਂ ਚੁੰਗੀ ਵਾਲੀ ਇਸ ਸੜਕ ਉੱਤੇ ਘੁੰਮਣ ਤੇ ਕਿਸੇ ਸਕੂਟਰ ਮੋਟਰਸਾਈਕਲ ਜਾਂ ਕਦੇ-ਕਦੇ ਕਾਰ ਵਾਲੇ ਨਾਲ ਜਾਣ ਲਈ ਆ ਸਕਦੀਆਂ। ਇਸੇ ਸੜਕ ਉੱਤੇ ਉਹਨੇ ਹਨੇਰੇ ਪਏ ਕੁਝ ਖੁਸਰੇ ਵੀ ਟਹਿਲਦੇ ਵੇਖੇ। ਕਈ ਵਾਰ ਉਹਨਾਂ ਨੂੰ ਰਾਹਗੀਰਾਂ ਨਾਲ ਲੜਦਿਆਂ ਵੀ ਉਹਨੇ ਤੱਕਿਆ, ਹਾਲਾਂਕਿ ਉਹਨਾਂ ਦੀ ਲੜਾਈ ਦਾ ਕਾਰਨ ਉਹਨੂੰ ਪਤਾ ਨਹੀਂ ਸੀ ਲੱਗ ਸਕਿਆ। ਖੁਸਰੇ ਵੀ ਉਹਨਾਂ ਪ੍ਰਾਣੀਆਂ 'ਚ ਸ਼ਾਮਲ ਹਨ ਜੋ ਖੁਸ਼ਵੰਤ ਨੂੰ ਹਮੇਸ਼ਾ ਰਹੱਸਮਈ ਲੱਗੇ ਹਨ। ਉਹ ਜ਼ਿੰਦਗੀ 'ਚ ਕਦੇ ਖੁਸਰਿਆਂ ਨੂੰ ਦੇਖ ਜਾਂ ਠੱਠਾ ਕਰਕੇ ਉਦੋਂ ਮਜ਼ਾ ਨਹੀਂ ਲੈ ਸਕਿਆ ਜਿਵੇਂ ਦੂਜੇ ਮੁੰਡੇ ਕਰਦੇ ਆ। ਕਾਲਜ ਪੜ੍ਹਦਿਆਂ ਕਈ ਮੁੰਡੇ ਖੁਸਰਿਆਂ ਨਾਲ ਸੌਣ ਦੀ ਵੀ ਸ਼ੇਖੀ ਮਾਰਿਆ ਕਰਦੇ ਤੇ ਗੱਲ ਸੁਣਾਉਂਦਿਆਂ ਲਤੀਫਾ ਸੁਣਾਉਣ ਵਾਂਗ ਹੱਸ ਪੈਂਦੇ। ਖੁਸ਼ਵੰਤ ਉਹਨਾਂ ਨੂੰ ਵੇਖ ਕੇ ਇਸ ਤਰ੍ਹਾਂ ਤਰਸ ਨਾਲ ਭਰ ਜਾਂਦਾ ਜਿਵੇਂ ਤੁਸੀਂ ਕਿਸੇ ਅਪਾਹਜ ਨੂੰ ਵੇਖ ਕੇ ਪਸੀਜ ਜਾਂਦੇ ਹੋ। ਤਰਸ ਤੋਂ ਇਲਾਵਾ ਉਹਦੇ ਅੰਦਰ ਬੇਚੈਨੀ ਜਿਹੀ ਵੀ ਹੁੰਦੀ। ਉਹਨੂੰ ਖੁਸਰਿਆਂ ਤੋਂ ਡਰ ਲੱਗਣ ਲੱਗਦਾ। ਉਹਦਾ ਟੈਂਕੀ ਤੇ ਚੜ੍ਹਨ ਦਾ ਸ਼ੌਕੀਨ ਵਿਦਿਆਰਥੀ ਨਿਸ਼ਾਨ ਹੁਣ ਇਸੇ ਤੰਦੂਰੀ ਬਾਈਟਸ ਵਿੱਚ ਹੀ ਕੰਮ ਕਰਦਾ ਹੈ। ਸ਼ਹਿਰ ਦੇ ਕਈ ਹੋਰ ਰੈਸਟੋਰੈਂਟਾਂ 'ਚ ਫਿਰਨ ਪਿੱਛੋਂ ਪਿਛਲੇ 2 ਵਰ੍ਹਿਆਂ ਤੋਂ ਇੱਥੇ ਟਿਕਿਆ ਹੋਇਆ ਹੈ। ਉਹਨਾਂ ਦੇ ਕਾਲਜ ਤੋਂ ਹੀ BA ਕਰ ਰਿਹਾ ਸੀ ਜਦੋਂ ਡਿਗਰੀ ਵਿੱਚ ਹੀ ਛੱਡ ਕੇ ਸਰਕਾਰ ਦੀ ਕਿਸੇ ਸਕੀਮ ਵਿੱਚ ਸਕੂਲੋਂ ਵਿਰਵੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਸੈਂਟਰ 'ਚ ਲੱਗ ਗਿਆ। ਨਿਸ਼ਾਨ ਦਾ ਪਿਓ ਕਿਸੇ ਕੱਪੜੇ ਦੀ ਦੁਕਾਨ ਤੇ ਕੰਮ ਕਰਦਾ ਹੈ। ਮਾਂ ਸਰਕਾਰੀ ਸਕੂਲ 'ਚ ਬੱਚਿਆਂ ਲਈ ਦੁਪਹਿਰ ਦਾ ਖਾਣਾ ਪਕਾਉਂਦੀ ਹੈ। ਮਾਂ ਉੱਤੇ ਤਰਸ ਕਰਕੇ ਉਸ ਸਕੂਲ ਦੇ ਪ੍ਰਿੰਸੀਪਲ ਨੇ ਨਿਸ਼ਾਨ ਨੂੰ ਇਸ ਸੈਂਟਰ 'ਚ ਲਵਾ ਦਿੱਤਾ ਸੀ। ਇਹਨਾਂ ਸੈਂਟਰਾਂ 'ਚ ਨਿਸ਼ਾਨ ਵਰਗੇ ਗਰੀਬ ਘਰਾਂ ਦੇ ਬੇਰੁਜ਼ਗਾਰ ਮੁੰਡੇ ਕੁੜੀਆਂ ਤੇ ਵਿਆਹੀਆਂ ਬਾਲ ਬੱਚੇਦਾਰ ਔਰਤਾਂ ਕੰਮ ਕਰਦੀਆਂ। ਤਨਖਾਹ ਇੰਨੀ ਕੁ ਸੀ ਕਿ ਮਹੀਨੇ ਦਾ ਘਰ ਦਾ ਆਟਾ ਵੀ ਨਹੀਂ ਸੀ ਖਰੀਦਿਆ ਜਾ ਸਕਦਾ। ਆਖਰ ਸੈਂਟਰ ਵਾਲਿਆਂ ਨੇ ਯੂਨੀਅਨ ਬਣਾ ਲਈ ਤੇ ਸਰਕਾਰ ਤੋਂ ਪੱਕੀ ਨੌਕਰੀ ਮੰਗਣ ਲੱਗ ਪਏ। ਪਰ ਇਸ ਧਰਤੀ ਦੀ ਸਰਕਾਰ ਇੰਨੀ ਸੌਖੀ ਤਰ੍ਹਾਂ ਨੌਕਰੀਆਂ ਨਹੀਂ ਦਿੰਦੀ, ਖਾਸ ਤੌਰ ਤੇ ਜਦੋਂ ਤੁਸੀਂ ਸਰਕਾਰ ਦੇ ਰਿਸ਼ਤੇਦਾਰ ਵੀ ਨਾ ਹੋਵੋ। ਇੱਕ ਦਿਨ ਨਿਸ਼ਾਨ ਆਪਣੀ ਯੂਨੀਅਨ ਦੀਆਂ 3 ਔਰਤਾਂ, ਤਿੰਨੋਂ 30 ਤੋਂ 40 ਵਰ੍ਹਿਆਂ ਦੀਆਂ ਹੋਣ ਕਾਰਨ ਕੁੜੀਆਂ ਨਹੀਂ ਔਰਤਾਂ ਸਨ। ਨਿਸ਼ਾਨ ਉਹਨਾਂ ਵਿੱਚੋਂ ਸਭ ਤੋਂ ਛੋਟੀ ਉਮਰ ਦਾ ਸੀ, ਸਮੇਤ ਸ਼ਹਿਰ ਦੇ ਸਿਵਲ ਹਸਪਤਾਲ ਅੰਦਰ ਬਣੀ ਪਾਣੀ ਦੀ ਟੈਂਕੀ ਤੇ ਚੜ੍ਹ ਗਿਆ। ਹੋਰ ਸ਼ਹਿਰਾਂ ਵਿੱਚ ਵੀ ਉਹਨਾਂ ਦੇ ਸਾਥੀ ਉਹਨਾਂ ਵਾਂਗ ਹੀ ਟੈਂਕੀਆਂ ਤੇ ਚੜ੍ਹਨ ਦੀ ਕੋਸ਼ਿਸ਼ 'ਚ ਸੀ। ਇਸ ਧਰਤੀ ਦੇ ਲੋਕਾਂ ਲਈ ਇਸ ਨਵੇਂ ਯੁੱਗ ਵਿੱਚ ਸੰਘਰਸ਼ ਦੇ ਨਵੇਂ ਤਰੀਕੇ ਸੀ। ਸ਼ਾਇਦ ਇਸ ਧਰਤੀ ਦੀ ਸਰਕਾਰ ਨੇ ਹੜਤਾਲ, ਨਾਅਰੇਬਾਜ਼ੀ, ਮੁਜ਼ਾਹਰੇ, ਰੈਲੀਆਂ, ਭੁੱਖ ਹੜਤਾਲਾਂ ਤੋਂ ਡਰਨਾ ਛੱਡਤਾ ਸੀ। ਭੁੱਖ ਹੜਤਾਲ 'ਚ ਤਾਂ ਬੰਦਾ ਕਈ ਹਫ਼ਤੇ ਨਹੀਂ ਮਰਦਾ। ਹੜਤਾਲ, ਨਾਅਰੇਬਾਜ਼ੀ, ਮੁਜ਼ਾਹਰੇ, ਰੈਲੀਆਂ ਲੋਕਾਂ ਲਈ ਤਮਾਸ਼ੇ ਤੋਂ ਵੱਧ ਕੁਝ ਨਹੀਂ ਹੁੰਦੇ। ਸਰਕਾਰ ਇਹਨਾਂ ਦਾ ਕਿਉਂ ਫਿਕਰ ਕਰੇ? ਉਂਝ ਵੀ ਸਰਕਾਰ ਕਿਹੜਾ ਕਿਸੇ ਦੂਜੇ ਮੁਲਕ ਦੀ ਸੀ। ਲੋਕ ਅੰਗਰੇਜ਼ੋ ਭਾਰਤ ਛੱਡ ਜਾਓ ਵਾਂਗ ਸਰਕਾਰ ਨੂੰ ਮੁਲਕੋਂ ਨਿਕਲ ਜਾਣ ਲਈ ਆਖ ਦੇਣਗੇ। ਇਸੇ ਲਈ ਇੱਕ ਦਿਨ ਨਿਸ਼ਾਨ ਜਦੋਂ ਆਪਣੀ ਯੂਨੀਅਨ ਦੀਆਂ 3 ਔਰਤਾਂ ਸਮੇਤ ਸ਼ਹਿਰ ਦੇ ਸਿਵਲ ਹਸਪਤਾਲ ਅੰਦਰ ਬਣੀ ਪਾਣੀ ਦੀ ਟੈਂਕੀ ਉੱਤੇ ਚੜ੍ਹਿਆ ਤਾਂ ਉਹਨਾਂ ਦੇ ਹੱਥਾਂ ਵਿੱਚ ਤੇਲ ਦੀਆਂ ਬੋਤਲਾਂ ਤੇ ਮਾਚਿਸਾਂ ਸਨ। ਹੜਤਾਲ, ਨਾਅਰੇਬਾਜ਼ੀ, ਮੁਜ਼ਾਹਰੇ, ਰੈਲੀਆਂ, ਭੁੱਖ ਹੜਤਾਲ ਤੋਂ ਨਾ ਡਰਨ ਵਾਲੀ ਸਰਕਾਰ ਨੂੰ ਅੱਗ ਤੋਂ ਜ਼ਰੂਰ ਡਰਨਾ ਪੈਣਾ ਸੀ। 3 ਔਰਤਾਂ ਵਿੱਚੋਂ ਇੱਕ, ਜਿਹਦਾ ਨਾਂ ਰੇਖਾ ਰਾਣੀ ਸੀ, ਜ਼ਿਆਦਾ ਹੀ ਭਾਵੁਕ ਹੋ ਗਈ ਸੀ। ਰੇਖਾ ਦੇ 2 ਛੋਟੇ ਬੱਚੇ ਸਨ। ਘਰ ਵਾਲਾ ਵਿਹਲਾ ਰਹਿਣ ਦਾ ਆਦੀ ਸੀ। ਉਹਨੇ ਥੋੜ੍ਹੇ ਜਿਹੇ ਪੈਸਿਆਂ ਵਾਲੀ ਨੌਕਰੀ ਇਸ ਲਈ ਕੀਤੀ ਸੀ ਕਿਉਂਕਿ ਉਹਦੇ ਪਿਓ ਦਾ ਤਜਰਬਾ ਸੀ ਕਿ ਸਰਕਾਰੀ ਦਰਬਾਰੇ ਇੱਕ ਵਾਰੀ ਅੜ ਜਾਓ ਫਿਰ ਦੇਰ ਸਵੇਰ ਤੁਸੀਂ ਪੱਕੇ ਹੋਣਾ ਹੀ ਹੋਣਾ। ਪਰ ਹੁਣ ਇਹ ਸਰਕਾਰ ਉਹਨਾਂ ਨੂੰ ਪੱਕੇ ਨਾ ਕਰਨ ਤੇ ਅੜ ਗਈ ਸੀ। ਰੇਖਾ ਨੂੰ ਆਪਣੇ ਨਿਆਣੇ ਰੁਲਦੇ ਦਿਸਣ ਲੱਗ ਪਏ। ਰਾਤ ਨੂੰ ਉਹਨੂੰ ਭੈੜੇ ਸੁਪਨੇ ਆਉਂਦੇ। ਸਾਰਾ ਦਿਨ ਉਹਦੇ ਦਿਮਾਗ ਦੀਆਂ ਨਸਾਂ ਤਣੀਆਂ ਰਹਿੰਦੀਆਂ। ਯੂਨੀਅਨ ਦੀ ਰੈਲੀ 'ਚੋਂ ਸਭ ਤੋਂ ਉੱਚੀ ਨਾਅਰੇ ਮਾਰਦੀ ਤਾਂ ਕੁਝ ਸ਼ਾਂਤ ਹੁੰਦੀ, ਨਹੀਂ ਤਾਂ ਉਹਨੂੰ ਦੰਦਲ ਪੈ ਜਾਂਦੀ। ਹੁਣ ਵੀ ਜਦੋਂ ਨਿਸ਼ਾਨ ਤੇ 2 ਹੋਰ ਔਰਤਾਂ ਨਾਲ ਹੱਥਾਂ ਵਿੱਚ
ਤੇਲ ਦੀਆਂ ਬੋਤਲਾਂ ਤੇ ਮਾਚਸਾਂ ਲੈ ਕੇ ਟੈਂਕੀ ਤੇ ਚੜ੍ਹੀ ਤਾਂ ਬੇਹੱਦ ਅਸ਼ਾਂਤ ਸੀ। ਮਿੱਥੇ ਪ੍ਰੋਗਰਾਮ ਅਨੁਸਾਰ ਉਹਨਾਂ ਤੇਲ ਦੀਆਂ ਬੋਤਲਾਂ ਤੇ ਮਾਚਸਾਂ ਥੱਲੇ ਇਕੱਠੀ ਹੋਈ ਪੁਲਿਸ, ਪੱਤਰਕਾਰਾਂ ਤੇ ਹੋਰ ਲੋਕਾਂ ਨੂੰ ਦਿਖਾ ਕੇ ਖੁਦ ਨੂੰ ਅੱਗ ਲਗਾ ਲੈਣ ਦੀ ਧਮਕੀ ਦੇਣੀ ਸੀ। ਉਹ ਪ੍ਰੈਸ ਵਾਲਿਆਂ ਨੂੰ ਦੱਸ ਕੇ ਟੈਂਕੀ ਤੇ ਚੜ੍ਹੇ ਸਨ, ਇਸ ਲਈ ਛੇਤੀ ਉੱਥੇ ਚੰਗੀ ਭੀੜ ਜਮ੍ਹਾਂ ਹੋ ਗਈ ਸੀ। ਪਰ ਭਾਵੁਕ ਹੋਈ ਰੇਖਾ ਨੇ ਬੋਤਲ ਵਿੱਚੋਂ ਤੇਲ ਆਪਣੇ ਕੱਪੜਿਆਂ ਤੇ ਡੋਲ ਲਿਆ। ਥੱਲੇ ਹਫੜਾ ਦਫੜੀ ਮਚ ਗਈ। ਨਿਸ਼ਾਨ ਤੇ ਦੂਸਰੀਆਂ ਔਰਤਾਂ ਅੰਦਰੋਂ ਖੁਸ਼ ਸੀ। ਉਹਨਾਂ ਦਾ ਐਕਸ਼ਨ ਹੋਰ ਰੋਮਾਂਚ ਭਰਿਆ ਹੋ ਗਿਆ ਸੀ। ਟੀਵੀ ਚੈਨਲਾਂ ਦੇ ਕੈਮਰਾਮੈਨ ਲਗਾਤਾਰ ਫਿਲਮ ਬਣਾ ਰਹੇ ਸੀ। ਨਿਸ਼ਾਨ ਦੇ ਰੋਕਦਿਆਂ ਰੇਖਾ ਨੇ ਮਾਚਸ ਦੀ ਤੀਲੀ ਵੀ ਬਾਲ ਲਈ। ਉਸ ਵੇਲੇ ਉਹ ਟੈਂਕੀ ਦੀਆਂ ਆਖਰੀ ਪੌੜੀਆਂ ਤੇ ਖੜੇ ਸੀ। ਰੇਖਾ ਨਿਸ਼ਾਨ ਤੋਂ 2 ਪੌੜੀਆਂ ਹੇਠਾਂ ਸੀ। ਇੰਨੀ ਉਚਾਈ ਕਾਰਨ ਥੱਲੇ ਦੀ ਬਨਸਪਤ ਹਵਾ ਵੀ ਵੱਧ ਸੀ। ਪਤਾ ਨਹੀਂ ਕਸੂਰ ਹਵਾ ਦਾ ਸੀ ਜਾਂ ਰੇਖਾ ਦੀ ਹਵਾ ਨਾਲ ਉੱਡੀ ਚੁੰਨੀ ਦਾ, ਪਰ ਉਹ ਹੋ ਗਿਆ ਜਿਸ ਬਾਰੇ ਉਹਨਾਂ ਸੋਚਿਆ ਵੀ ਨਹੀਂ ਸੀ। ਰੇਖਾ ਦੇ ਕੱਪੜਿਆਂ ਨੇ ਇੰਨੀ ਤੇਜ਼ੀ ਨਾਲ ਅੱਗ ਫੜੀ ਕਿ ਕਿਸੇ ਨੂੰ ਕੁਝ ਸੋਚਣ ਦਾ ਮੌਕਾ ਹੀ ਨਾ ਮਿਲਿਆ। ਅੱਗ ਤੋਂ ਬਚਣ ਲਈ ਰੇਖਾ ਥੱਲੇ ਨੂੰ ਭੱਜੀ, ਪਰ ਅੱਗ ਤਾਂ ਉਹਦੇ ਵਜੂਦ ਦੇ ਇਰਦ ਗਿਰਦ ਸੀ। ਟੈਂਕੀ ਦੀਆਂ ਇਹਨਾਂ ਪੌੜੀਆਂ 'ਚ ਨਿਸ਼ਾਨ ਹੋਰਾਂ ਕੋਲ ਵੀ ਕੁਝ ਨਹੀਂ ਸੀ ਜਿਸ ਨਾਲ ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ। ਉਂਝ ਵੀ ਅੱਗ ਬਣ ਗਿਆ। ਰੇਖਾ ਦਾ ਵਜੂਦ ਉਹਨਾਂ ਨਾਲੋਂ ਵੱਧ ਤੇਜ਼ੀ ਨਾਲ ਪੌੜੀਆਂ ਉਤਰ ਰਿਹਾ ਸੀ। ਕੁਝ ਹੀ ਪਲਾਂ 'ਚ ਅੱਗ ਨੇ ਰੇਖਾ ਦੀ ਬਲੀ ਲੈ ਲਈ। ਧਰਤੀ ਦੇ ਲੋਕਾਂ ਨੇ ਅੱਗ ਦੇ ਗੋਲੇ ਨੂੰ ਚੀਕਾਂ ਮਾਰਦਿਆਂ, ਟੈਂਕੀ ਤੋਂ ਉਤਰਦਿਆਂ ਆਪਣੇ ਘਰਾਂ 'ਚ ਰਾਤ ਨੂੰ ਰੋਟੀ ਖਾਂਦਿਆਂ ਵੇਖਿਆ। ਰੋਟੀ ਉਹਨਾਂ ਦੇ ਹਲਕ ਤੋਂ ਥੱਲੇ ਨਾ ਉਤਰੀ। ਅੱਗ ਦਾ ਗੋਲਾ ਉਹਨਾਂ ਦੀ ਥਾਲੀ 'ਚ ਆ ਬੈਠਾ। ਲੋਕਾਂ ਦਾ ਗੁੱਸਾ ਦੇਖ ਸਰਕਾਰ ਨੇ ਸੈਂਟਰ ਵਾਲਿਆਂ ਨੂੰ ਪੱਕੀ ਨੌਕਰੀ ਦੇਣ ਦਾ ਵਾਅਦਾ ਕਰ ਲਿਆ, ਪਰ ਪਹਿਲਾਂ ਉਹਨਾਂ ਨੂੰ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਪੜ੍ਹਾਉਣ ਦਾ ਕੋਰਸ ਕਰਨਾ ਪਏਗਾ। ਨਿਸ਼ਾਨ ਨੇ ਵੀ 2 ਵਰ੍ਹੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਪੜ੍ਹਾਉਣ ਦਾ ਕੋਰਸ ਕੀਤਾ। ਉਹਨਾਂ ਲਈ ਕੁਰਬਾਨੀ ਕਰਨ ਵਾਲੀ ਰੇਖਾ ਰਾਣੀ ਦੀ ਫੋਟੋ ਵੱਡੀ ਕਰਵਾ ਕੇ ਉਹਨੇ ਆਪਣੇ ਘਰ ਅੰਗੀਠੀ ਤੇ ਰੱਖ ਲਈ। ਉਸ ਉੱਤੇ ਉਹਦਾ ਨਾਂ ਲਿਖਵਾਇਆ, ਸ਼ਹੀਦ ਰੇਖਾ ਰਾਣੀ। ਉਹਨੂੰ ਯਾਦ ਕਰਕੇ ਉਹ ਭਾਵੁਕ ਹੋ ਜਾਂਦਾ। ਇੱਕ ਵਾਰ ਇਸੇ ਤਰ੍ਹਾਂ ਖੁਸ਼ਵੰਤ ਕੋਲੋਂ 2 ਪੈਗ ਪੀ ਕੇ ਭਾਵੁਕ ਹੋ ਉਹਨੇ ਦੱਸਿਆ ਸੀ, ਸਰ ਕੀ ਦਸੀਏ ਤੁਹਾਨੂੰ, ਗਲਤੀ ਰੇਖਾ ਦੀ ਆਪਣੀ ਸੀ। ਮੈਂ ਉਹਨੂੰ ਕਿਹਾ ਸੀ ਮਿੱਟੀ ਦਾ ਤੇਲ ਲੈਣਾ। ਮਿੱਟੀ ਦੇ ਤੇਲ ਨੂੰ ਛੇਤੀ ਅੱਗ ਨਹੀਂ ਲੱਗਦੀ। ਉਹਨੂੰ ਮਿੱਟੀ ਦਾ ਤੇਲ ਮਿਲਿਆ ਨਹੀਂ। ਉਹ ਘਰ ਵਾਲੇ ਦੇ ਮੋਟਰਸਾਈਕਲ 'ਚੋਂ ਪੈਟਰੋਲ ਕੱਢ ਲਿਆਈ। ਪੈਟਰੋਲ ਦਾ ਤੁਹਾਨੂੰ ਪਤਾ ਹੀ ਹੈ ਕਿੰਨੀ ਛੇਤੀ ਅੱਗ ਫੜਦਾ। ਕੋਰਸ ਦੌਰਾਨ ਵੀ ਨਿਸ਼ਾਨ ਨੇ ਸ਼ਹਿਰ ਦੇ ਪ੍ਰਸ਼ਾਸਨ ਨੂੰ ਵਕਤ ਪਾਈ ਰੱਖਿਆ। ਅਜੇ ਵੀ ਉਹ ਆਪਣੀ ਛੋਟੀ ਤੋਂ ਛੋਟੀ ਮੰਗ ਮਨਵਾਉਣ ਲਈ ਸ਼ਹਿਰ ਦੀ ਕਿਸੇ ਨਾ ਕਿਸੇ ਟੈਂਕੀ ਤੇ ਚੜ੍ਹ ਜਾਂਦਾ ਸੀ। ਉੱਥੋਂ ਕੁਝ ਪੱਤਰਕਾਰਾਂ ਤੇ ਚੈਨਲ ਵਾਲਿਆਂ ਨੂੰ ਫੋਨ ਕਰ ਦਿੰਦਾ। ਲੋਕ ਇਕੱਠੇ ਹੋ ਜਾਂਦੇ। ਰੇਖਾ ਰਾਣੀ ਦੇ ਸੜ ਕੇ ਮਰਨ ਵਾਲੀ ਘਟਨਾ ਤੋਂ ਘਬਰਾਏ ਪ੍ਰਸ਼ਾਸਨ ਨੂੰ ਉਹਨੂੰ ਥੱਲੇ ਉਤਾਰਨ ਲਈ ਕੋਈ ਨਾ ਕੋਈ ਵਾਅਦਾ ਕਰਨਾ ਪੈਂਦਾ। ਅਫਸਰਾਂ ਦਾ ਗੁੱਸਾ CID ਉੱਤੇ ਉਤਰਦਾ, ਜਿਨ੍ਹਾਂ ਕੋਲ ਨਿਸ਼ਾਨ ਦੀਆਂ ਸਰਗਰਮੀਆਂ ਬਾਰੇ ਸਹੀ ਰਿਪੋਰਟਾਂ ਨਹੀਂ ਸੀ ਹੁੰਦੀਆਂ। ਉਹ ਨਿਸ਼ਾਨ ਨੂੰ ਕੋਈ ਜਾਣਕਾਰੀ ਲੈਣ ਲਈ ਫੋਨ ਕਰਦੇ ਜਾਂ ਮਿਲਦੇ ਤਾਂ ਨਿਸ਼ਾਨ ਉਹਨਾਂ ਨੂੰ ਪੱਲਾ ਨਾ ਫੜਾਉਂਦਾ। ਜੇ ਕੋਈ ਦੱਸਦਾ ਵੀ ਤਾਂ ਉਹ ਝੂਠ ਨਿਕਲਦਾ। ਇਸੇ ਲਈ ਅਫਸਰਾਂ ਦੀਆਂ ਗਾਲਾਂ ਦੇ ਸਤੇ CID ਦੇ ਸਿਪਾਹੀਆਂ ਨੇ ਇੱਕ ਦਿਨ ਨਿਸ਼ਾਨ ਨੂੰ ਬਾਗ 'ਚ ਢਾਹ ਕੇ ਚੰਗੀ ਤਰ੍ਹਾਂ ਕੁੱਟਿਆ, ਬਿਨਾਂ ਇਸ ਗੱਲ ਦੀ ਪਰਵਾਹ ਕੀਤਿਆਂ ਕਿ ਨਿਸ਼ਾਨ ਜਦੋਂ ਮਰਜ਼ੀ ਆਪਣੇ ਕਾਲਜ ਦੇ 200 ਮੁੰਡੇ, ਕੁੜੀਆਂ ਤੇ ਔਰਤਾਂ ਵੀ ਨੂੰ ਸੜਕ ਦੇ ਵਿਚਕਾਰ ਧਰਨੇ ਤੇ ਬਿਠਾ ਸਕਦਾ ਸੀ। ਇਸ ਤੋਂ ਬਿਨਾਂ ਸ਼ਹਿਰ ਦੀਆਂ ਸਾਰੀਆਂ ਟੈਂਕੀਆਂ ਨੂੰ ਚੰਗੀ ਤਰ੍ਹਾਂ ਸੀਲ ਕਰ ਦਿੱਤਾ ਗਿਆ, ਪਰ ਨਿਸ਼ਾਨ ਨੇ ਆਪਣੀ ਕੁੱਟ ਦਾ ਬਦਲਾ ਲੈਣ ਲਈ ਧਰਨਾ ਨਾ ਲਵਾਇਆ। ਕੋਰਸ ਕਰਨ ਪਿੱਛੋਂ ਵੀ ਨਿਸ਼ਾਨ ਨੂੰ ਅਜੇ ਤੱਕ ਪੱਕੀ ਨੌਕਰੀ ਨਹੀਂ ਮਿਲੀ। ਸਰਕਾਰਾਂ ਦੇ ਵੀ ਵਾਅਦੇ ਇਸ ਧਰਤੀ ਤੇ ਲੋਕਾਂ ਦੀ ਯਾਦ ਸ਼ਕਤੀ ਵਰਗੇ ਹੀ ਹਨ। 2 ਵਰ੍ਹਿਆਂ ਵਿੱਚ ਹੀ ਨਿਸ਼ਾਨ ਨੂੰ ਛੱਡ ਕੇ ਸਭ ਲੋਕਾਂ ਦੀ ਯਾਦਦਾਸ਼ਤ ਵਿੱਚੋਂ ਰੇਖਾ ਰਾਣੀ ਨਿਕਲ ਗਈ। ਸਰਕਾਰ ਨੂੰ ਆਪਣੀ ਪੱਕੀ ਨੌਕਰੀ ਦਾ ਵਾਅਦਾ ਭੁੱਲ ਗਿਆ। ਹੁਣ ਵੀ ਉਹ ਕਦੇ-ਕਦੇ ਕਿਸੇ ਨਾ ਕਿਸੇ ਟੈਂਕੀ ਉੱਤੇ ਚੜ੍ਹਨ ਦੀ ਯੋਜਨਾ ਮਨ ਹੀ ਮਨ ਬਣਾਉਂਦਾ ਹੈ। ਸਰ ਜੀ, ਟੈਂਕੀ ਤੇ ਚੜ੍ਹਨਾ ਤਾਂ ਹੁਣ ਮੁਸ਼ਕਿਲ ਆ। ਪੁਲਿਸ ਚੌਕਸੀ ਰੱਖਣ ਲੱਗ ਪਈ ਆ ਹਰ ਵੇਲੇ। ਮੈਂ ਇੱਕ ਦਿਨ ਪੁਰਾਣੀ ਮਸੀਤੇ ਵੀ ਗਿਆ ਸੀ। ਕਿੰਨਾ ਉੱਚਾ ਮਨਾਰਾ ਉਹਦਾ। ਸਰ, ਮੈਂ ਬਥੇਰੀਆਂ ਮਿੰਨਤਾਂ ਕੀਤੀਆਂ, ਪਰ ਮੌਲਵੀ ਨੇ ਤਾਲਾ ਹੀ ਨਹੀਂ ਖੋਲ੍ਹਿਆ। ਕੋਈ ਹੋਰ ਇਮਾਰਤ ਦੱਸੋ ਜਿਹਦੇ ਤੇ ਚੜ੍ਹਿਆ ਜਾ ਸਕਦਾ ਹੋਵੇ, ਪਿਛਲੇ ਵਾਰ ਉਹਨੇ ਪੁੱਛਿਆ ਸੀ। ਹੁਣ ਤਾਂ ਤੂੰ ਉਹਨਾਂ ਵਾਅਦਿਆਂ ਤੇ ਹੀ ਚੜ੍ਹ ਸਕਦਾ ਹੈ ਜਿਹੜੇ ਸਰਕਾਰ ਨੇ ਤੁਹਾਡੇ ਨਾਂ ਕੀਤੇ ਸੀ। ਉਦੋਂ ਤੁਸੀਂ ਸਰਕਾਰ ਦਾ ਇਤਬਾਰ ਕਰ ਲਿਆ ਸੀ ਤੇ ਹੁਣ ਭੁਗਤੋ, ਖੁਸ਼ਵੰਤ ਨੇ ਕਿਹਾ ਤੇ ਨਿਸ਼ਾਨ ਫਿੱਕਾ ਜਿਹਾ ਹੱਸ ਕੇ ਚੁੱਪ ਕਰ ਗਿਆ। ਖੁਸ਼ਵੰਤ ਨੂੰ ਨਿਸ਼ਾਨ ਪਸੰਦ ਸੀ, ਇਸੇ ਲਈ ਉਹਨਾਂ ਵਿਦਿਆਰਥੀਆਂ ਵਿੱਚੋਂ ਸੀ ਜਿਨ੍ਹਾਂ ਨਾਲ ਉਹਦਾ ਸੰਪਰਕ ਉਹਨਾਂ ਦੀ ਪੜ੍ਹਾਈ ਮੁੱਕਣ ਤੋਂ ਬਾਅਦ ਵੀ ਹੈ। ਉਹਦੇ ਵਾਲ ਵੀ ਨੇਜ਼ਿਆਂ ਵਰਗੇ ਸਿੱਧੇ ਹੋ ਸਕਦੇ ਸੀ। ਉਹ ਵੀ ਇਸ ਧਰਤੀ ਦੇ ਹੋਰ ਮੁੰਡਿਆਂ ਵਾਂਗ ਕਿਸੇ ਉਜਾੜ ਵਿੱਚ ਟੀਕਿਆਂ ਦੇ ਸੰਗ ਸਾਥ ਵਿੱਚ ਡਿੱਗਿਆ ਮਿਲ ਸਕਦਾ ਸੀ, ਪਰ ਉਹ ਕੁਝ ਵੱਖਰੀ ਮਿੱਟੀ ਦਾ ਸੀ। ਬੇਸ਼ੱਕ ਉਹਦੀ ਮਿੱਟੀ ਖੁਸ਼ਵੰਤ ਦੇ ਜ਼ਮਾਨੇ ਦੇ ਗੱਭਰੂਆਂ ਵਰਗੀ ਨਹੀਂ ਸੀ, ਜਿਹੜੀ ਸਿੱਧੇ ਵੈਰੀ ਦੀ ਹਿੱਕ ਵਿੱਚ ਵੱਜਣ ਲਈ ਤਿਆਰ ਹੁੰਦੇ ਸਨ। ਜੋ ਵੀ ਸੀ, ਉਹਦੀ ਵੱਖਰੀ ਮਿੱਟੀ ਖੁਸ਼ਵੰਤ ਨੂੰ ਪਸੰਦ ਸੀ।
ਖੁਸ਼ਵੰਤ ਦਾ ਆਪਣਾ ਇਲਾਕਾ ਦਰਿਆ ਦੀ ਮਿੱਟੀ ਵਾਲਾ ਹੈ। ਹਜ਼ਾਰਾਂ ਲੱਖਾਂ ਵਰ੍ਹਿਆਂ ਤੋਂ ਦਰਿਆ ਹਰ ਵਰ੍ਹੇ ਆਪਣੀ ਮਿੱਟੀ ਸਮੇਤ ਕੰਢਿਆਂ ਤੋਂ ਬਾਹਰ ਆਉਂਦਾ ਹੈ। ਧਰਤੀ ਉੱਤੇ ਦੂਰ ਦੂਰ ਤੱਕ ਨਵੀਂ ਮਿੱਟੀ ਵਿਛਾ ਕੇ ਮਿੱਟੀ ਨੂੰ ਨਵਾਂ ਕਰ ਦਿੰਦਾ ਸੀ, ਪਰ ਫਿਰ ਦਰਿਆ ਨੂੰ ਬੰਨ੍ਹ ਦਿੱਤਾ ਗਿਆ। ਲੋਕ ਇਹਨੂੰ ਧੁੱਸੀ ਬੰਨ੍ਹ ਕਹਿੰਦੇ ਹੈ। ਦਰਿਆ ਉੱਤੇ ਵਕਤ ਦੀ ਧੁੱਸੀ ਸੀ ਇਹ ਬੰਨ੍ਹ। ਪਹਿਲਾਂ ਦਰਿਆ ਦੇ ਲੋਕਾਂ ਵਿੱਚ ਪੀਰ ਸ਼ਾਹ ਇਨਾਇਤ ਸੀ, ਹੁਣ ਧੁੱਸੀ ਬੰਨ੍ਹ ਆ ਗਿਆ। ਪੀਰ ਸ਼ਾਹ ਇਨਾਇਤ ਵਿਹਲਾ ਹੋ ਗਿਆ। ਕੁਝ ਵਰ੍ਹਿਆਂ ਵਿੱਚ ਹੀ ਇਲਾਕੇ ਦੀ ਮਿੱਟੀ ਬੇਹੀ ਹੋ ਗਈ। ਹੁਣ ਇਹ ਬੇਹੀ ਮਿੱਟੀ ਦੇਖਣ ਨੂੰ ਵੀ ਮੈਲੀ ਲੱਗਦੀ ਹੈ। ਇਸੇ ਲਈ ਮੀਂਹ ਪੈਣ ਤੇ ਇਹਦੇ ਵਿੱਚ ਪਹਿਲਾਂ ਵਾਲੀ ਮਹਿਕ ਆਉਣੀ ਬੰਦ ਹੋ ਗਈ ਹੈ। ਮੈਲੀ ਮਿੱਟੀ ਮੀਂਹਾਂ 'ਚ ਵੀ ਨਹੀਂ ਨਿਖਰਦੀ। ਖੁਸ਼ਵੰਤ ਨੂੰ ਯਾਦ ਹੈ ਕਵਿਤਾ ਜਦੋਂ ਉਹਦੀ ਦੋਸਤ ਬਣੀ ਸੀ ਤਾਂ ਆਖਿਆ ਕਰਦੀ ਸੀ, ਮੈਨੂੰ ਤੁਹਾਡੇ ਇਲਾਕੇ ਦੇ ਲੋਕਾਂ ਦੀ ਪਛਾਣ ਆ ਜਾਂਦੀ ਹੈ। ਤੁਰਦੇ ਏਦਾਂ ਟਿਕਾ ਕੇ ਪੈਰ ਧਰਤੀ ਤੇ ਰੱਖਣਗੇ ਜਿੱਦਾਂ ਥੱਲੇ ਬਹੁਤ ਚਿੱਕੜ ਹੋਇਆ ਹੋਵੇ। ਬਈ ਸਾਨੂੰ ਚੀਕਣੀ ਮਿੱਟੀ ਤੇ ਤੁਰਨ ਦੀ ਆਦਤ ਹੈ। ਅਸੀਂ ਚੀਕਣੀ ਮਿੱਟੀ ਵਾਲੇ ਇਲਾਕੇ 'ਚ ਜੰਮੇ ਆ, ਇਸ ਲਈ ਇਦਾਂ ਹੀ ਤੁਰਦੇ ਆ, ਸਾਬਤ ਕਦਮੀ। ਜੇ ਕਿਤੇ ਬਰਸਾਤਾਂ 'ਚ ਤੂੰ ਸਾਡੇ ਇਲਾਕੇ 'ਚ ਆ ਜਾਏ, ਤੂੰ ਤਾਂ ਇਦਾਂ ਹੀ ਤਿਲਕ ਤਿਲਕ ਕੇ ਡਿੱਗਦੀ ਫਿਰੇ। ਧੰਨਵਾਦ।